ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਆਪਣੇ ਸਮੇਂ ਮੁਤਾਬਕ ਅਸੀਂ ਹਾਜ਼ਰ ਹਾਂ ਤੇ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਰੋਜ਼ ਡਿਊਟੀ ਲੱਗਦੀ ਹੈ ਤੇ ਅੱਜ ਵੀ ਹੁਣ ਤੱਕ ਜੋ ਪਿਛਲੇ 24 ਘੰਟਿਆਂ 'ਚ ਘਟਿਆ ਵਾਪਰਿਆ ਉਹਦੇ 'ਤੇ ਗੱਲਾਂ ਬਾਤਾਂ ਕਰਾਂਗੇ। ਕੁਛ ਇੱਕ ਦੂਸਰੇ ਦੇ ਆਮੋ ਸਾਹਮਣੇ ਲੀਡਰ ਸਾਹਿਬਾਨ ਨੇ, ਕੋਈ ਕਿਸ 'ਤੇ ਦੋਸ਼ ਲਾ ਰਿਹਾ, ਕੋਈ ਕਹਿੰਦਾ ਜੀ ਵੀ ਤਰੋੜ ਮਰੋੜ ਕੇ ਪੇਸ਼ ਕਰ ਦਿੱਤਾ। ਉਹ ਹੁਣ ਕਿਹੜੀ ਚੀਜ਼ ਤਰੋੜੀ ਮਰੋੜੀ ਗਈ ਹੈ, ਕਿਹੜੀ ਚੀਜ਼ ਕਿਵੇਂ, ਕਿਹਦੇ 'ਤੇ ਕੀ ਇਲਜ਼ਾਮ ਲੱਗੇ, ਸਾਰਾ ਕੁਛ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਨਾਲ ਆਪਣੇ ਪਰਮੀਤ ਬਾਟ ਹੋਰ ਬਾਟ ਸਾਹਿਬ, ਕੀ ਹਾਲ ਜੀ? ਚੜ੍ਹਦੀ ਕਲਾ ਜੀ। ਸਤਿ ਸ਼੍ਰੀ ਅਕਾਲ ਸੰਧਾਲੀਆ ਸਾਹਿਬ। ਸਤਿ ਸ਼੍ਰੀ ਅਕਾਲ ਮਹਾਰਾਜ, ਕਿਵੇਂ ਆਂਦੇ? ਕੱਲ੍ਹ ਤੁਹਾਡੀ ਗੈਰ ਹਾਜ਼ਰੀ ਲੱਗੀ। ਸੰਧਾਲੀਆ ਸਾਹਿਬ ਮੈਂ ਪ੍ਰੋਗਰਾਮ ਉਹਦਾ ਨਾਲ ਸੁਣਿਆ ਜਿੰਨਾ ਕੁ ਵੇਲਾ ਸੀਗਾ, ਬਾਕੀ ਬਾਅਦ 'ਚ ਸੁਣਿਆ। ਕਈ ਸੱਜਣ ਥੱਲੇ ਲਿਖਦੇ ਸੀ ਜੀ ਪੰਨੂ ਸਾਹਿਬ ਨੇ ਹੁਣ ਇਸੇ ਦਿਨ ਆਉਣਾ। ਨਹੀਂ ਜੀ, ਪੰਨੂ ਸਾਹਿਬ ਨੇ ਜਿਸ ਦਿਨ ਅੱਜ ਮੈਂ ਆਇਆ ਇਸ ਦਿਨ ਆਉਣਾ। ਇਸੇ ਦਿਨ ਆਉਣਾ ਮਤਲਬ ਉਹ ਤਾਂ ਇੱਕ ਦਿਨ ਲਈ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਢਿੱਲਾ ਮੱਠਾਂ ਕੋਈ ਕੰਮ ਆ, ਬਹਾਨੇ ਨਹੀਂ, ਬਹਾਨੇ ਵਾਲੀ ਅਰਜ਼ੀ ਇੱਕ ਹੁੰਦੀ ਹੈ ਕਿ ਤੁਸੀਂ ਵੱਡੇ ਹੋ ਘਰ ਦੇ ਵਿੱਚ, ਤੁਸੀਂ ਫਿਰ ਅੱਜ ਕਰ ਲਿਓ, ਕੱਲ੍ਹ ਨੂੰ ਫਿਰ ਮੈਂ ਪੰਡ ਲਿਆਉਂ ਪੱਠਿਆਂ ਦੀ। ਉਹ ਤਾਂ ਕਹਿੰਦੇ ਕੋਈ ਗੱਲ ਨਹੀਂ, ਦੋਏ ਮੈਂ ਵੱਢ ਲੂੰਗਾ ਭਾਈ, ਦੋਏ ਦਿਨ ਹੀ ਕਰ ਲਓ। ਮੈਂ ਕਿ ਨਹੀਂ ਜੀ, ਤੁਹਾਨੂੰ ਵੀ ਰੈਸਟ ਚਾਹੀਦੀ, ਸਰੀਰ ਰੈਸਟ ਮੰਗਦਾ। ਨਹੀਂ, ਇਹ ਤਾਂ ਗੱਲ ਹੈਗੀ। ਦੇਖੋ ਕਾਰਨ ਇਹ ਆ ਵੀ ਇਹ ਮੈਂ ਫਿਰ ਕਲੀਅਰ ਕਰਦੇ ਹਾਂ ਵੀ ਸਿਰਫ ਇੱਕ ਦਿਨ ਦੇ ਲਈ ਚੇਂਜ ਸੀਗੀ। ਵੈਸੇ ਅੱਜ ਦੇ ਦਿਨ ਆਪਣੇ ਨਾਲ ਪੰਨੂ ਸਾਹਿਬ ਹੀ ਹੁੰਦੇ ਨੇ, ਪਰ ਪੰਨੂ ਸਾਹਿਬ ਹੁਣ ਜਿਹੜਾ ਕੱਲ੍ਹ ਲੰਘ ਗਿਆ, ਕੱਲ੍ਹ ਆਪਣੇ ਨਾਲ ਸੀ, ਅੱਜ ਵੀ ਬਾਟ ਸਾਹਿਬ ਹੋ। ਬਾਟ ਸਾਹਿਬ ਫਿਰ ਗੱਲ ਇਹ ਆ ਵੀ ਇੱਧਰ ਵੀ ਗਰਮੀ ਵੱਧਦੀ ਜਾਂਦੀ ਹੈ, ਉੱਧਰ ਵੀ ਗਰਮੀ ਵੱਧਦੀ ਜਾਂਦੀ ਹੈ। ਇੱਧਰ ਮੀਂਹ ਡੀਕਦੇ ਆ ਅਤੇ ਉੱਧਰ ਮੀਂਹ ਜਿਹੜਾ ਵਿੱਚ ਪੈਂਦਾ ਉਹ ਤੰਗ ਕਰਦਾ, ਕਿਉਂਕਿ ਕਈਆਂ ਥਾਵਾਂ 'ਤੇ ਜਿਸ ਹਿਸਾਬ ਨਾਲ ਮੀਂਹ ਦਾ ਪਾਣੀ ਆਇਆ, ਹਾਲਾਂਕਿ ਪਿਆ ਵਿੱਚ ਟਾਵਾਂ, ਪਰ ਜਿੱਥੇ ਖੜ੍ਹ ਗਿਆ ਉੱਥੇ ਖੜ੍ਹ ਜੇ ਗਿਆ। ਕਹਿੰਦੇ ਵੀ ਨੀਵੀਆਂ ਥਾਵਾਂ ਤੋਂ ਨਿਕਲਣਾ ਔਖਾ, ਸ਼ਾਇਦ ਤੰਗ ਕਰੇ। ਇਹ ਤਾਂ ਹੁਣ ਜਿਨ੍ਹਾਂ ਨੇ ਗਲੀ ਬਣਾਈ, ਸੜਕ ਬਣਾਈ, ਜਾਂ ਜਿਨ੍ਹਾਂ ਨੇ ਯੋਜਨਾ ਬਣਾਈ ਕਿ ਪਹਿਲਾਂ ਗਲੀ ਬਣਾ ਲਓ, ਬਾਅਦ 'ਚ ਪੱਟ ਕੇ ਪਾਈਪ ਪਾ ਦਿਓ ਵਾਟਰ ਸਪਲਾਈ ਦੇ, ਫਿਰ ਉਸ ਤੋਂ ਬਾਅਦ ਟੈਲੀਫੋਨ ਦੀਆਂ ਤਾਰਾਂ, ਚਲੋ ਹੁਣ ਤਾਂ ਉਹ ਕੰਮ ਘਟ ਗਿਆ। ਯਾਨੀ ਕਿ ਜਿੱਥੇ ਪਾਣੀ ਖੜਦਾ ਕਿ ਭਾਈ ਉਹ ਖੜਿਆ ਕਿਉਂ, ਸਭ ਤੋਂ ਵੱਡਾ ਸਵਾਲ ਹੀ ਇਹ ਆ ਨਾ। ਮੈਂ ਕਹਿੰਦਾ ਕਿ ਕੱਲ੍ਹ ਨੂੰ ਰੌਲਾ ਪੈਣ ਦੀ ਜਗ੍ਹਾ ਦੇ ਉੱਤੇ ਪੰਜਾਬ ਸਰਕਾਰ ਜੇ ਕੋਸ਼ਿਸ਼ ਕਰਨਾ ਚਾਹੇ, ਜਿੱਦਣ ਮੀਂਹ ਪੈਂਦਾ ਆਪਣੇ ਸਾਰੇ ਅਧਿਕਾਰੀ, ਜਿੱਦਾਂ ਉਹ ਚਿੱਟਾ ਮੱਛਰ ਆਇਆ ਸੀ, ਚਿੱਟੀ ਮੱਖੀ, ਤੇ ਇੱਕੋ ਦਿਨ 700 ਥਾਵਾਂ 'ਤੇ ਰੇਡ ਕੀਤੀ ਸੀ ਨਾ, ਕਿ ਦੇਖੀਏ ਤਾਂ ਸਹੀ ਕੀ ਕਹਾਣੀ ਹੈ। ਜਿੱਦਣ ਜਿਹੜੇ ਜ਼ਿਲ੍ਹੇ ਦੇ ਵਿੱਚ ਮੀਂਹ ਪੈਂਦਾ ਸਾਰੀਆਂ ਟੀਮਾਂ ਉੱਦਣ ਭੇਜੋ, ਸ਼ਹਿਰਾਂ 'ਚ ਵੀ ਭੇਜੋ, ਪਿੰਡਾਂ 'ਚ ਵੀ ਭੇਜੋ, ਅਤੇ ਉੱਦਣ ਮਾਰਕ ਕਰਕੇ ਲਿਆਓ ਕਿ ਕਿਹੜੀ ਥਾਂ ਦੇ ਉੱਤੇ ਕਿੱਥੇ ਪਾਣੀ ਖੜਦਾ। ਨਹੀਂ, ਪਰ ਗੱਲ ਇਹ ਆ ਜਿਹੜੀਆਂ ਟੀਮਾਂ ਜਾਣਗੀਆਂ, ਹਾਂਜੀ, ਉਹ ਫਿਰ ਵਰਦੀ ਦੇ ਨਾ ਪਾ ਕੇ ਆਉਣ। ਕਿਉਂ? ਕਿਉਂਕਿ ਜੇ ਵੈਸੇ ਵੀ ਮੀਂਹ ਕਣੀ 'ਚ ਜਾਣਾ ਉਹਦੇ ਨਾ ਬੂਟ ਪੈਣੇ, ਨਾ ਪਜਾਮਾ ਪੈਣਾ। ਪਤਾ ਲੱਗਾ ਵੀ ਸਾਹਿਬ ਨਾਲੇ ਤੇ ਮਤਲਬ ਹੱਥ 'ਚ ਫਾਈਲ, ਇੱਕ ਹੱਥ 'ਚ ਫਾਈਲ ਹੋਵੇ, ਕੱਛ ਦਿੱਤੀ, ਦੂਜੇ ਹੱਥ 'ਤੇ ਮੋਢੇ 'ਤੇ ਪੈਂਟ ਜਾਂ ਪਜਾਮਾ ਟੰਗਿਆ ਹੋਵੇ, ਅਤੇ ਦੂਰੋਂ ਲੋਕ ਕਹਿਣ ਵੀ ਅੱਛਾ ਉਹ ਆਉਂਦੇ ਭਾਈ ਸਾਹਿਬ ਜ਼ਿਆਦਾ ਇਹ ਸਰਵਾ ਕਰਕੇ ਜਾਣਗੇ। ਉਹੋ ਜਿਹੇ ਸਰਵੇ ਦੇ ਵਿੱਚੋਂ ਫਿਰ ਨਿਕਲਣਾ ਕੀ ਹੈ? ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ। ਮੈਨੂੰ ਇਹ ਸੀ ਵੀ ਘੱਟੋ ਘੱਟ ਪਹਿਚਾਣ ਹੋ ਜਾਏ, ਕਿਉਂਕਿ ਜਦੋਂ ਸੜਕ ਬਣਦੀ ਆ ਨਾ, ਜਦੋਂ ਪੜ੍ਹ ਲੂ ਜਾਂ ਫਿਰਦਾ ਹੁੰਦਾ ਰੋਡ ਰੋਲਰ, ਉਦੋਂ ਲੱਗਦਾ ਹੁੰਦਾ ਕਿ ਬੜੀ ਵਧੀਆ ਵੀ ਸੜਕ ਬਣ ਰਹੀ ਹੈ, ਪਰ ਪਤਾ ਬਾਅਦ 'ਚ ਲੱਗਦਾ ਕਿ ਭਾਈਆ ਦੇਖੋ ਪਾਣੀ ਇੱਥੇ ਖੜਦਾ। ਸਮੱਸਿਆ ਦੀ, ਬਿਮਾਰੀ ਦੀ ਪਹਿਚਾਣ ਹੋ ਜਾਏ, ਇਲਾਜ ਤਾਂ ਬਾਅਦ 'ਚ ਕਰਾਂਗੇ ਨਾ। ਉਹ ਸਾਡੀ ਮਰਜ਼ੀ ਆ ਜਾਂ ਤੁਹਾਡੀ ਮਰਜ਼ੀ ਆ ਕਿੱਦਾਂ ਦਾ ਕਰਨਾ। ਨਹੀਂ ਠੀਕ ਆ, ਤੁਹਾਡੀ ਮਰਜ਼ੀ ਮਹਾਰਾਜ, ਅਸੀਂ ਕੁਛ ਨਹੀਂ ਆਂਦੇ। ਚਲੋ ਮੈਂ ਪਰ ਇੱਕ ਮਿੰਟ, ਇੱਕ ਬੇਨਤੀ ਤੁਹਾਨੂੰ ਜ਼ਰੂਰ ਕਰਨੀ ਹੈ ਕਿ ਪੈਚ ਵਰਕ ਨਾ ਕਰਿਓ, ਕਿਉਂਕਿ ਜਿਹੜਾ ਬੰਦਾ ਪੈਚ ਵਰਕ ਕਰਦਾ ਜਾਂ ਬਾਅਦ 'ਚ ਪੈਚ ਵਰਕ ਕਰੇ ਨੂੰ ਆਪਣੀ ਪ੍ਰਾਪਤੀ ਦੱਸਦਾ, ਲੈ ਦਾ ਸਾਥ ਦੋਗੀ, ਉਹਨੇ ਵਿਚਾਰੇ ਨੇ ਕੁਛ ਵਿਗਾੜਿਆ। ਦੋ ਥਾਵਾਂ ਤੋਂ ਰਾਤ ਆ ਜੇ ਵੀ ਨਾਮ ਬਦਲ ਲਈ ਮੈਨੂੰ। ਚਲੋ ਕੋਈ ਨਹੀਂ, ਅੱਗੇ ਬਾਜਵਾ ਸਾਹਿਬ ਕਹਿੰਦੇ ਪਤਾ ਨਹੀਂ ਬੰਦੇ ਕਿੱਥੇ ਗਵਾਏ ਕੇ ਲੱਭਦੇ ਨਹੀਂ ਪਏ। ਅੱਛਾ, ਨਹੀਂ ਮੈਂ ਤਾਂ ਗੱਲ ਕਰਦਾ ਸੀ ਵੀ ਚਲੋ ਸ਼ਹਿਰਾਂ 'ਤੇ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਪਾਣੀ ਨਿਕਲ ਜੂ, ਪਰ ਚਲੋ ਜਿਹੜਾ ਜ਼ਮੀਨਾਂ ਦੇ ਵਿੱਚ ਜਾਂ ਫਸਲਾਂ ਦਾ ਨੁਕਸਾਨ ਹੋਇਆ, ਉੱਥੇ ਕਿਤੇ ਨਾ ਕਿਤੇ ਜ਼ਰੂਰ ਮਤਲਬ ਜਿਹੜੇ ਗਰਦੌਰੀ ਕਰਨ ਵਾਲੇ ਭਾਈ ਸਾਹਿਬ ਨੇ ਉਹਨਾਂ ਦੀ ਡਿਊਟੀ ਲਾਉਣੀ ਚਾਹੀਦੀ ਹੈ ਵੀ ਇੱਕ ਵਾਰ ਚੈੱਕ ਕਰ ਲਓ, ਪਤਾ ਕਰ ਲਓ। ਕਿਉਂਕਿ ਕੁਝ ਫਸਲਾਂ ਤਾਂ ਐਸੀਆਂ ਵੀ ਜਿਨ੍ਹਾਂ ਨੂੰ ਫਰਕ ਨਹੀਂ ਪੈਂਦਾ, ਵੀ ਜੋ ਮੰਨ ਲਓ ਹਫ਼ਤਾ ਡੁੱਬੀਆਂ ਵੀ ਰਹੀਆਂ, ਹੌਲੀ ਹੌਲੀ ਪੱਤੇ ਦਿਸਣ ਲੱਗ ਪਏ, ਫਿਰ ਕੱਲ੍ਹ ਨੂੰ ਝੋਨਾ ਫਿਰ ਤੁਰ ਪੂ। ਕੁਛ ਥਾਵਾਂ ਐਸੀਆਂ ਹੋ ਸਕਦਾ ਵੀ ਜਿੱਥੋਂ ਨਿਕਲੇ ਹੀ ਨਾ ਪਾਣੀ, ਅਤੇ ਕੁਛ ਫਸਲਾਂ ਐਸੀਆਂ ਵੀ ਜਿਨ੍ਹਾਂ ਨੂੰ ਪਾਣੀ ਦੀ ਮਾਰ ਤੰਗ ਕਰਦੀ ਆ। ਸੋ ਉਹ ਜ਼ਰੂਰ ਪਤਾ ਕਰ ਲੈਣਾ ਚਾਹੀਦਾ। ਇਹ ਨਾ ਹੋਵੇ ਵੀ ਅੱਜ ਤੇ ਅਗਲਾ ਬੰਦਾ ਟੰਗਿਆ ਅਤੇ ਅੱਜ ਹਰੇਕ ਬੰਦਾ ਆਖੇ ਵੀ ਉਹ ਜੀ ਉੱਧਰ ਧਿਆਨ ਦਿਓ। ਜਦੋਂ ਹਫ਼ਤੇ ਕੁ ਬਾਅਦ ਮੁੜ ਕੇ ਗਰਮੀ 'ਚ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਵੀ ਕਿਤੇ ਪਾਣੀ ਖੜੋਤਾ ਹੋਊਗਾ, ਕਿਉਂਕਿ ਜਿਹੜਾ ਖੜੋਤਾ ਪਾਣੀ ਬਾਅਦ ਜਦੋਂ ਭੜਾਸ ਮਾਰਦਾ ਅਤੇ ਜਦੋਂ ਫਿਰ ਉਹ ਤੰਗ ਕਰਦਾ ਨਾ, ਉਹ ਬੜਾ ਦੁਖੀ ਕਰਦਾ। ਨਹੀਂ, ਦੁਖੀ ਕਰਦਾ। ਸੰਧਾਲੀਆ ਸਾਹਿਬ, ਜੇ ਤੁਹਾਡੀ ਰਾਏ ਮੰਨ ਲਵੇ ਸਰਕਾਰ ਤਾਂ ਵਧੀਆ, ਇੱਧਰਲੇ ਪਾਸੇ ਨੂੰ ਤੁਰਨਾ ਚਾਹੀਦਾ। ਹੁਣ ਮੈਂ ਸਰਕਾਰ ਦੇ ਜਿੱਦਾਂ ਵੀ ਡੀਕਣ ਡਈ ਆ ਵੀ ਯਾਰ ਸੰਧਾਵਾਲੀਆ ਸਾਹਿਬ ਦਿਓ ਰਾਏ, ਵੀ ਟੀਵੀ ਲਾਓ, ਕਹਿੰਦੇ ਕੀ ਕਰਨਾ, ਸੰਧਾਲੀਆ ਸਾਹਿਬ ਨੇ ਰਾਏ ਦੇਣੀ, ਉਹਦੇ ਡੀਕਣ ਡੇ ਵੀ ਯਾਨੀ ਸਲਾਹਕਾਰ ਰਜਿਸਟਰ ਖਾਲੀ ਤੇ ਪੈਨ ਲੈ ਕੇ ਬਹਿ ਜਾਂਦੇ ਵੀ ਹੁਣ ਸੰਧਾਲੀਆ ਸਾਹਿਬ ਨੇ ਰਾਏ ਦੇਣੀ ਹੈ, ਨੋਟ ਕਰ ਲਈਏ ਵੀ ਉਸ ਰਾਏ ਦੇ ਮੁਤਾਬਕ ਅਸੀਂ ਸਲਾਹ ਦੇਣੀ ਹੈ ਤੇ ਸਰਕਾਰ ਨੇ ਉਸ ਸਲਾਹ ਦੇ ਮੁਤਾਬਕ ਚੱਲਣਾ। ਯਾਨੀ ਸਰਕਾਰ ਇੱਥੋਂ ਚੱਲਦੀ ਆ। ਨਹੀਂ ਫੀਲਿੰਗ ਦੀ ਗੱਲ ਆ, ਇਹ ਕੱਲੀ ਕਿਤੇ ਇੰਡੀਆ ਦੀ ਥੋੜਾ ਚੱਲਦੀ ਕੰਮ ਬੰਦ। ਮੈਂ ਤੇ ਕੱਲ ਨੂੰ ਆਖਿਆ ਭਾਈ ਸਾਹਿਬ ਅਮਰੀਕਾ ਨੂੰ ਇੱਦਾਂ ਕਰਨਾ ਚਾਹੀਦਾ, ਉਧਰ ਆਖਿਆ ਕੈਨੇਡਾ ਨੂੰ ਜ਼ਰੂਰ ਸੋਚਣਾ ਚਾਹੀਦਾ ਵੀ ਇਹਦੇ ਬਾਰੇ ਹੁਣ ਕੀ ਕਰਨਾ। ਇਹ ਤੇ ਵਹਿਮ ਦੀ ਗੱਲ ਹੈ ਨਾ, ਉਹਦੇ ਜਿਹਨੂੰ ਮਰਜ਼ੀ ਵਹਿਮ, ਟਟੀਰੀ ਨੂੰ ਤਾਂ ਵਹਿਮ ਹੀ ਆ ਵੀ ਉਹਨੇ ਸਮਾਨ ਥੰਮਿਆ ਹੁੰਦਾ। ਚਲੋ ਸੰਧਾਲੀਆ ਸਾਹਿਬ, ਇੱਕ ਵਹਿਮ ਅੱਜ ਆਪਾਂ ਦੂਰ ਕਰਨਾ
ਸਹਿਮਤੀ ਤੁਹਾਡੀ ਹੋ ਸਕਦੀ ਹੈ, ਅਸਹਿਮਤੀ ਵੀ ਹੋ ਸਕਦੀ ਹੈ, ਕਿਉਂਕਿ ਲੀਡਰਾਂ ਨੂੰ ਕਈ ਲੋਕਾਂ ਦੀ ਲੋੜ ਹੁੰਦੀ ਆ, ਉਹ ਤੁਹਾਡੇ ਕੰਮ ਆਉਂਦੇ ਆ। ਆਮ ਲੋਕਾਂ ਦੇ ਉਹ ਕੰਮ ਨਹੀਂ ਆਉਂਦੇ ਜਿਹੜੇ ਲੋਕ ਤੁਹਾਡੇ ਕੰਮ ਆਉਂਦੇ ਆ। ਹੁਣ ਦੇਖੋ, ਇੱਕ ਪਾਸੇ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਗੈਂਗਸਟਰਾਂ ਦੇ ਉੱਤੇ, ਬਦਮਾਸ਼ਾਂ ਦੇ ਉੱਤੇ, ਜਾਂ ਸਮਾਜ ਵਿਰੋਧੀ ਅਨਸਰ ਆਪਾਂ ਉਹਨਾਂ ਨੂੰ ਕਹਿ ਦਿੰਦੇ ਆ, ਜਿਹੜੇ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਦੇ ਆ, ਉਹ ਜਿਹੜੇ ਬਦਮਾਸ਼, ਗੁੰਡੇ, ਗੈਂਗਸਟਰ ਜਾਂ ਸਮਾਜ ਵਿਰੋਧੀ ਅਨਸਰ ਨੇ, ਉਹਨਾਂ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਫਿਲਮਾਂ ਵੀ ਬਣੀਆਂ, ਵੈਬ ਸੀਰੀਜ਼ ਵੀ ਬਣੀਆਂ, ਟੀ-ਸ਼ਰਟਾਂ ਦੇ ਉੱਤੇ ਨਾਂ ਵੀ ਪ੍ਰਿੰਟ ਹੋਏ, ਫੋਟੋ ਪ੍ਰਿੰਟ ਹੋਈਆਂ, ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਅਕਾਊਂਟ ਬਣੇ, ਠੋਕ ਕੇ ਚਰਚਾਵਾਂ ਚੱਲੀਆਂ। ਨੌਜਵਾਨ ਵਰਗ ਪ੍ਰਭਾਵਿਤ ਹੁੰਦਾ, ਨਿਆਣੇ ਆਪਸ ਵਿੱਚ ਵੀ ਗੱਲਾਂ ਕਰਦੇ ਆ, ਉਹੀ ਕਰਦੇ ਦੇਖਿਆ ਵੀ ਉਹਨੇ ਉਹ ਗੈਂਗ ਆ, 2 ਗੈਂਗ ਆ, 4 ਗੈਂਗ ਆ, 8 ਗੈਂਗ ਆ, ਉਹਦੇ ਗੈਂਗ ਵਾਲਿਆਂ ਨੇ ਫੜਕਾਤਾ ਹੀ ਬੰਦਾ, ਪੁੜਪੁੜੀ 'ਚ ਗੋਲੀ ਮਾਰੀ, ਲੱਤ 'ਚ ਗੋਲੀ ਮਾਰੀ, ਉਹ ਦੇਖਿਆ ਕਿੱਦਾਂ ਛਿੱਲਿਆ। ਜਾਣੀ ਜਦੋਂ ਇਦਾਂ ਦੀਆਂ ਮਾੜੀਆਂ ਚੀਜ਼ਾਂ ਸਾਡੀ ਨਵੀਂ ਪੀੜ੍ਹੀ ਦੇ ਵਿੱਚ ਚਰਚਾ ਦਾ ਵਿਸ਼ਾ ਬਣਨ ਲੱਗ ਪੈਣ, ਫੇਰ ਕੰਮ ਸਮਝ ਲਓ ਕਿ ਡੁੱਬਣ ਵਾਲਾ। ਹੁਣ ਇੱਕ ਪਾਸੇ ਉਹ ਸਾਡੇ ਹੀਰੋ ਬਣੀ ਜਾਂਦੇ ਆ, ਬਹੁਤ ਸਾਰੇ ਨੌਜਵਾਨਾਂ ਦੇ ਉਹ ਆਦਰਸ਼ ਬਣੀ ਜਾਂਦੇ ਆ, ਉਹ ਚਾਨਣ ਲੱਗਦਾ ਕਈ ਬੰਦਿਆਂ ਨੂੰ, ਨੌਜਵਾਨਾਂ ਨੂੰ, ਅੱਲੜ ਉਮਰ ਦੇ ਮੁੰਡਿਆਂ ਨੂੰ, ਕਿ ਭਾਈ ਆਹ ਦੇਖੋ ਯਾਰ ਕਮਾਲ, ਉਹਦੀ ਗੱਡੀ ਦੇਖੀ, ਉਹ ਹਥਿਆਰ ਦੇਖੋ, ਉਹਨੇ ਫੋਟੋ ਦੇਖਿਆ ਕਦੇ ਨਾ ਭਾਈ। ਮੈਨੂੰ ਲੱਗਦਾ ਸੀ ਕਿ ਕਈ ਚੀਜ਼ਾਂ ਅਸੀਂ ਉਭਾਰਦੇ ਹੀ ਨਹੀਂ। ਹਥਿਆਰ ਦੀ ਗੱਲ ਹੈ ਨਾ, ਚੀਜ਼ ਵਰਤਣ ਵਾਲੀ ਚੀਜ਼ ਦੀ। ਹੁਣ ਨੀਰਜ ਚੋਪੜਾ ਆਪਣੇ ਭਾਰਤ ਦਾ ਹੀ ਮੁੰਡਾ, ਨੌਜਵਾਨ, ਉਹ ਅਮਰੀਕਾ ਦੇ ਵਿੱਚ ਇੱਕ ਮੁਕਾਬਲਾ ਹੋਣਾ ਸੀ। ਤੁਸੀਂ ਦੇਖੋ ਕਿ ਜਿਸ ਪੰਜਾਬ, ਹਰਿਆਣਾ, ਉੱਤਰੀ ਭਾਰਤ ਦੇ ਵਿੱਚੋਂ ਸਾਡੇ ਬਹੁਤ ਸਾਰੇ ਗੈਂਗਸਟਰ ਹੁੰਦੇ ਆ, ਨੀਰਜ ਚੋਪੜਾ ਉਸੇ ਖਿੱਤੇ ਦਾ ਤੇ ਉਹ ਸੱਜਣ ਅਮਰੀਕਾ ਗਿਆ ਖੇਡਣ। ਸਾਰੀ ਦੁਨੀਆ ਦੇ ਪਲੇਅਰ, ਨੇਜਾ ਸੁੱਟਣਾ, ਜੈਵਲਿਨ ਥਰੋ, 4-5-6 ਮੌਕੇ ਮਿਲਦੇ, ਜਿੰਨੀਆਂ ਵੀ ਵਾਰੀਆਂ ਮਿਲਦੀਆਂ, ਸਾਰੀ ਦੁਨੀਆ। 39 ਸਾਲ ਪਹਿਲਾਂ, ਜਾਣੀ 1-40 ਸਾਲ ਪਹਿਲਾਂ, ਉਹ ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ ਸ਼ੁਰੂ ਹੋਈ ਸੀ। ਅੱਜ ਤੱਕ ਕੋਈ ਭਾਰਤ ਦਾ ਗੱਭਰੂ ਇੱਕ ਵੀ ਮੈਡਲ ਪਿਛਲੇ 39 ਸਾਲਾਂ 'ਚ ਲਿਆ ਨਹੀਂ ਸਕਿਆ। ਸਾਡੀ 2003 ਦੇ ਵਿੱਚ ਲੰਬੀ ਛਾਲ ਲਾਉਂਦੀ ਹੈ ਬੀਬੀ ਅੰਜੂ ਬਾਬੀ ਜਾਰਜ, ਉਹ ਜ਼ਰੂਰ ਤੀਸਰੇ ਨੰਬਰ ਤੇ ਆਈ ਸੀ। ਕੁੱਲ ਮਿਲਾ ਕੇ ਇੱਕੋ ਹੀ ਮੈਡਲ ਮੁੰਡੇ ਤੇ ਕੁੜੀਆਂ ਦਾ, ਉਹ ਵੀ ਤੀਸਰੇ ਨੰਬਰ ਦਾ, ਕਾਂਸੀ ਦਾ। ਹੁਣ ਜਦੋਂ ਗਿਆ ਇਹ ਗੱਭਰੂ ਨੀਰਜ ਚੋਪੜਾ, ਜਾ ਕੇ ਸਿੱਟਿਆ ਪੰਚਰ ਵਾਲੀ ਨੇਜਾ, ਜਿੰਨੀ ਵਾਰੀ ਵੀ ਮੁਕਾਬਲਾ ਹੁੰਦਾ ਸਾਰੀ ਦੁਨੀਆ ਦੇ ਪਲੇਅਰ ਉੱਚ ਨੇ। ਸੰਧਾਲੀਆ ਸਾਹਿਬ ਦੂਸਰੇ ਨੰਬਰ ਤੇ ਆਇਆ। ਇੱਕ ਤਾਂ ਇਹ ਰਿਕਾਰਡ ਤੋੜ ਦਿੱਤਾ ਕਿ ਜਦੋਂ ਦੀ ਉਹ ਦੁਨੀਆ ਦੀ ਚੈਂਪੀਅਨਸ਼ਿਪ ਸ਼ੁਰੂ ਹੋਈ ਹੈ, ਅੱਜ ਤੱਕ ਕਦੇ ਵੀ ਕੋਈ ਭਾਰਤੀ ਗੱਭਰੂ ਉਹਦੇ ਵਿੱਚ ਜਿੱਤ ਹੀ ਨਹੀਂ ਸੀ ਸਕਿਆ। ਦੂਸਰਾ, ਜੇ ਬੀਬੀਆਂ 'ਚੋਂ ਕੋਈ ਜਿੱਤੀ ਵੀ ਸੀ, ਬੀਬੀ ਅੰਜੂ ਬਾਬੀ ਜਾਰਜ, ਤੇ ਉਹ ਤੀਸਰੇ ਨੰਬਰ ਤੇ ਆਈ ਸੀ, ਕਦੇ ਚਾਂਦੀ ਦਾ ਮੈਡਲ ਨਹੀਂ ਸੀ ਮਿਲਿਆ। ਸਾਡਾ ਨੀਰਜ ਚੋਪੜਾ ਚਾਂਦੀ ਦਾ ਮੈਡਲ ਲੈ ਕੇ ਆਇਆ। ਹੁਣ ਮੈਨੂੰ ਲੱਗਦਾ ਸੀ ਕਿ ਇੱਕ ਪਾਸੇ ਉਹ ਪਿਸਤੌਲ ਜਿਹਾ ਹੁੰਦਾ, ਬੰਦੂਕਾਂ ਜਿਹੀਆਂ ਹੁੰਦੀਆਂ, ਪਤਾ ਨਹੀਂ ਐਂ ਕਰਕੇ ਕੁਛ ਕਰਦੇ ਹੁੰਦੇ ਅੱਜ ਕੱਲ੍ਹ ਨਾ, ਕਿ ਬਹੁਤ ਵਧੀਆ ਚੀਜ਼ ਜਾਂ ਇੱਦਾਂ ਇਸ਼ਾਰੇ ਜਾਂ ਕਈ ਤਰ੍ਹਾਂ ਦੇ ਨੇ, ਇੱਦਾਂ 4-4 5-5 ਹਥਿਆਰ ਜਿਹਾ ਫੜ ਕੇ ਫੋਟੋ ਪਾਈਆਂ ਜਾਂਦੀਆਂ। ਇੱਕ ਪਾਸੇ ਉਹ ਨੇ ਤੇ ਇੱਕ ਪਾਸੇ ਸਾਡਾ ਨੀਰਜ ਚੋਪੜਾ, ਜਿਹੜਾ ਦੁਨੀਆ ਦੇ ਵਿੱਚ ਇੱਕ ਬੰਦੇ ਨੂੰ ਛੱਡ ਕੇ ਨੇਜਾ ਸੁੱਟਣ ਦੇ ਵਿੱਚ ਸਾਰਿਆਂ ਨੂੰ ਥੱਲੇ ਲਾ ਆਇਆ। ਹੁਣ ਦੇਖਦੇ ਆ ਕਿ ਕਿੰਨੇ ਕੁ ਲੋਕ ਨੇ ਜਿਹੜੇ ਨੀਰਜ ਚੋਪੜਾ ਦੀ ਫੋਟੋ ਆਪਣੇ ਨਿਆਣੇ ਨੂੰ ਦਿਖਾਉਣਗੇ। ਸਾਡੇ ਕਿੰਨੇ ਕੁ ਗੱਭਰੂ, ਕਿਉਂਕਿ ਨੀਰਜ ਚੋਪੜਾ ਅਮਰੀਕਾ ਜਾ ਕੇ ਜਿੱਤ ਕੇ ਆਇਆ, ਤੇ ਉਹੀ ਅਮਰੀਕਾ, ਜਿਸ ਅਮਰੀਕਾ ਦੇ ਵਿੱਚ ਪਹੁੰਚਣ ਦੇ ਲਈ ਸਾਡੀ ਨੌਜਵਾਨ ਪੀੜ੍ਹੀ ਦਾ ਇੱਕ ਵੱਡਾ ਹਿੱਸਾ ਮਜਬੂਰੀ ਚਾਹੇ ਕਿਸੇ ਤਰੀਕੇ ਸਹੀ ਮੈਕਸੀਕੋ ਦੀਆਂ ਕੰਧਾਂ ਟੱਪਣ ਲਈ ਤਿਆਰ ਰਹਿੰਦਾ, ਤੇ ਉਸ ਨੀਰਜ ਚੋਪੜਾ ਨੇ ਉੱਥੇ ਦੇਸ਼ ਦਾ ਝੰਡਾ ਲਹਿਰਾਇਆ। ਉਸ ਨੀਰਜ ਚੋਪੜਾ ਨੇ ਦੁਨੀਆ ਭਰ ਦੇ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ। ਜਾਣੀ ਕਿ ਇੱਕ ਪਾਸੇ ਸਾਡੇ ਕੋਲੇ ਉਹ ਗੱਭਰੂ ਨੇ ਜਿਨ੍ਹਾਂ ਦੀ ਗੱਲ ਚਾਰੇ ਪਾਸੇ ਚੱਲਦੀ ਹੈ, ਸੋਸ਼ਲ ਮੀਡੀਆ ਤੇ ਵੀ ਚੱਲਦੀ ਹੈ ਕਿ ਭਾਈ ਆ ਦੇਖਿਆ ਨੇ ਕੀ ਕਰ ਦਿੱਤਾ, ਆਹ ਗੌਂਡਰ, ਆਹ ਬੰਬੀਹਾ, ਆਹ ਫਲਾਨਾ। ਦੂਜੇ ਪਾਸੇ ਨੀਰਜ ਚੋਪੜਾ, ਜੇ ਅਸੀਂ ਸੋਸ਼ਲ ਮੀਡੀਆ ਤੇ ਇਹਦੀਆਂ ਫੋਟੋ ਨਹੀਂ ਦਿਖਾਵਾਂਗੇ, ਜਦੋਂ ਉਹ ਨੇਜਾ ਸੁੱਟਦਾ ਉਹਦੇ ਚਿਹਰੇ ਦੇ ਉੱਤੇ ਤਣਾਅ ਕਿੰਨਾ ਹੁੰਦਾ ਤੇ ਜ਼ੋਰ ਕਿੰਨਾ ਲੱਗਦਾ, ਉਹ ਐਕਸਰਸਾਈਜ਼ ਕਿੱਦਾਂ ਕਰਦਾ, ਉਹ ਤੁਰਦਾ ਕਿੱਦਾਂ, ਉਹ ਬੂਟ ਕਿਹੜੇ ਪਾਉਂਦਾ, ਉਹ ਖਾਂਦਾ ਕੀ ਹੈ, ਸਵੇਰੇ ਉੱਠਦਾ ਕਿੰਨੇ ਵਜੇ ਹੈ, ਜਦੋਂ ਪਿਛੋਕੜ ਸੀ, ਜਦੋਂ ਬਚਪਨ ਸੀ, ਮੁਸ਼ਕਲਾਂ ਚੋਂ ਕਿੰਨੀਆਂ ਚੋਂ ਲੰਘਿਆ, ਉਹਦਾ ਪਾਪਾ ਕੀ ਕਰਦਾ, ਕਿਵੇਂ ਉਹਨੂੰ ਪੜਾਇਆ, ਕਿਵੇਂ ਉਹ ਨੇਜਾ ਸੁੱਟਣ ਨਾਲ ਚਲੇ ਗਿਆ। ਕਿਤੇ ਇਦਾਂ ਥੋੜੀ ਕਿ ਜੰਮਦਾ ਹੀ ਨੇਜਾ ਸੁੱਟਣ ਲੱਗ ਪਿਆ ਸੀ, ਕਿ ਪਤਾ ਹੀ ਸੀ ਕਿ ਇਹਨੇ ਦੁਨੀਆ ਦੇ ਵਿੱਚ ਜਿੱਤ ਜਾਣਾ। ਓਲੰਪਿਕ 'ਚ ਜੇ ਪਿਛਲੇ ਸਾਲ ਹੀ ਉਹਨੇ 골ਡ ਜਿੱਤਿਆ, ਤੇ ਹੁਣ ਉਹਨੇ ਇਹ ਵੀ ਕਹਿਤਾ ਕਿ ਅਗਲੀ ਵਾਰੀ ਮੌਕਾ ਆ ਲੈਣ ਦਿਓ, ਭਾਰਤ ਨੂੰ 골ਡ ਲੈ ਕੇ ਦਊਂ। ਇਹ ਸਾਡੇ ਆਦਰਸ਼ ਹੋਣੇ ਚਾਹੀਦੇ ਆ। ਦੁਨੀਆ ਨੂੰ ਹੋਰ ਹੀ ਪਾਸੇ ਪਾ ਕੇ ਕਿਰਾਏ ਪਾਉਣ ਵਾਲੇ ਉਹਨਾਂ ਤੋਂ ਲਾਂਭੇ ਰਹੋ ਮੜ ਜਾ। ਦੇਖੋ ਗੱਲ ਇਹ ਆ ਵੀ ਉਹ ਮੁੰਡੇ ਨੂੰ ਮੁਬਾਰਕਬਾਦ ਬਣਦੀ ਆ, ਵਧਾਈ ਬਣਦੀ ਉਹਨੂੰ, ਉਹਦੀ ਮਿਹਨਤ ਨੂੰ। ਪਰ ਮੁਸ਼ਕਿਲ ਇਹ ਆ ਵੀ ਉਹ ਕੰਮ ਥੋੜਾ ਜਿਹਾ ਔਖਾ। ਸਵੇਰੇ ਉੱਠਣਾ ਪੈਣਾ ਜੀ, ਠੰਡ 'ਚ ਵੀ ਉੱਠਣਾ ਪੈਣਾ, ਗਰਮੀ 'ਚ ਵੀ ਉੱਠਣਾ ਪੈਣਾ, ਫਿਰ ਪ੍ਰੈਕਟਿਸ ਕਰਨੀ ਪੈਣੀ, ਰਿਹਰਸਲ ਕਰਨੀ ਪੈਣੀ ਹੈ। ਫਿਰ ਜਿੱਦਾਂ ਦਾ ਆਪਣਾ ਤੰਤਰ ਆ, ਉਸ ਤੰਤਰ ਦੇ ਵਿੱਚ ਕਿੰਨੇ ਕੁ ਖਿਡਾਰੀਆਂ ਨੂੰ ਕਿੰਨੀ ਕੁ ਛੇਤੀ ਕਿੱਥੇ ਕਿੱਥੇ ਮੌਕਾ ਮਿਲ ਜਾਂਦਾ ਸੁੱਖ ਨਾਲ, ਉਹ ਵੀ ਆਪਾਂ ਨੂੰ ਪਤਾ। ਤੇ ਸਾਰੇ ਕੁਝ ਦੇ ਵਿੱਚ ਲਗਾਤਾਰਤਾ ਬਹੁਤ ਜ਼ਰੂਰੀ ਹੈ। ਇੱਕ ਮਿਸ਼ਨ ਰੱਖਿਆ, ਉਸ ਤੋਂ ਬਾਅਦ ਉਹਦੀ ਲਗਾਤਾਰ ਮਿਹਨਤ ਕੀਤੀ, ਕਰਦੇ 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 ਕਿਤੇ ਇੱਕ ਕੰਪੀਟੀਸ਼ਨ ਆਇਆ, ਤੇ ਉਸ ਕੰਪੀਟੀਸ਼ਨ ਦੇ ਵਿੱਚੋਂ ਵਾਹੀ ਖੱਟੀ ਗਈ। ਉਹ ਵੀ ਉਹਦੀਆਂ 4-5 ਅਟੈਂਪਟਾਂ ਨੇ, ਜੇ ਉਹਦੇ ਵਿੱਚ ਤੇ ਉਹ ਕਾਮਯਾਬ ਹੋ ਗਿਆ ਤੇ ਹੋ ਗਿਆ, ਨਹੀਂ ਤੇ ਗਿਆ।
ਜਿਹੜਾ ਦੂਜਾ ਧੰਦਾ ਇਹ ਤਾਂ ਬੜਾ ਸੌਖਾ ਵੀ ਜਿਹੜਾ ਉਹ ਪੁੜੀ ਵਾਲਾ ਮਸਾਲੇ ਵਾਲਾ ਕੰਮ ਆ ਉਹ ਲਾਉਣ ਵਾਲੇ ਗਲੀ ਗਲੀ ਫਿਰਦੇ ਆ। ਬਸ ਮੁੰਡਾ ਥੋੜ੍ਹਾ ਜਿਹਾ ਉਡਾਰ ਚਾਹੀਦਾ, ਥੋੜ੍ਹਾ ਜਿਹਾ ਅੱਖ ਚੁੱਕਣ ਵਾਲਾ ਚਾਹੀਦਾ। 2 ਕੁ ਦਿਨ ਮੋਟਰਸਾਈਕਲ ਅਗਲੇ ਨੇ ਆਪਣੇ 'ਤੇ ਘੁਮਾਉਣਾ, ਗੱਡੀ ਆਪਣੀ 'ਚ ਘੁਮਾਉਣਾ, ਫਿਰ ਇੱਕ ਅੱਧਾ ਦਿਨ ਫੋਟੋਆਂ ਹੀ ਖਿੱਚਣੀਆਂ ਕੋਲੋਂ ਹਥਿਆਰ ਦੇ ਕੇ, ਫਿਰ ਹੌਲੀ ਹੌਲੀ ਉਹਨੂੰ ਜਾਪਣਾ ਇਹਦੇ ਕੰਮ ਹੀ ਬੜਾ ਨਜ਼ਾਰੇਦਾਰ। ਬਾਪੂ ਤਾਂ ਐਵੇਂ ਆਖੀ ਜਾਂਦਾ ਪੱਠੇ ਪਾ, ਉੱਠਣ ਦੀ ਵੀ ਕੋਈ ਲੋੜ ਨਹੀਂ। ਸਵੇਰੇ 5 ਵਜੇ ਨੀਰੇ ਚੋਪੜਾ ਨੂੰ ਕੋਈ ਜ਼ਰੂਰੀ ਥੋੜ੍ਹਾ ਵੀ 5 ਵਜੇ ਉੱਠਣ ਦੀ ਲੋੜ ਆ, 10-11 ਵਜੇ ਉੱਠਿਆ ਜਾਂਦਾ। ਜੇ 12 ਕੁ ਵਜੇ ਅੱਖ ਖੋਲੇ ਤਾਂ ਵੀ ਕੋਈ ਗੱਲ ਨਹੀਂ, ਇਹ ਵੀ ਕੋਈ ਜ਼ਰੂਰ ਨਹੀਂ ਹੈਗੀ, ਬਿਲਕੁਲ ਲਗਾਤਾਰਤਾ ਚਾਹੀਦੀ। ਇਸ ਕਰਕੇ ਜਿਹੜੀ ਸੌਖ ਉਸ ਪਾਸੇ ਆ ਨਾ, ਉਹ ਵੀ ਇੱਕ ਕਾਰਨ ਹੈਗਾ ਵੀ ਬੰਦੇ ਨੂੰ ਯਾਦ ਆ ਵੀ ਆਹ ਤਾਂ ਨਜ਼ਾਰਾ ਹੀ ਬੜਾ। ਅੱਛਾ ਹੁਣ ਨੀਰਜ ਚੋਪੜਾ ਹੋ ਸਕਦਾ ਵੀ ਉਹਨੇ ਇੰਨੀ ਮਿਹਨਤ ਕੀਤੀ ਹੋਏ, ਪ੍ਰਾਈਜ਼ ਮਨੀ ਜਦੋਂ ਕੋਈ ਕੱਲ੍ਹ ਨੂੰ ਦੱਸੇ ਇੰਨਾ ਕੁਛ ਕਰਕੇ ਤਾਂ ਇੰਨੇ ਕੁ ਪੈਸੇ ਹੀ ਖਮਣਾ ਤੂੰ ਆ ਜਾਵੇ, ਫੋਨ ਕਰਦੇ ਆ ਵੇਖੀ ਸ਼ਾਮ ਨੂੰ ਪੈਸੇ ਹੀ ਪੈਸੇ। ਚੱਕਰ ਇਹ ਆ ਨਾ ਵੀ ਉਹ ਜਦੋਂ ਸੌਖਾ ਰਾਹ ਅਗਲੇ ਨੂੰ ਲੱਭਦਾ ਤੇ ਉਸ ਪਾਸੇ ਨੂੰ ਵਧੋ ਵਧੀ ਬੰਦਾ ਖਿੱਚਿਆ ਜਾਂਦਾ। ਹੁਣ ਇਹਦੇ 'ਚ ਹੋ ਸਕਦਾ ਵੀ ਕਿਸੇ ਨੂੰ ਇਹ ਜਾਪੇ ਵੀ ਯਾਰ ਕਸੂਰ ਕਿਹਦਾ ਕੱਢੀਏ। ਇਹ ਹੁਣ ਕਸੂਰ ਦੀ ਲਿਸਟ ਮੇਰੇ ਖਿਆਲ ਨਾਲ ਬਹੁਤ ਲੰਮੀ ਹੋ ਜਾਣੀ ਹੈ ਤੇ ਜ਼ਰੂਰ ਹਰੇਕ ਬੰਦੇ ਨੂੰ ਆਪਣੇ ਆਪ 'ਚ ਪਤਾ ਲੱਗ ਜਾਣਾ ਵੀ ਕਿਹਦਾ ਬਣਦਾ ਕਸੂਰ। ਆਪਾਂ ਨੂੰ ਰੋਜ਼ ਡਿਸਕਸ ਕਰਨ ਦੀ ਲੋੜ ਨਹੀਂ। ਨਹੀਂ, ਇਹ ਠੀਕ ਹੈ ਸੰਧਾਲੀਆ ਸਾਹਿਬ। ਮੈਂ ਤਾਂ ਸਿਰਫ ਇਹ ਚਾਹੁੰਦਾ ਕਿ ਪਿਛਲੇ 1.5-2 ਮਹੀਨਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਗੈਰ ਸਮਾਜੀ ਅਨਸਰ ਨੇ, ਆਪਾਂ ਹੁਣ ਉਹਨਾਂ ਨੂੰ ਬਾਰ-ਬਾਰ ਗੈਂਗਸਟਰ ਨਹੀਂ ਕਹਿਣਾ, ਗੈਰ ਸਮਾਜੀ ਅਨਸਰ ਨੇ ਉਹ ਜਿਹੜੇ ਗੈਰ ਸਮਾਜੀ ਅਨਸਰ ਨੇ, ਅਸੀਂ ਉਹਨਾਂ ਦੀ ਇਕੱਲੀ ਚੀਜ਼ ਦੱਸੀ। ਉਹਨੇ ਜੀ ਉਦੋਂ ਆ ਕਤਲ ਕੀਤਾ ਸੀ, ਉਹਦੇ ਤੇ ਆਹ ਮੁਕੱਦਮਾ ਹੋ ਗਿਆ ਸੀ, ਹੁਣ ਜੀ ਉਹਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ, ਉਹ ਜੀ ਅਦਾਲਤ ਦੇ ਬਾਹਰ ਬੈਠਾ ਵੀ ਹੱਸੀ ਜਾਂਦਾ ਸੀ, ਉਹਨੇ ਜੀ ਹੁਣ ਆਹ ਪੋਸਟ ਕਰਤਾ। ਨੀਰਜ ਚੋਪੜਾ ਦੀਆਂ ਜਿੰਨੀਆਂ ਪੋਸਟਾਂ ਨੇ ਪਿਛਲੇ ਸਮੇਂ ਦੀਆਂ ਕੱਢ ਲਓ, ਹੋ ਸਕਦਾ ਇੱਕ ਅੱਧੀ ਤੇ ਕਿਸੇ ਨੂੰ ਇਤਰਾਜ਼ ਵੀ ਹੋਵੇ, ਮੈਂ ਦੇਖੀਆਂ ਨਹੀਂ ਅਜੇ, ਅੱਜ ਦੇਖਾਂਗੇ। ਉਹ ਕੀ ਕਰਦਾ ਸੀ, ਕਿਹੜੇ ਸਾਈਕਲ ਤੇ ਪੜ੍ਹਨ ਜਾਂਦਾ ਸੀ, ਕਿਉਂਕਿ ਉਹਨੇ ਦੱਸਿਆ ਕਿ ਮੈਂ ਇੱਥੇ ਆ। ਉਹਨੇ ਬਿਲਕੁਲ ਕਿਸੇ ਨੂੰ ਨਹੀਂ ਕਿਹਾ ਕਿ ਭਾਈ ਤੁਸੀਂ ਚੱਕ ਦਿਓ ਫੁੱਟੇ, ਫੋਕੀ ਬੱਲੇ ਬੱਲੇ ਥੋੜ੍ਹੀ ਆ। ਉਹਨੇ ਇਦਾਂ ਥੋੜ੍ਹੀ ਕਿਹਾ ਕਿ ਮੈਂ ਭਾਈ ਹੁਣ ਐਂ ਕਰ ਦੂੰਗਾ, ਉਹ ਕਰ ਦੂੰਗਾ। ਉਹਨੇ ਕਰਕੇ ਦਿਖਾਇਆ, ਉਹਨੇ ਪ੍ਰੂਵ ਕੀਤਾ ਕਿ ਆਹ ਦੇਖੋ ਭਾਈ ਦੁਨੀਆ, ਮੈਂ ਸਾਰੀ ਦੀ ਸਾਰੀ ਆਪਣੇ ਆਪ ਨੂੰ ਸਲੂਟ ਮਾਰਨ ਲਾਤੀ। ਹੁਣ ਇੱਕ ਪਾਸੇ ਉਹ ਨੇ ਸਾਡੇ ਆਦਰਸ਼ ਬਣੇ ਆ ਬਹੁਤ ਸਾਰੇ ਨੌਜਵਾਨਾਂ ਦੇ, ਜਿਹਨਾਂ ਨੂੰ ਪੁਲਿਸ ਲੱਭਦੀ ਫਿਰਦੀ ਆ, ਜਿਹੜੇ ਮੂੰਹ ਲੁਕਾਉਂਦੇ ਫਿਰਦੇ ਆ, ਜਿਹੜੇ ਕੋਈ ਪਤਾ ਨਹੀਂ ਕਿਹੜੇ ਵੇਲੇ ਉਹ ਹੱਥ ਆ ਜਾਣੇ ਆ। ਤੇ ਇੱਕ ਪਾਸੇ ਉਹ ਆ ਜਿਹਨਾਂ ਨੂੰ ਦੁਨੀਆ ਲੱਭਦੀ ਫਿਰਦੀ ਆ ਕਿ ਭਾਈ ਉਹਦਾ ਘਰੇ ਮੂੰਹ ਤਾਂ ਦੇਖ ਲਈਏ, ਉਹਦੇ ਨਾਲ ਇੱਕ ਵਾਰੀ ਫੋਟੋ ਤਾਂ ਖਿਚਾ ਲਈਏ, ਕਿੰਨਾ ਤਕੜਾ ਮੁੰਡਾ ਬਈ, ਜਿਹਨੇ ਨੇਜਾ ਸੁੱਟਣ ਦੇ ਵਿੱਚ ਸਾਰੀ ਦੁਨੀਆ ਜਿਹੜੀ ਹੈ ਉਹ ਪਛਾੜ ਕੇ ਇੱਕ ਪਾਸੇ ਰੱਖ ਦਿੱਤੀ ਆ, ਤੇ ਅਗਲੀ ਵਾਰ ਦਾ ਵੀ ਉਹਦੇ ਕੋਲੇ ਚਾਂਸ ਹੈ। ਹੁਣ ਉਹਨੇ ਮਿਹਨਤ ਕਰਨੀ ਥੋੜੀ ਛੱਡ ਦੇਣੀ ਹੈ। ਸੋ ਕਿਤੇ ਨਾ ਕਿਤੇ ਜੇ ਨੀਰਜ ਚੋਪੜਾ ਸੋਸ਼ਲ ਮੀਡੀਆ ਤੇ ਥੱਲੇ ਰਹਿ ਗਿਆ, ਉਹਦੀਆਂ ਪ੍ਰਾਪਤੀਆਂ ਥੱਲੇ ਰਹਿ ਗਈਆਂ, ਜੇ ਉਹ ਸਾਡੀ ਚਰਚਾ ਦਾ ਹਿੱਸਾ ਨਾ ਬਣ ਸਕਿਆ, ਭਵਿੱਖ ਦੇ ਲਈ ਕਬਰ ਅਸੀਂ ਆਪ ਹੀ ਜਿਹੜੀ ਹੈ ਉਹ ਪੁੱਟਣ ਦਾ ਹੀ ਸ਼ੁਰੂਆਤ ਕਰ ਲੈਣੀ ਆ। ਥੋੜਾ ਸੋਚਣਾ ਚਾਹੀਦਾ। ਐਨ ਮੌਕੇ ਦੇ ਉੱਤੇ ਆ ਕੇ ਮੁੰਡੇ ਨੇ ਮੈਡਲ ਜਿੱਤਿਆ। ਨਹੀਂ, ਗੱਲ ਹੈਗੀ ਆ। ਚਲੋ ਨਾਲੇ ਤਾਂ ਨੀਰਜ ਚੋਪੜਾ ਜਾਂ ਇਦਾਂ ਦੇ ਖਿਡਾਰੀ, ਇਦਾਂ ਦੇ ਪਲੇਅਰ ਜਿਹੜੇ ਕਿ ਮਿਹਨਤੀ ਲੋਕ ਨੇ, ਉਹਨਾਂ ਦੀ ਕਹਾਣੀ, ਉਹਨਾਂ ਦੀ ਬਾਤ ਪੈਣੀ ਚਾਹੀਦੀ। ਦੂਜਾ ਮੈਨੂੰ ਲੱਗਦਾ ਵੀ ਜਿਹੜੀਆਂ ਖਬਰਾਂ ਸਰਕਾਰ ਵਾਲੇ ਪਾਸੇ ਆਉਂਦੀਆਂ ਨੇ, ਹੁਣ ਜਿੱਦਾਂ ਕੈਬਨਿਟ ਮੰਤਰੀ ਅਮਨ ਅਰੋੜਾ ਇੱਕ ਬੇਨਤੀ ਮੈਂ ਕਰਨੀ ਸੀ। ਮੈਂ ਕਈ ਵਾਰੀ ਆਪਣੇ ਤੋਂ ਵੀ ਇਸੇ ਮੁਕਾਬਲੇ 'ਚ ਇੱਕ ਭਾਰਤ ਦਾ ਮੁੰਡਾ 10ਵੇਂ ਨੰਬਰ ਤੇ ਆਇਆ, ਉਹਨੂੰ ਕੋਈ ਮੈਡਲ ਨਹੀਂ ਮਿਲਿਆ, ਆਪਾਂ ਵੀ ਨਹੀਂ ਨਾਂ ਲਿਆ, ਤੇ ਮੈਨੂੰ ਚੇਤਾ ਪਰ ਮੈਂ ਹੁਣ ਨਾਂ ਨਹੀਂ ਲੈਣਾ। ਉਹ ਹਰਿਆ ਪਰ ਉਹ ਦੁਨੀਆ 'ਚ 10ਵੇਂ ਨੰਬਰ ਤੇ ਆ। ਜਾਨੀ ਮੇਰੇ ਕੋਲੋਂ ਜਮਾਤ 'ਚ 10ਵੇਂ ਨੰਬਰ ਤੇ ਨਹੀਂ ਕਦੀ ਆਇਆ ਗਿਆ। ਯਾਨੀ ਜੇ ਉਹ ਦੁਨੀਆ 'ਚ 10ਵੇਂ ਨੰਬਰ ਤੇ, ਮੈਂ ਇਹ ਬੇਨਤੀ ਕਰੂੰਗਾ ਕਿ ਇਸੇ ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ 'ਚ ਅਮਰੀਕਾ 'ਚ ਹੋਈ ਹੈ, ਜਿਹੜੇ ਮੁਕਾਬਲੇ ਦੇ ਵਿੱਚ ਆਪਣਾ ਮੁੰਡਾ ਜਿਹੜਾ ਦੂਸਰੇ ਨੰਬਰ ਤੇ ਆਇਆ, ਉਹਨਾਂ ਮੁਕਾਬਲਿਆਂ 'ਚ ਇੱਕ 10ਵੇਂ ਤੇ ਪਿਆ, ਦੁਨੀਆ ਦਾ ਉਹ 10ਵੇਂ ਨੰਬਰ ਦਾ ਪਲੇਅਰ ਐਥਲੀਟ ਹੈ। ਉਹ ਕਿਹਦੇ ਨਾਲੋਂ ਘੱਟ ਹੈ? ਉਹਦੀ ਪ੍ਰਾਪਤੀ ਬੜੀ ਵੱਡੀ ਹੈ। ਸਰਕਾਰ ਵੀ ਧਿਆਨ ਦੇਵੇ। ਤੇ ਮੈਂ ਆਪਾਂ ਟਿੱਪਣੀਆਂ ਚਾਹੁੰਦੇ ਹਾਂ ਕਿ ਭਾਈ ਤੁਸੀਂ ਉਹਦਾ ਨਾਂ ਦੱਸੋ। ਵੱਖ-ਵੱਖ ਦੇਸ਼ਾਂ ਦੇ ਸਿਰਫ 8 ਤੋਂ ਅੱਗੇ ਨੇ। ਇੱਕ ਤੇ ਨੀਰਜ ਆਪਣੇ ਹੀ ਦੇਸ਼ ਦਾ ਹੋ ਗਿਆ, 10ਵੇਂ ਤੇ ਉਹ ਆ ਤੇ 8 ਜਣੇ ਹੋਰ ਆ। ਤੇ ਤੁਸੀਂ ਆਪ ਦੇਖ ਲਓ ਮੁਲਕ ਕਿੰਨੇ ਨੇ, ਇੰਨੇ ਮੁਲਕਾਂ ਦੇ ਵਿੱਚੋਂ ਸਿਰਫ 8 ਨੂੰ ਅੱਗੇ ਲੰਘਣ ਦਿੱਤਾ ਉਹਨੇ। ਅੱਛਾ, ਗੱਲ ਇਹ ਆ ਵੀ ਇਹ ਸਾਰਾ ਕੁਝ ਅਸੀਂ ਤਾਂ ਆਪ ਜੀ ਦੇ ਨਾਲ ਡਿਸਕਸ ਕੀਤਾ ਕਿਉਂਕਿ ਇਹੋ ਜਿਹੀਆਂ ਖਬਰਾਂ ਨੂੰ ਕਹਿੰਦਾ ਹਾਂ ਕੁਝ ਖੇਡ ਨਾਲ ਰਿਲੇਟਡ ਖਬਰਾਂ ਬਾਰੇ ਗੱਲ ਕਰਦੇ ਹਾਂ। ਉਹਨੇ ਆ ਜਿੱਤਿਆ, ਉਹਨੇ ਹਾਰ ਗਿਆ, ਉਹ ਉੱਥੋਂ ਨਿਕਲ ਗਿਆ। ਐਂਡ ਉਹਦੇ ਵਿੱਚ ਵੀ ਬਹੁਤੀ ਵਾਰ ਆਪਣੇ ਰਿਵਾਜ ਇਹੀ ਹੁੰਦਾ ਕਿ ਖੇਡਾਂ ਦੀਆਂ ਖਬਰਾਂ ਕਿਉਂਕਿ ਮੀਡੀਆ ਦੀ ਡਿਊਟੀ ਹੁੰਦੀ, ਇਸ ਕਰਕੇ ਦੇਣ ਹੁੰਦੀਆਂ ਖਬਰਾਂ। ਇਹ ਅਮਰੀਕਾ ਦੇ ਖਿਡਾਰੀ ਨੇ ਆਹ ਕੀਤਾ, ਜਾਪਾਨ ਵਾਲੇ ਨੇ ਆਹ ਕੀਤਾ, ਚਾਈਨਾ ਵਾਲੇ ਨੇ ਆਹ ਕੀਤਾ, ਕੈਨੇਡਾ ਵਾਲੇ ਨੇ ਆਹ ਕਰ ਲਿਆ, ਭਾਰਤੀ ਟੀਮ ਫਿਰ ਉਹਦੇ ਮੌਕੇ ਤੇ ਬਾਹਰ ਹੋ ਗਈ ਹੈ ਨਾ। ਆਮ ਤੌਰ ਤੇ ਇਹੋ ਜਿਹੀ ਖਬਰ ਆਉਂਦੀ ਹੁੰਦੀ, ਇਸ ਕਰਕੇ ਵੀ ਕਾਰਨ ਇੱਕ ਬਣਦਾ ਹੁੰਦਾ ਵੀ ਆਖਰੀ ਮਿੰਟਾਂ 'ਚ ਹਾਰ ਪੱਲੇ ਪਈ ਹੈ ਨਾ। ਸੋ ਅਸੀਂ ਨਹੀਂ ਚਾਹੁੰਦੇ ਵੀ ਆਪਾਂ ਉਹੋ ਜਿਹੀ ਨੈਗੇਟਿਵ ਗੱਲ ਕਰੀਏ। ਅੱਛਾ, ਮੈਂ ਜਿਹੜੇ ਪਾਸੇ ਤੁਹਾਨੂੰ ਲਿਆਉਣ ਲੱਗਿਆ ਸੀ ਵੀ ਖਬਰਾਂ ਉਹੋ ਜਿਹੀਆਂ ਵੀ ਉਭਾਰਨੀਆਂ ਚਾਹੀਦੀਆਂ। ਜਿੱਦਾਂ ਅਮਨ ਅਰੋੜਾ ਸਾਹਿਬ ਨੇ ਹੁਣ ਜ਼ਿਕਰ ਕੀਤਾ, ਉਹ ਕਹਿੰਦੇ ਵੀ ਦੇਖੋ ਅਸੀਂ ਲੱਗੇ ਹਾਂ ਇਸ ਪਾਸੇ, ਪੰਜਾਬ ਨੂੰ ਲੀਹ 'ਤੇ ਲੈ ਕੇ ਆਉਣਾ, ਜਿਹੜੀ ਆ ਸ਼ਾਂਤੀ ਹੈ ਜੀ ਉਹ ਕਾਇਮ ਕਰਨੀ ਆ। ਅਤੇ ਜਿਹੜੀ ਗੈਰ ਸਮਾਜੀ ਅੰਸਰ ਤੁਸੀਂ ਜ਼ਿਕਰ ਕੀਤਾ, ਉਹ ਕਹਿੰਦੇ ਕਿ ਵੀ ਉਹਨਾਂ ਨੂੰ ਸਾਡਾ ਇੱਕ ਤਰ੍ਹਾਂ ਨਾਲ ਚੈਲੰਜ ਹੈ ਕਿ ਜਾਂ ਤਾਂ ਤੁਸੀਂ ਸਹੀ ਰਸਤੇ 'ਤੇ ਆ ਜਾਓ, ਨਹੀਂ ਤਾਂ ਫਿਰ ਤੁਹਾਡੇ ਨਾਲ ਸਖਤੀ ਕੀਤੀ ਜਾਊਗੀ। ਹੁਣ ਉਹਨਾਂ ਦੇ ਅਕੋਰਡਿੰਗਲੀ ਉਹ ਕਹਿੰਦੇ ਵੀ 90 ਦੇ ਕਰੀਬ ਜਾਂ ਤੇ ਗੈਂਗਸਟਰ ਅਸੀਂ ਆ ਪਿਛਲੇ ਮਹੀਨੇ 'ਚ ਫੜ ਲਏ ਜਾਂ ਖਤਮ ਕਰਤੇ। ਅਤੇ ਇਹ ਜਿਹੜੀ ਮੁਹਿੰਮ ਹੈ ਅੱਗੇ ਨਾਲੋਂ ਹੋਰ ਵੀ ਜ਼ਿਆਦਾ ਤੇਜ਼ ਹੋਊਗੀ। ਸੋ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਜੋ ਤੁਸੀਂ ਪਿਛਲੇ ਸਮੇਂ ਦੇ ਵਿੱਚ ਹੁੰਦਾ ਦੇਖਿਆ ਸੀ, ਉਹਦਾ ਬਿਲਕੁਲ ਉਲਟਾ ਨਜ਼ਰ ਆਊਗਾ। ਐਂਡ ਕੁਝ ਉਹ ਨਾਲ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ, ਉਹ ਕਹਿੰਦੇ ਵੀ ਅਸੀਂ ਨਹੀਂ ਕਹਿੰਦੇ ਕਿ ਵੀ ਉਹ ਸਾਰੇ ਹੁਣੇ ਬਣ ਗਏ ਨੇ ਜਾਂ ਉਹਨਾਂ ਨੂੰ ਕਹਿ ਲਓ ਕਿ ਵੀ ਕੋਈ ਮੌਕਾ ਨਹੀਂ ਮਿਲਿਆ। ਉਹ ਕਹਿੰਦੇ ਵੀ ਪਿੱਛੋਂ ਕਈਆਂ ਨੇ ਪੁਸ਼ਤਪਨਾਹੀ ਵੀ ਕੀਤੀ ਹੋਊਗੀ, ਕਈਆਂ ਨੇ ਗਲਤ ਗਾਈਡ ਵੀ ਕੀਤਾ ਹੋਊਗਾ, ਪਰ ਜੋ ਜਿਵੇਂ ਵੀ ਹੈ
ਉਹਨਾਂ ਕੋਲ ਫਿਲਹਾਲ ਮੌਕਾ ਹੈ ਵੀ ਉਹ ਸਿੱਧੇ ਰਾਹ ਤੇ ਆ ਜਾਣ। ਦੇਖੋ ਸੰਧਾਲੀਆ ਸਾਹਿਬ 'ਚ 90 ਬੰਦੇ ਫੜੇ ਆ, 190 290 ਜਾਂ 390 ਵੀ ਫੜਨੇ ਪੈਣ ਤਾਂ ਫੜਨੇ ਚਾਹੀਦੇ ਆ, ਕਿਉਂਕਿ ਜੇ ਫੜਨਗੇ ਤਾਂ ਫੇਰ ਹੀ ਕੰਮ ਸੂਤ ਆਊ। ਪਰ ਅਸੀਂ ਇੱਕ ਬੇਨਤੀ ਅਮਨ ਅਰੋੜਾ ਸਾਹਿਬ ਨੂੰ ਜ਼ਰੂਰ ਕਰਾਂਗੇ ਕਿ ਹਰਜੋਤ ਸਿੰਘ ਬੈਂਸ ਸਾਹਿਬ ਨਾਲ ਮੁਲਾਕਾਤ ਕਰੋ। ਇੱਕ ਪਾਸੇ ਬੰਦੇ ਫੜੇ ਜਾਂਦੇ ਆ, ਦੂਜੇ ਪਾਸੇ ਫੜ ਕੇ ਉਹਨਾਂ ਨੂੰ ਕਿਤੇ ਰੱਖਣਾ ਵੀ ਆ, ਤੇ ਜਿੱਥੇ ਰੱਖਣਾ ਉੱਥੇ ਕਿਤੇ ਉਹ ਇਦੋਂ ਵੀ ਵੱਡੇ ਬਣ ਕੇ ਨਾ ਨਿਕਲਣ। ਉਹ ਸਾਰੇ ਦਾ ਤੋੜ ਲੱਭਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆ ਜਿਹੜੇ 2 ਗੈਂਗਸਟਰ ਮਾਰੇ ਗਏ ਸੀ ਗੈਰ ਸਮਾਜੀ ਅਨਸਰ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਛੋਟਾ ਜਿਹਾ ਝਗੜਾ ਹੋਇਆ, ਹੈ ਨਹੀਂ ਇੱਦਾਂ ਦੀ ਗੱਲ, ਲੱਕੜ ਦਾ ਮਿਸਤਰੀ ਸੀ ਮੁੰਡਾ, ਪਰ ਜੇਲੋਂ ਬਾਹਰ ਆਇਆ ਫੇਰ ਨਹੀਂ ਟਿਕਿਆ। ਉਹ ਸੁਧਾਰ ਕਰਨੇ ਟ੍ਰੇਨਿੰਗ ਸੈਂਟਰ ਨਹੀਂ ਹੈਗੇ ਮਾੜੇ ਕੰਮਾਂ ਦੇ, ਬਣ ਟ੍ਰੇਨਿੰਗ ਸੈਂਟਰ ਗਏ ਆ। ਤੇ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਜਿੱਥੇ ਅਸੀਂ ਬੰਦਾ ਫੜ ਕੇ ਅੰਦਰ ਦਿੰਦੇ ਉਹਨੇ ਬਾਹਰ ਤਾਂ ਆ ਹੀ ਜਾਣਾ, ਫਾਹਾ ਤਾਂ ਦੇ ਦੇਣਾ ਕਿਸੇ ਨੂੰ। ਤੇ ਉੱਥੋਂ ਜੇ ਬੰਦਾ ਟ੍ਰੇਨਡ ਹੋ ਕੇ ਆਉਂਦਾ, ਹੋਰ ਨਾ ਬੰਦਿਆਂ ਨਾਲ, ਵੱਡੇ ਬੰਦਿਆਂ ਨਾਲ ਕਨੈਕਸ਼ਨ ਜੁੜਦੇ ਆ, ਤੇ ਉੱਥੇ ਜੇ ਡਿਸਕਸ ਇਹ ਹੁੰਦਾ ਕੰਮ ਹੋਰ ਬੜੇ ਨੇ, ਮੈਂ ਕਰਾ ਦੂੰਗਾ ਤੇਰੀ ਗੱਲ, ਤੂੰ ਇੱਥੇ ਨਿੱਕੇ ਮੋਟੇ ਸਾਈਕਲ ਸੂਕਲ ਚੋਰੀ ਕਰਨ 'ਚ ਛੱਡ ਪਰਾਂ, ਅੱਛਾ ਫਲਾਣੇ ਨੇ ਤੇਰੇ ਨਾਲ ਧੱਕਾ ਕੀਤਾ, ਸਾਰਾ ਪਿੰਡ ਅੱਗੇ ਅੱਗੇ ਲਾਈ ਫਿਰੇਗਾ, ਇੱਦਾਂ ਦਾ ਸਮਾਨ ਦੇਵਾਂਗੇ ਤੈਨੂੰ, ਕੋਈ ਗੱਲ ਨਹੀਂ, ਬਾਹਰ ਜਾ ਕੇ ਇਸ ਬੰਦੇ ਨੂੰ ਮਿਲ ਲਈ। ਯਾਨੀ ਟ੍ਰੇਨਿੰਗ ਦਾ ਅੱਡਾ ਨਾ ਬਣ ਜਾਣ। ਅਮਨ ਅਰੋੜਾ ਸਾਹਿਬ ਪੁਰਾਣੇ ਬੰਦੇ ਨੇ, ਪੁਰਾਣੇ ਲੀਡਰ ਨੇ, ਠਰਮੇ ਨਾਲ ਬੋਲਣ ਵਾਲੇ ਆ, ਜ਼ਰੂਰ ਇਸ ਗੱਲ ਦੇ ਉੱਤੇ ਧਿਆਨ ਦਿਓ। ਨਹੀਂ ਤਾਂ ਤੁਸੀਂ ਬੁੱਢਾ ਨਾਲਾ ਕੀ ਹੈ, ਮੈਨੂੰ ਲੱਗਦਾ ਹੁੰਦਾ ਕਿ ਪੰਜਾਬ ਦੇ ਵਿੱਚੋਂ ਫੜੋ ਫੜੀ ਦਾ ਸਿਲਸਿਲਾ ਬੁੱਢੇ ਨਾਲੇ ਵਰਗਾ, ਮੋਹਰਿਓਂ ਗੰਦ ਕੱਢੀ ਜਾਓ, ਮਗਰੋਂ ਪਈ ਜਾਂਦਾ। ਜੇ ਤੁਸੀਂ ਬੰਦੇ ਫੜ ਕੇ ਅੰਦਰ ਕਰੀ ਜਾਓਗੇ ਤੇ ਉਹਦੇ ਤੋਂ ਵੀ ਵੱਡੇ ਮਾੜੇ ਬੰਦੇ ਬਣ ਕੇ ਨਿਕਲ ਜਾਣਗੇ, ਫਿਰ ਤੁਸੀਂ ਜਿੰਨੇ ਮਰਜ਼ੀ ਫੜੀ ਜਾਓ। ਪਰ ਜੇ ਤੁਸੀਂ ਫੜੇ ਆ ਤਾਂ ਚੰਗਾ। ਇੱਕ ਚੀਜ਼ ਹੋਰ, ਪੰਜਾਬ ਪੁਲਿਸ ਨੇ ਪਿਛਲੇ ਦਿਨ ਯੂਪੀ ਦੇ ਵਿੱਚੋਂ ਇੱਕ ਗਡਾਊਨ ਫੜਿਆ, 7 ਲੱਖ ਨਸ਼ੀਲੀਆਂ ਗੋਲੀਆਂ ਸੰਧਾਲੀਆ ਸਾਹਿਬ। ਜੇ ਇੱਕ ਬੰਦਾ ਰੋਜ਼ ਦੀ ਇੱਕ ਖਾਂਦਾ ਤੇ ਇਹਦਾ ਮਤਲਬ 7 ਲੱਖ ਬੰਦੇ ਦੀ ਡੋਜ਼ ਉੱਥੇ ਪਈ ਸੀ ਨਸ਼ੀਲੀਆਂ ਗੋਲੀਆਂ। ਯੂਪੀ 'ਚ ਜਾ ਕੇ ਫੜਿਆ, ਬਹੁਤ ਚੰਗੀ ਗੱਲ ਹੈ, ਵੱਡੀ ਪ੍ਰਾਪਤੀ ਦੇ ਰੂਪ ਦੇ ਵਿੱਚ ਇਹਨੂੰ ਪੇਸ਼ ਕੀਤਾ ਗਿਆ। ਮੈਂ ਕਹਿੰਦਾ ਕਿ ਆਮ ਤੋਂ ਕਹਿੰਦੇ ਕਿੱਦਾਂ ਫੜਿਆ ਗਿਆ, 2 ਬੰਦੇ ਫੜੇ ਸੀ ਜੀ, ਉਹਨਾਂ ਦੇ ਕੋਲੋਂ ਥੋੜ੍ਹੀਆਂ ਜਿਹੀਆਂ ਗੋਲੀਆਂ ਨਿਕਲੀਆਂ। ਫਿਰ ਉਹਨਾਂ ਤੋਂ ਪੁੱਛ ਪੜਤਾਲ ਕੀਤੀ, ਉਹ ਕਹਿੰਦੇ ਜੀ ਉਹ ਤੋਂ ਲਿਆਉਣੇ, ਉਹ ਤੋਂ ਪੁੱਛ ਪੜਤਾਲ ਕੀਤੀ ਜੀ, ਕਹਿੰਦੇ ਉਹ ਤੋਂ ਆਉਂਦੀ ਹੈ ਤੇ ਪਿਛਲੇ 5 ਸਾਲਾਂ ਤੋਂ ਆ ਰਹੀ ਸੀ, 7 ਜਣਿਆਂ ਨੂੰ ਸਪਲਾਈ ਕਰਦੇ ਸੀ ਉਹ। ਮੈਂ ਕਹਿੰਦਾ ਕਿ ਬਹੁਤ ਚੰਗਾ, ਹੁਣ ਯੋਗੀ ਆਦਿੱਤਿਆਨਾਥ ਸਾਹਿਬ ਜਾਂ ਕੇਂਦਰ ਸਰਕਾਰ ਅੱਗੇ ਆਵੇ। ਉਹ ਸਟੋਰ ਸੀ, ਫੈਕਟਰੀ ਨਹੀਂ ਸੀ। ਸਟੋਰ ਦੇ ਵਿੱਚੋਂ ਸਮਾਨ ਆਉਂਦਾ ਸੀ, ਤੇ ਕਿਤਿਓਂ ਸਮਾਨ ਸਟੋਰ ਦੇ ਵਿੱਚ ਵੀ ਆਉਂਦਾ ਹੋਊਗਾ। ਉਹ ਕਿਤਾ ਕਿੱਥੇ ਆ? ਕਿ ਉਹ ਯੂਪੀ 'ਚ ਕਿੱਥੇ ਬਣਦਾ, ਕਿਸੇ ਹੋਰ ਸੂਬੇ 'ਚ ਬਣਦਾ, ਕੌਣ ਬਣਾ ਕੇ ਉੱਥੇ ਭੇਜਦੇ ਆ, ਕਿਹੜੇ ਟਰੱਕਾਂ ਦੇ ਵਿੱਚ ਆਉਂਦਾ? ਇੱਧਰੋਂ ਜਦੋਂ ਪਰਚੂਨ 'ਚ ਮਾਲ ਵਿਕਦਾ, ਪੰਜਾਬ 'ਚ ਥੋਕ 'ਚ ਕੌਣ ਲਿਆਉਂਦਾ? ਥੋਕ ਵਾਲਾ ਬੰਦਾ ਜਿਹੜਾ, ਉਹ ਕਿਹਨੂੰ ਅੱਗੇ ਗੋਦਾਮ ਵਾਲੇ ਨੂੰ ਪੈਸੇ ਦਿੰਦਾ? ਗੋਦਾਮ ਦਾ ਮਾਲਕ ਫੜਿਆ ਗਿਆ, ਉਹ ਅੱਗੇ ਕਿਹਨੂੰ ਪੈਸੇ ਦਿੰਦਾ? ਸਾਰਾ ਲਿੰਕ ਕਲੀਅਰ ਹੋਣਾ ਚਾਹੀਦਾ, ਨਹੀਂ ਤਾਂ ਸਟੋਰ ਦਾ ਕੀ ਹੈ, ਹੋਰ ਬਣ ਜੂ ਸੰਧਾਲੀਆ ਸਾਹਿਬ। ਪਰ ਜੇ ਸਰਕਾਰ ਨੇ, ਪੁਲਿਸ ਨੇ ਬੰਦੇ ਫੜੇ ਆ ਤਾਂ ਬਹੁਤ ਚੰਗੀ ਗੱਲ ਹੈ। ਨਹੀਂ ਚੰਗੀ ਗੱਲ ਹੈ। ਚਲੋ ਪੁਲਿਸ ਹੁਣ ਜਿੱਦਾਂ ਉਹਨਾਂ ਨੇ ਵੀ ਦਾਅਵਾ ਕੀਤਾ ਵੀ ਅਸੀਂ ਲੱਗੇ ਆ, ਜੇ ਹੁਣ ਕਨੈਕਸ਼ਨ ਇੱਥੋਂ ਤੱਕ ਜਾ ਰਿਹਾ, ਪਿਛਲੇ ਦਿਨੀ ਆਪਾਂ ਇਹ ਵੀ ਦੇਖਿਆ ਸੀ ਨਾ ਵੀ ਉਹ ਕਦੀ ਮੁੰਦਰਾ ਪੋਰਟ ਤੋਂ ਕੁਝ ਫੜਿਆ ਜਾਂਦਾ, ਕਦੀ ਉਹ ਮੁੰਬਈ ਵਾਲੇ ਪਾਸਿਓਂ ਪੋਰਟ ਤੋਂ ਕੁਝ ਫੜਿਆ ਜਾਂਦਾ। ਉਹ ਹੀ ਪੰਜਾਬ ਪੁਲਿਸ ਦੇ ਵੱਲੋਂ ਦੱਸਿਆ ਗਿਆ ਸੀਗਾ ਵੀ ਇੱਥੇ ਸਾਡੇ ਬੰਦੇ ਨੇ ਇਹ ਲਿੰਕ ਦੱਸਿਆ ਜੀ, ਫਲਾਣੇ ਥਾਂ ਤੋਂ ਆਪਾਂ ਚੀਜ਼ ਫੜਨੀ। ਤਾਂ ਮਤਲਬ ਇਹ ਹੋ ਗਿਆ ਵੀ ਪੰਜਾਬ ਪੁਲਿਸ ਜੇ ਚਾਹਵੇ ਤਾਂ ਉਹ ਕਰ ਸਕਦੀ ਜੀ। ਪਰ ਗੱਲ ਇਹ ਵੀ ਜੇ ਉਹ ਚਾਹਵੇ, ਸਵਾਲ ਤੇ ਇੱਥੇ ਆਣ ਕੇ ਰੁਕ ਜਾਂਦਾ ਨਾ, ਜਦੋਂ ਤੁਸੀਂ ਇਸ ਤੋਂ ਪਹਿਲਾਂ ਜ਼ਿਕਰ ਕੀਤਾ ਵੀ ਉਹ ਪਰਿਵਾਰ ਮੁੰਡੇ ਦਾ ਆਂਦਾ ਸੀ ਜਿਹੜਾ ਮਾਰਿਆ ਗਿਆ, ਕਿ ਵੀ ਝਗੜਾ ਹੋਇਆ ਤੇ ਇਸ ਪਾਸੇ ਪੈ ਗਿਆ। ਪਰ ਉਹ ਝਗੜੇ ਦੀ ਵਜ੍ਹਾ ਵੀ ਇਹ ਵੀ ਤੇ ਦੱਸੀ ਜਾਂਦੇ ਨੇ ਵੀ ਹਾਂਜੀ ਉਦੋਂ ਮੌਕੇ ਦੇ ਉੱਪਰ ਹੋ ਸਕਦਾ ਵੀ ਉਹਨਾਂ ਦੇ ਨਾਲ ਕਿਤੇ ਧੱਕਾ ਹੋਇਆ ਹੋਵੇ, ਤੇ ਧੱਕਾ ਰੋਕਣ ਲਈ ਕਿਹਨੇ ਕੰਮ ਕਰਨਾ ਹੁੰਦਾ? ਪੁਲਿਸ ਨੇ। ਹੋ ਸਕਦਾ ਉਹ ਗਏ ਵੀ ਹੋਣ, ਉੱਥੇ ਉਹਨੂੰ ਨਾ ਇਨਸਾਫ ਮਿਲਿਆ ਹੋਵੇ, ਹੋਰ ਧੱਕਾ ਹੋ ਗਿਆ ਹੋਵੇ, ਫਿਰ ਜਦੋਂ ਅੰਦਰ ਗਿਆ ਹੋਵੇ ਤੇ ਉੱਥੇ ਅਗਲੇ ਆਖਿਆ ਵੀ ਉਹ ਇੰਨਾ ਨਹੀਂ ਤੇਰਾ ਕੁਝ ਵੀ ਸਵਾਰਨਾ, ਬੰਦੇ ਹੈਗੇ ਸਾਡੇ ਕੋਲੇ, ਹੁਣੇ ਕਰਾ ਦਈਏ ਕੰਮ। ਹੁਣ ਜਦੋਂ ਤੁਸੀਂ ਦੇਖੋ ਉਹਦੇ ਮਨ 'ਚ ਗੁੱਸਾ, ਉਹਨੂੰ ਲੱਗਦਾ ਵੀ ਮੇਰੇ ਨਾਲ ਧੱਕਾ ਹੋਇਆ, ਜਿੱਥੋਂ ਇਨਸਾਫ ਮਿਲਣਾ ਚਾਹੀਦਾ ਸੀ ਉੱਥੋਂ ਨੂੰ ਮਿਲਿਆ ਨਾ ਹੋਊਗਾ। ਜੇ ਉਹਨਾਂ ਦੀ ਸਟੋਰੀ ਦੇ ਹਿਸਾਬ ਨਾਲ ਚੱਲੀਏ, ਅੰਦਰ ਬੈਠੇ ਬੰਦੇ ਆਂਦੇ ਹੋਣਗੇ ਵੀ ਯਾਰ ਵੀਰ ਮੇਰਾ ਕੋਈ ਗੱਲ ਨਹੀਂ, ਆਪਾਂ ਖੜੇ ਨਾਲ। ਉਹਨੂੰ ਤੇ ਉਹ ਆਪਣੇ ਭਰਾ ਹੀ ਲੱਗਣੇ ਨਾ ਜਿਹੜੇ ਉਹਦੇ ਨਾਲ ਖੜੇ, ਭਾਵੇਂ ਉਹਨਾਂ ਦਾ ਕੋਈ ਲਿੰਕ ਬਣਦਾ ਜਾਂ ਉਹਨਾਂ ਦਾ ਕੋਈ ਆਪਣਾ ਲਾਲਚ ਆ। ਉਹਨਾਂ ਨੇ ਆ ਕੇ 2-4 ਬੰਦੇ ਹੋਰ ਦਬਕਾਤੇ ਹੋਣਗੇ, 2-4 ਕੰਮ ਉਹਦੇ ਕੋਲੋਂ ਲੈ ਲਏ ਹੋਣਗੇ, 2-4 ਉਹਦੇ ਕਰਤੇ ਹੋਣਗੇ। ਜਦੋਂ ਜਾਪਿਆ ਹੁੱਲਾ ਵੇਖਿਆ ਕਿ ਨਹੀਂ ਖੜੇ ਕਿ ਨਹੀਂ ਵੀਰ ਨਾਲ ਤੇਰੇ, ਹੁਣ ਆ ਕਿਸੇ ਨੂੰ ਵੀ ਅੱਖ ਚੁੱਕੇ, ਉਹ ਬੰਦਾ ਕਿਉਂ ਮੁੜੂਗਾ ਵਾਪਸ? ਕਿਉਂਕਿ ਉਹਨੂੰ ਤੇ ਲੱਗਾ ਵੀ ਯਾਰ ਜੇ ਇਸ ਸਮਾਜ 'ਚ ਮੈਂ ਰਹਿਣਾ ਤੇ ਮੈਨੂੰ ਇਹਨਾਂ ਲੋਕਾਂ ਦਾ ਸਹਾਰਾ ਚਾਹੀਦਾ। ਉਹ ਲੋਕ ਕੀ ਨੇ, ਕੀ ਕੰਮ ਕਰਦੇ ਨੇ, ਕੀ ਨਹੀਂ ਕਰਦੇ, ਉਹਨੇ ਸੋਚਣਾ ਹੀ ਨਹੀਂ। ਸੋਚ ਪਰੇ ਹੋ ਜਾਣੀ, ਸੋਚ ਪਾਸੇ ਹੋ ਜਾਣੀ, ਉਹਦਾ ਆਪਣਾ ਮੋਟਿਵ ਰਹਿ ਜਾਣਾ। ਸੋ ਇਹਨਾਂ ਗੱਲਾਂ ਵਾਲੇ ਪਾਸੇ ਵੀ ਧਿਆਨ ਦੇਣਾ ਚਾਹੀਦਾ ਵੀ ਇਹੋ ਜਿਹੇ ਇਨਸੀਡੈਂਟ ਹੋਰਨਾਂ ਥਾਵਾਂ 'ਤੇ ਨਾ ਹੋਣ। ਕਿਉਂਕਿ ਜੇ ਇਦਾਂ ਹੁੰਦਾ, ਇੱਕ ਮੈਂ ਸੀਰੀਜ਼ ਜੀ ਦੇਖ ਰਿਹਾ ਸੀ, ਆਈ ਥਿੰਕ ਨੈਟਫਲਿਕਸ 'ਤੇ ਸੀਗੀ, ਉਹ ਕੋਈ ਦਿੱਲੀ ਦੀ ਘਟਨਾ ਸੀ 2002, 3, 4 ਦੇ ਕਿਤੇ ਕੇਸ ਦੀ। ਉਹ ਬੰਦਾ ਵੀ ਉੱਥੇ ਸੀਰੀਅਲ ਕਿਲਰ ਬਣ ਗਿਆ। ਕਿੱਦਾਂ ਬਣ ਗਿਆ ਵੀ ਉਹ ਬੰਦਾ ਕੱਟਦਾ ਵੱਢਦਾ ਸੀ, ਉਸ ਤੋਂ ਬਾਅਦ ਉਹਨੂੰ ਬੋਰੀ 'ਚ ਬੰਦ ਕਰਦਾ ਸੀ, ਨਾਲੇ ਉਹਦੀ ਲਾਸ਼ ਉੱਥੇ ਜੇਲ੍ਹ ਦੇ ਬਾਹਰ ਰੱਖ ਕੇ ਆਉਂਦਾ ਸੀ, ਨਾਲੇ ਚਿੱਠੀ ਰੱਖ ਕੇ ਆਉਂਦਾ ਸੀ ਵੀ ਤੁਸੀਂ ਮੇਰੇ ਨਾਲ ਧੱਕਾ ਕੀਤਾ ਸੀ, ਉਦੋਂ ਨਜਾਇਜ਼ ਕੇਸ ਮੇਰੇ ਤੇ ਪਾਇਆ ਸੀ, ਜਿਹੜਾ ਮੈਂ ਕੀਤਾ ਵੀ ਨਹੀਂ ਸੀ, ਆਹ ਮੈਂ ਕੀਤਾ, ਇਹ ਮੈਨੂੰ ਫੜ ਲਓ।
ਉਹ ਪੁਲਿਸ ਵਾਲੇ ਲੱਭਦੇ ਫਿਰਦੇ ਸੀ। ਉਸ ਤੋਂ ਬਾਅਦ ਚਲੋ ਅਖੀਰ ਉਹ ਫੜਿਆ ਗਿਆ, ਪਰ ਉਹਨੇ ਇਹ ਸਾਰੇ ਕੁਛ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਮਾਸੂਮ ਮਾਰਤੇ, ਸਿਰਫ ਇਹ ਜਿਤਾਉਣ ਦੇ ਲਈ, ਪੁਲਿਸ ਨੂੰ ਦੱਸਣ ਦੇ ਲਈ ਕਿ ਤੁਸੀਂ ਮੈਨੂੰ ਫੜ ਲਓ ਜੀ। ਕੁੱਕੜ ਥੋੜਾ ਬੰਦਾ ਫੜ ਕੇ ਮਾਰ ਦਿੰਦਾ ਇਹ ਬੰਦਾ। ਦੇ ਮਾਨਸਿਕ ਤੌਰ ਤੇ ਅਸਰ ਜਿਹੜੇ ਹੋ ਜਾਂਦੇ ਆ, ਹਾਂ, ਮਤਲਬ ਇਹ ਨੌਬਤ ਨਹੀਂ ਆਉਣੀ ਚਾਹੀਦੀ, ਨਹੀਂ ਆਉਣੀ ਚਾਹੀਦੀ। ਬਾਕੀ ਸੰਧਾਲੀਆ ਸਾਹਿਬ ਜੇ ਇਧਰਲੇ ਪਾਸੇ ਨੂੰ ਆਪਾਂ ਤੁਰ ਰਹੇ ਹਾਂ ਤੇ ਦੋ ਬਰਾਬਰ ਦੀਆਂ ਘਟਨਾਵਾਂ ਜਿਹੜੀਆਂ ਤੁਰ ਰਹੀਆਂ। ਇੱਕ ਪੁਲਿਸ ਅਧਿਕਾਰੀ ਨੇ ਪਿਛਲੇ ਦਿਨੀ ਕਿਹਾ ਕਿ ਜਦੋਂ ਮਨਪ੍ਰੀਤ ਮੰਨੂ ਤੇ ਦੂਸਰੇ ਪਾਸੇ ਜਗਰੂਪ ਰੂਪਾ ਹੋਰਾਂ ਦਾ ਐਨਕਾਊਂਟਰ ਹੋਇਆ ਅੰਮ੍ਰਿਤਸਰ ਦੇ ਨੇੜੇ, ਬਾਰਡਰ ਦੇ ਨੇੜੇ ਭਕਨਾ ਪਿੰਡ ਦੇ ਵਿੱਚ, ਜਿਹੜੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਜ਼ਿੰਮੇਵਾਰ ਮੰਨੇ ਗਏ, ਉਹ ਪੁਲਿਸ ਵਾਲੇ ਨੇ ਕਿਹਾ ਜੀ ਕਿ ਸਾਡੀ ਗੱਲ ਹੋਈ ਸੀ ਕਿ ਆਤਮ ਸਮਰਪਣ ਕਰ ਦਿਓ, ਅਸੀਂ ਬਾਰ-ਬਾਰ ਕਿਹਾ ਸੀ। ਤੇ ਇੱਕ ਵਾਰੀ ਕਿਉਂਕਿ ਜਿਹੜੇ ਕੋਠੇ ਤੇ ਛੱਤ ਤੇ ਸੀਗੇ, ਉਹ ਕਹਿੰਦੇ ਜੀ ਛੱਤ ਤੋਂ ਉਹਨਾਂ ਨੇ ਆਵਾਜ਼ਾਂ ਦਿੱਤੀਆਂ ਅਸੀਂ ਆਤਮ ਸਮਰਪਣ ਕਰਨਾ। ਫਿਰ ਕਹਿੰਦੇ ਜੀ ਪੁਲਿਸ ਨੇ ਉਹਨਾਂ ਨੂੰ ਕਿਹਾ ਸੀ ਕਿ 15 ਮਿੰਟ ਗੋਲੀ ਨਾ ਚਲਾਇਓ, ਵੀ ਜੇ ਤੁਸੀਂ 15 ਮਿੰਟ ਗੋਲੀ ਨਹੀਂ ਚਲਾਓਗੇ ਫਿਰ ਅਸੀਂ ਮੰਨਾਂਗੇ ਕਿ ਤੁਸੀਂ ਆਤਮ ਸਮਰਪਣ ਕਰਨਾ ਹੈ। ਤੇ ਫਿਰ ਆਪਾਂ, ਉਹ ਕਹਿੰਦੇ ਸੀ ਮੀਡੀਆ ਨੂੰ ਨਾਲ ਲੈ ਕੇ ਆਓ। ਜਾਣੀ ਦੇਖੋ ਇੱਕ ਡਰ ਹੁੰਦਾ, ਇੱਕ ਖਤਰਾ ਹੁੰਦਾ। ਪੰਜਾਬ 'ਚ ਇੱਦਾਂ ਹੁੰਦਾ ਰਿਹਾ ਕਿ ਜਿਹੜਾ ਬੰਦਾ ਅੰਦਰ ਛੁਪਿਆ ਮੁਕਾਬਲਾ ਕਰਦਾ, ਜੇ ਅੰਦਰੋਂ ਆਵਾਜ਼ ਦੇਵੇ ਜੀ ਅਸੀਂ ਹਥਿਆਰ ਸਿੱਟਣੇ ਆ, ਉਹ ਬਾਹਰੋਂ ਕਹਿਣ ਜੀ ਸਿੱਟ ਦਿਓ। ਅੰਦਰ ਬੈਠੇ ਬੰਦੇ ਨੂੰ ਡਰ ਹੁੰਦਾ ਕਿ ਮੈਂ ਉੱਠਿਆ ਨਹੀਂ ਤਾਂ ਇਹਨਾਂ ਨੇ ਭੁੰਨਿਆ ਨਹੀਂ। ਫਿਰ ਉਹਨੇ ਕਿਹਾ ਹੋਊਗਾ ਕਿ ਭਾਈ ਮੀਡੀਆ ਨੂੰ ਲੈ ਕੇ ਆਓ, ਕਹਿੰਦੇ ਹੋਣਗੇ ਲੈ ਆਉਣੇ, ਕੋਈ ਗੱਲ ਨਹੀਂ। ਤਾਂ ਪਰ ਉਹਨਾਂ ਨੇ ਸ਼ਰਤ ਰੱਖੀ ਕਿ 15 ਮਿੰਟ ਗੋਲੀਆਂ ਨਾ ਚਲਾਇਓ, ਕਿਉਂਕਿ ਪੁਲਿਸ ਵਾਲਿਆਂ ਨੂੰ ਵੀ ਡਰ ਹੈ ਕਿ ਭਾਈ ਹੁਣ ਬੰਦੇ ਜੇ ਫੜਨੇ ਆ ਅੰਦਰ ਜਾਣਾ ਪਊਗਾ, ਜੋ ਬਾਹਰ ਆਉਣਗੇ ਕੁਛ ਆਪਣੇ ਨਾਲ ਬੰਨ ਕੇ ਨਾ ਲੈਣ। ਦੋਨਾਂ ਧਿਰਾਂ ਦੇ ਵਿੱਚ ਇੱਕ ਹੁੰਦੀ ਨਾ ਤਲਖੀ ਜੀ, ਵੈਕਿਊਮ ਹੁੰਦਾ। ਉਹ ਕਹਿੰਦੇ ਜੀ 15 ਮਿੰਟਾਂ ਦੀ ਜਗ੍ਹਾ ਦੇ ਉੱਤੇ 5 ਮਿੰਟ ਤਾਂ ਗੋਲੀ ਨਹੀਂ ਚੱਲੀ, ਪਰ 5 ਮਿੰਟ ਬਾਅਦ ਉਹਨਾਂ ਨੇ ਦੁਬਾਰਾ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਫਿਰ ਉਹ ਮਾਰੇ ਗਏ। ਇਹਦਾ ਮਤਲਬ ਹੈ ਕਿ ਆਤਮ ਸਮਰਪਣ ਕਰਨ ਦੀ ਗੱਲ ਚੱਲੀ ਪਰ ਉਹ ਸਿਰੇ ਨਹੀਂ ਲੱਗੀ। ਦੂਸਰੇ ਪਾਸੇ ਗੋਲਡੀ ਬਰਾੜ ਜਿਹੜਾ ਕਹਿੰਦੇ ਜੀ ਵਿਦੇਸ਼ 'ਚ ਰਹਿੰਦਾ, ਜਿਹਨੇ ਬਾਰ-ਬਾਰ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਲਈ, ਕੁਝ ਮੀਡੀਆ ਅਦਾਰਿਆਂ ਨਾਲ ਮੂੰਹ ਢੱਕ ਕੇ ਗੱਲ ਕੀਤੀ ਜਾਂ ਫੋਨ ਤੇ ਗੱਲ ਕੀਤੀ, ਕਿੰਨੀ ਕੁ ਸੱਚਾਈ ਹੈ ਉਹਦੇ ਵਿੱਚ ਕਿੰਨੀ ਕੁ ਨਹੀਂ ਸਾਨੂੰ ਨਹੀਂ ਪਤਾ, ਕਿਉਂਕਿ ਵੌਇਸ ਸੈਂਪਲ ਮੈਚ ਕਰਨਗੇ ਫਿਰ ਪਤਾ ਲੱਗੂ, ਜਾਂਚ ਦਾ ਵਿਸ਼ਾ। ਸੋਸ਼ਲ ਮੀਡੀਆ ਤੇ ਗੋਲਡੀ ਬਰਾੜ ਨਾਂ ਦਾ ਇੱਕ ਪੇਜ, ਪੰਨਾ, ਪਲੇਟਫਾਰਮ, ਉਹਦੇ ਵਿੱਚ ਹੁਣ ਰਲਦੀ ਮਿਲਦੀ ਗੱਲ ਉਹਨਾਂ ਨੇ ਲਿਖੀ। ਕਹਿੰਦੇ ਜੀ ਮੈਨੂੰ ਟੈਲੀਫੋਨ ਆਇਆ ਜੀ ਗਰੁੱਪ ਦਾ ਕਿ ਅਸੀਂ ਘਿਰ ਗਏ ਹਾਂ, ਪੁਲਿਸ ਨੇ ਸਾਨੂੰ ਘੇਰ ਲਿਆ, ਮੁਕਾਬਲਾ ਚੱਲ ਰਿਹਾ ਹੈ। ਕਹਿੰਦੇ ਜੀ ਮੈਂ ਉਹਨਾਂ ਨੂੰ ਕਿਹਾ, ਤੁਸੀਂ ਇਹ ਦੇਖੋ ਕਿ ਬਹੁਤ ਧਿਆਨ ਨਾਲ ਉਹ ਗੱਲ ਪੜ੍ਹਨ ਵਾਲੀ ਹੈ, ਜੇ ਉਹ ਸੱਚ ਹੈ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਰੈਂਡਰ ਕਰ ਦਿਓ, ਪੁਲਿਸ ਦੇ ਸਾਹਮਣੇ ਪੇਸ਼ ਹੋ ਜਾਓ, ਜਾਨ ਆਪਣੀ ਬਚਾਓ, ਮੈਂ ਤੁਹਾਨੂੰ ਬਾਹਰ ਕਢਾ ਲੂੰਗਾ, ਬਾਹਰ ਕਢਾ ਲੂੰਗਾ, ਜੇਲ੍ਹ ਚੋਂ ਬਾਹਰ ਕਢਾ ਲੂੰਗਾ ਕਿ ਦੇਸ਼ ਚੋਂ ਬਾਹਰ ਕਢਾ ਲੂੰਗਾ, ਕਿਉਂਕਿ ਇਸ ਕੇਸ ਦੇ ਵਿੱਚ 2 ਬੰਦੇ ਪਹਿਲਾਂ ਹੀ ਦੇਸ਼ ਚੋਂ ਬਾਹਰ ਕਢਾਏ ਜਾ ਚੁੱਕੇ ਆ। ਤੀਜਾ ਜੇ ਲੱਭਦਾ ਨਹੀਂ, ਦੀਪਕ ਮੁੰਡੀ, ਉਹਨੂੰ ਲੱਭਣ ਦੇ ਲਈ 2-3 ਸੂਬਿਆਂ 'ਚ ਪੁਲਿਸ ਗਈ ਹੈ। ਫਿਰ ਅਗਲੀ ਗੱਲ ਜਿਹੜੀ ਬਹੁਤ ਇੰਪੋਰਟੈਂਟ ਹੈ, ਕਹਿੰਦੇ ਜੀ ਪਰ ਉਹ ਕਹਿੰਦੇ ਸੀ ਕਿ ਤੈਨੂੰ ਅਜੇ ਫਾਈਨਲ ਤਾਂ ਅਸੀਂ ਦਿਖਾਉਣਾ ਹੈ ਕਿ ਕਿੱਦਾਂ ਖੇਡੀਦਾ, ਆਖਰੀ ਅਜੇ ਚੀਜ਼ ਦਿਖਾਉਣੀ ਹੈ। ਫਿਰ ਕਹਿੰਦੇ ਜੀ ਉਹਦੇ ਤੋਂ ਬਾਅਦ ਉਹਨਾਂ ਨੇ 6 ਘੰਟੇ ਪੁਲਿਸ ਨੂੰ ਰੋਕੀ ਰੱਖਿਆ, ਸਾਡੇ ਸ਼ੇਰ ਨੇ, ਅਸੀਂ ਉਹਨਾਂ ਦੇ ਪਰਿਵਾਰ ਦਾ ਖਿਆਲ ਰੱਖਾਂਗੇ, ਮੈਨੂੰ ਉਹਨਾਂ ਤੇ ਮਾਣ ਹੈ। ਇੱਕ ਹੋਰ ਗੈਂਗਸਟਰ ਦਾ ਜਾਂ ਉਹ ਗੈਰ ਸਮਾਜੀ ਅਨਸਰ ਦਾ ਨਾਂ ਲਿਖਿਆ ਕਿ ਮੈਨੂੰ ਉਹਦੇ ਤੇ ਵੀ ਮਾਣ ਹੈ ਕਿ ਇਦਾਂ ਦੇ 2 ਬੱਬਰ ਸ਼ੇਰ ਉਹਨੇ ਮੈਨੂੰ ਮਿਲਾਏ ਸੀ। ਹੁਣ ਜਿਹੜੀ ਗੱਲ ਬਹੁਤ ਇੰਪੋਰਟੈਂਟ ਹੈ, ਹੋ ਸਕਦਾ ਹੈ ਕਿ ਜਿਹੜਾ ਬੰਦਾ ਇਹਨਾਂ ਲੋਕਾਂ ਤੋਂ ਪ੍ਰਭਾਵਿਤ ਹੈ, ਅਲੜ ਉਮਰ ਦਾ ਮੁੰਡਾ, ਉਹਨੂੰ ਐਂ ਲੱਗੇ, ਦੇਖਿਆ ਬਾਂਹ ਫੜਦੇ ਆ, ਕਹਿੰਦੇ ਜੀ ਪਰਿਵਾਰ ਨੂੰ ਵੀ ਸਾਂਭਾਂਗੇ, ਮਦਦ ਕਰਾਂਗੇ ਉਹਦੀ ਪੂਰੀ, ਮਾਣ ਕੀਤਾ, ਫੋਟੋ ਨਾਲ ਸ਼ੇਅਰ ਕੀਤੀਆਂ। ਮੈਨੂੰ ਦੂਜੇ ਪਾਸੇ ਗੱਲ ਹੋਰ ਲੱਗਦੀ ਸੰਧਾਲੀਆ ਸਾਹਿਬ, ਮੈਨੂੰ ਐਂ ਲੱਗਦਾ ਕਿ ਇੱਕ ਪਾਸੇ ਤਾਂ ਉਹ ਲੋਕ ਨੇ ਜਿਹੜੇ ਜਾਨ ਗਵਾਉਂਦੇ ਆ ਪਰ ਦੇਸ਼ ਦੇ ਲਈ ਗਵਾਉਂਦੇ ਆ, ਕੌਮ ਲਈ ਗਵਾਉਂਦੇ ਆ, ਮਨੁੱਖਤਾ ਲਈ ਗਵਾਉਂਦੇ ਆ, ਉਹਨਾਂ ਨੂੰ ਤਾਂ ਸਰਕਾਰ ਵੀ ਕਹਿੰਦੀ ਕਰੋੜ ਦੇ ਦਿੰਦੇ ਆ, ਉਹਨਾਂ ਨੂੰ ਤਾਂ ਸਲਾਮੀ ਵੀ ਦਿੱਤੀ ਜਾਂਦੀ ਹੈ, ਉਹਨਾਂ ਦੇ ਤਾਂ ਭੋਗ ਦੇ ਉੱਤੇ ਵੀ ਹਜ਼ਾਰਾਂ ਲੋਕ ਆਉਂਦੇ ਨੇ, ਉਹਨਾਂ ਨੂੰ ਤਾਂ ਸਲੂਟ ਕਰਦੇ ਆ, ਸਾਰੇ ਪਰਿਵਾਰ ਦੇ ਉੱਤੇ ਮਾਣ ਕਰਦੇ ਆ। ਤੇ ਜੇ ਆਪਾਂ ਇਸ ਵੇਲੇ ਕਹੀਏ ਜੇ ਉਹ ਗੱਲ ਸੱਚ ਹੈ, ਤੇ ਤੁਸੀਂ ਆਪ ਮੀਡੀਆ ਦੇ ਸਾਹਮਣੇ ਵੀ ਮੂੰਹ ਲੁਕੋ ਕੇ ਆਉਂਦੇ ਹੋ। ਹੁਣ ਮੰਨ ਲਓ ਕਿ ਉਹ ਪਰਿਵਾਰ ਦੇ 2 ਜੀਅ ਚਲੇ ਗਏ, ਉਹ ਜਿਹੜੇ ਪਰਿਵਾਰ ਦਾ ਮੁੰਡਾ ਚਲੇ ਗਿਆ, ਉਸ ਪਰਿਵਾਰ ਨੂੰ ਮੁੰਡਾ ਚਾਹੀਦਾ, ਉਹਨੂੰ ਰੁਪਈਏ ਨਹੀਂ ਚਾਹੀਦੇ। ਮੰਨ ਲਓ ਕਿ ਅੱਜ ਸਿੱਧੂ ਮੂਸੇਵਾਲਾ ਪਰਿਵਾਰ ਦਾ ਜੀ ਹੈ ਨਹੀਂ, ਉਹਦੇ ਪਰਿਵਾਰ ਕੋਲ ਬਥੇਰੇ ਪੈਸੇ ਨੇ, ਕੋਈ ਘਾਟ ਹੈ, ਬਥੇਰੀ ਪ੍ਰਾਪਰਟੀ ਹੈ, ਪਰ ਉਹਨਾਂ ਨੂੰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਚਾਹੀਦਾ, ਰੁਪਈਏ ਨਹੀਂ ਚਾਹੀਦੇ। ਅੱਜ ਪੁੱਛ ਕੇ ਦੇਖ ਲਓ ਉਹਦੇ ਮਾਂ-ਬਾਪ ਨੂੰ, ਤੁਹਾਡਾ ਮੁੰਡਾ ਮੋੜ ਲਿਆਈਏ, ਉਹ ਕਹਿਣਗੇ ਜੀ ਸਭ ਕੁਝ ਲੈ ਲਓ, ਮੁੰਡਾ ਦੇ ਦਿਓ। ਇੱਦਾਂ ਹੀ ਤੁਸੀਂ ਅੱਜ ਲੱਖ ਰੁਪਈਏ ਦੇ ਦਿਓ, ਤੁਸੀਂ ਕਰੋੜ ਰੁਪਈਏ ਦੇ ਦਿਓ, ਉਹ ਜਿਹੜਾ ਪੁਰਾਣਾ ਘਰ ਦੇ ਵਿੱਚ ਜਗਰੂਪ ਰੂਪਾ ਖੇਡਦਾ ਹੋਊਗਾ, ਜਿਹਨੂੰ ਸਕੂਲ ਉਹਦੀ ਮਾਤਾ ਜੂੜਾ ਕਰਕੇ ਉਹਦੇ ਕੇਸ ਬੰਨ੍ਹ ਕੇ, ਕੇਸਕੀ ਬੰਨ੍ਹ ਕੇ ਭੇਜਦੀ ਹੋਊਗੀ, ਉਹ ਮਨਪ੍ਰੀਤ ਮੰਨੂ ਜਿਹੜੇ ਘਰ ਆਉਂਦੇ ਹੋ ਜਦੋਂ ਕੁੰਡਾ ਖੜਕਾਉਂਦਾ ਹੋਊਗਾ ਤੇ ਮਾਂ ਤਾਂ ਫੁੱਲ ਜਾਂਦੀ ਹੋਣੀ, ਮੇਰਾ ਪੁੱਤ ਫੜ ਕੇ ਆ ਗਿਆ। ਉਹਨਾਂ ਨੂੰ ਉਹ ਚਾਹੀਦਾ, ਉਹਨਾਂ ਨੂੰ ਤੁਹਾਡੇ ਰੁਪਈਏ ਥੋੜੀ ਚਾਹੀਦੇ, ਤੁਸੀਂ ਕਦੋਂ ਦੇਣ ਜਾਓਗੇ ਦੱਸੋ? ਤੁਸੀਂ ਤਾਂ ਆਪ ਨਹੀਂ ਸਾਹਮਣੇ ਆ ਰਹੇ। ਜਾਣੀ ਇਸ ਕਰਕੇ ਇਹ ਮੱਤ ਦੇਖਿਓ, ਕਿਤੇ ਸੋਸ਼ਲ ਮੀਡੀਆ ਤੇ ਇਹੀ ਗੱਲਾਂ ਵਾਇਰਲ ਹੋ ਜਾਂਦੀਆਂ, ਦੇਖਿਆ ਉਹ ਕਹਿੰਦੇ ਸਾਥ ਦੇਾਂਗੇ, ਕਿੱਦਾਂ ਦੇਣਗੇ ਸਾਥ? 2 ਬੰਦੇ ਤਾਂ ਕਹੀ ਜਾਂਦੇ ਆ, ਸਾਡਾ ਮੁੜ ਕੇ ਟੈਲੀਫੋਨ ਵੀ ਨਹੀਂ ਚੱਕਿਆ। ਇਹ ਗੱਲ ਦੇਖੋ, ਜੋ ਵੀ ਉਹ ਸਾਰੀ ਘਟਨਾਕ੍ਰਮ ਵਾਪਰਿਆ, ਉਹਦੇ 'ਚ ਇੱਕ ਗੱਲ ਤੇ ਪੱਕੀ ਹੈ ਕਿ ਵੀ
ਕੁਛ ਨਾ ਕੁਛ ਤੇ ਸੀਗਾ ਆਪਸ ਦੇ ਵਿੱਚ ਲਿੰਕ ਚੱਲਦਾ, ਨਹੀਂ ਤੇ ਜਦੋਂ ਪਿਛਲੇ ਦਿਨ ਇੱਕ ਇਹ ਵੀ ਚਰਚਾ ਚੱਲੀ ਜਾਂਦੀ ਸੀ ਨਾ ਵੀ ਉਹਨਾਂ ਨੂੰ ਤਾਂ ਪੰਜਾਬ ਛੱਡ ਕੇ ਚਲੇ ਜਾਣਾ ਚਾਹੀਦਾ ਸੀ, ਉਹ ਪੰਜਾਬ ਕੀ ਕਰਦੇ ਸੀ। ਫਿਰ ਕੋਈ ਇੱਕ ਮੇਰਾ ਖਿਆਲ ਇਹ ਵੀ ਲਿੰਕ ਵਿੱਚ ਕਿਹਾ ਜਾਂਦਾ ਸੀ ਵੀ ਸ਼ਾਇਦ ਉਹ ਨਸ਼ੇ ਦੇ ਆਦੀ ਸੀਗੇ ਤੇ ਜੇ ਪੰਜਾਬੋਂ ਬਾਹਰ ਚਲੇ ਜਾਂਦੇ ਤੇ ਮਿਲਣਾ ਨਹੀਂ ਸੀ ਜਾਂ ਮਿਲਦਾ ਨਹੀਂ ਹੋਊਗਾ, ਇਸੇ ਕਰਕੇ ਉਹ ਮੁੜ ਕੇ ਉੱਥੇ ਆ ਗਏ ਵੀ ਇੱਥੇ ਆਪਣੇ ਲਿੰਕ ਹੈਗੇ, ਬੰਦਾ ਸਪਲਾਈ ਵੀ ਕਰ ਦਿੰਦਾ। ਹੁਣ ਦੇਖੋ ਇਹ ਵੀ ਇੱਕ ਚੀਜ਼ ਦੇਖਣ ਵਾਲੀ ਆ ਵੀ ਜਿਹੜੇ ਬੰਦੇ ਨੂੰ ਇਹ ਆਦਤ ਪੈ ਗਈ, ਆਪਾਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਵੀ ਜਿਹੜਾ ਬੰਦਾ ਨਸ਼ੇ ਵਾਲੇ ਰਾਹ ਤੇ ਚਲੇ ਜਾਂਦਾ ਉਹਨੂੰ ਵੈਸੇ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ। ਆਪਾਂ ਆਮ ਪਹਿਲਾਂ ਕਹਾਣੀਆਂ ਸੁਣਿਆ ਫਲਾਣੇ ਨੇ ਭਾਂਡੇ ਵੇਚਤੇ, ਆਹ ਵੇਚਤਾ ਉਹ ਵੇਚਤਾ ਜੀ, ਮਾਰਕੁੱਟ ਕਰਦਾ, ਉਹਨੂੰ ਰਿਸ਼ਤਿਆਂ ਨਾਲ ਕੋਈ ਲੈਣਾ ਦੇਣਾ ਨਹੀਂ, ਨਸ਼ੇ ਨਾਲ ਮਤਲਬ ਹੈ। ਹੁਣ ਤੁਸੀਂ ਇਹ ਦੇਖੋ ਵੀ ਜੇ ਇਹੋ ਜਿਹੇ ਰਾਹ ਤੇ ਬੰਦਾ ਤੁਰ ਪਿਆ, ਉਹਨੂੰ ਨਸ਼ੇ ਦੀ ਤੋੜ ਲੱਗੀ ਹੈ ਤੇ ਉਹਨੂੰ ਆਖੀ ਆ ਵੀ ਤੂੰ ਫਲਾਣੇ ਨੂੰ ਮਾਰ ਦੇ ਫੇਰ ਮਿਲ ਜੂ, ਪੱਕੀ ਗੱਲ ਸਾਰੀ ਜ਼ਿੰਦਗੀ ਦਾ ਤੇਰਾ ਨਸ਼ਾ ਫਰੀ, ਤੂੰ ਫਲਾਣਾ ਮਾਰ ਦੇ, ਉਹਨੂੰ ਤੇ ਚਾਹੀਦਾ, ਉਹਨੂੰ ਤੇ ਤੋੜ ਲੱਗੀ ਹੈ। ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੇ ਵੀ ਲੋਕ ਇਹ ਸਾਰੇ ਕੇਸ ਨੂੰ, ਖਾਸ ਕਰਕੇ ਅਲੜ ਉਮਰ ਦੇ ਨੌਜਵਾਨ ਮੁੰਡੇ ਕੁੜੀਆਂ, ਉਹ ਇਹ ਜ਼ਰੂਰ ਦੇਖਣ ਵੀ ਉਹਨਾਂ ਦੇ ਨਾਲ ਵਾਪਰ ਕੀ ਰਿਹਾ ਤੇ ਕੀ ਉਹਨਾਂ ਦਾ ਭਵਿੱਖ ਅਗਲੇ ਪਾਸੇ ਕਿਸੇ ਪਾਸਿਓਂ ਕੋਈ ਨਿੱਕੀ ਮੋਟੀ ਰੌਸ਼ਨੀ ਵੀ ਆਉਂਦੀ ਆ। ਕਿਉਂਕਿ ਜਿਸ ਰਾਹ ਤੇ ਉਹਨਾਂ ਨੂੰ ਤੋਰ ਲਿਆ, ਜੇ ਪੁਲਿਸ ਦੀ ਗੋਲੀ ਨਾ ਸਹੀ ਤੇ ਜਿਹੜੀ ਚੀਜ਼ ਦਾ ਉਹ ਸੇਵਨ ਕਰਦੇ ਆ, ਉਹਨੇ ਕਿੰਨੇ ਕੁ ਸਾਲ ਜੀਣ ਦੇਣਾ। ਸੋ ਇਹ ਜੋ ਕੁਝ ਵੀ ਚੱਲਦਾ ਪਿਆ, ਮੈਨੂੰ ਲੱਗਦਾ ਵੀ ਇੱਕ ਗੱਲ ਤੇ ਪੱਕੀ ਹੈ ਕਿ ਵੀ ਪਹਿਲਾਂ ਇਸ ਪਾਸੇ ਤੋਰਿਆ ਜਾਂਦਾ, ਉਹਨੂੰ ਐਵੇਂ ਮਤਲਬ ਗੂੰਗਾ ਬੋਲਾ ਜਾਂ ਕਮਲਾ ਜਾਂ ਕਰ ਲਿਆ ਜਾਂਦਾ ਤੇ ਫਿਰ ਉਹਨੂੰ ਆਪਣੇ ਹਿਸਾਬ ਨਾਲ ਵਰਤਿਆ ਜਾਂਦਾ। ਨਹੀਂ ਤੁਸੀਂ ਆਪ ਸੋਚੋ ਨਾ ਵੀ ਉੱਥੇ ਘਿਰ ਕੇ ਵੀ ਉਹਨਾਂ ਨੂੰ ਇਹ ਜਾਪਦਾ ਵੀ ਅਸੀਂ ਤੈਨੂੰ ਦਿਖਾਉਣਾ ਵੀ ਭਾਈ ਸਾਹਿਬ ਦੇਖ ਅਸੀਂ ਕੀ ਕਰ ਸਕਦੇ, ਕਰ ਕੀ ਸਕਦੇ ਦੱਸੋ। ਪਤਾ ਤੇ ਉਹਨਾਂ ਨੂੰ ਵੀ ਸੀਗਾ ਵੀ ਅੱਧਾ ਘੰਟਾ ਨਹੀਂ, ਘੰਟਾ ਨਹੀਂ, 2 ਘੰਟੇ ਅੜ ਜਾਵਾਂਗੇ, ਅਖੀਰ ਤੇ ਮਰਨਾ ਹੀ ਹੈ। ਮਰਨਾ ਹੀ ਨਹੀਂ, ਅੰਤ ਇੱਥੇ ਹੀ ਆ। ਅੰਤ ਇੱਥੇ ਹੀ ਆ। ਦੇਖੋ ਮੂੰਹ ਲਕਾਉਣਾ, ਮਰਨਾ, ਹਥਿਆਰ ਕੋਲ ਪਏ ਹੋਣੇ, ਇੰਨਾ ਕੀ ਕੰਮ ਹੈ। ਕਿੰਨੇ ਕੁ ਸਮਾਜ ਵਿਰੋਧੀ ਅਨਸਰਾਂ ਦੇ ਨਾਂ ਲੋਕਾਂ ਨੂੰ ਅੱਜ ਚੇਤੇ ਆ, ਉਹਨਾਂ ਦੇ ਪਰਿਵਾਰਾਂ ਦੇ ਕੀ ਹਾਲਾਤ ਨੇ, ਮੁੜ ਕੇ ਕੋਈ ਪੁੱਛਦਾ। ਇੱਕ ਸੰਧਾਲੀਆ ਸਾਹਿਬ ਇੱਥੇ ਗੱਲ ਜਿਹੜੀ ਬਹੁਤ ਅਹਿਮ ਹੈ ਕਰਨ ਵਾਲੀ ਕਿ ਹੁਣ ਨਾ 3-3 ਘੰਟੇ ਮੇਰੇ ਖਿਆਲ ਸਾਰੇ ਪੰਜਾਬ 'ਚ ਇੱਕੋ ਵੇਲੇ ਨਾਕੇਬੰਦੀ ਹੁੰਦੀ ਆ। ਪਿੱਛੇ ਇੱਕ ਵੀਡੀਓ ਆਈ ਸੀ ਮੇਰੇ ਖਿਆਲ ਪਟਿਆਲੇ ਜ਼ਿਲ੍ਹੇ ਦੀ ਹੈ ਕਿ ਬੱਸ ਅੱਡੇ ਦੇ ਉੱਤੇ ਚੈਕਿੰਗ ਕਰਦੇ ਆ, ਮੁੰਡਿਆਂ ਨੂੰ ਇੱਦਾਂ ਖੋਲ ਕੇ ਬੈਗ ਦਿਖਾਓ ਕਿ ਉੱਥੋਂ ਪਿਸਤੌਲ ਫੜਿਆ ਜਾਂਦਾ, ਬੰਦਾ ਬੱਸ ਅੱਡੇ ਦੇ ਪਿਸਤੌਲ ਲੈ ਖੜਾ। ਇਹ ਚੈਕਿੰਗ ਲਗਾਤਾਰ ਹੁੰਦੀ ਰਹਿਣੀ ਚਾਹੀਦੀ ਸੀ, ਪਹਿਲਾਂ ਕਿਉਂ ਨਹੀਂ ਹੁੰਦੀ ਰਹੀ? ਆ ਵੀ ਜਾਰੀ ਰੱਖਣ ਲਗਾਤਾਰ, ਇਹ ਨਾ ਹੁਣ ਕਿ ਅੱਜ ਹੁਣ ਪ੍ਰੈਸ਼ਰ ਆ ਸਰਕਾਰ ਦੇ ਉੱਤੇ ਤਾਂ ਚੈਕਿੰਗ ਹੁੰਦੀ ਹੈ। ਹਥਿਆਰ ਬੱਸ ਅੱਡੇ ਤੇ ਬੰਦਾ ਲਈ ਫਿਰਦਾ, ਕਾਹਤੋਂ ਲਈ ਫਿਰਦਾ? ਉਹ ਕਿਸੇ ਤੋਂ ਕੁਝ ਖੋਊਗਾ, ਕਿਸੇ ਦਾ ਕਤਲ ਕਰੂਗਾ, ਕਿਤੇ ਲੁੱਟ ਖੋਹ ਕਰੂਗਾ, ਇਹੀ ਹੈ ਨਾ। ਦੂਸਰਾ ਇਹ ਵੀ ਕਿਤੇ ਨਾ ਕਿਤੇ ਕਿ ਬੰਦੇ 10-10 ਪਰਚੇ ਪਏ ਹੋ ਆ, ਹਥਿਆਰ ਲੈ ਕੇ ਤੁਰੀ ਫਿਰਦੇ ਆ, ਕਿਸੇ ਨਾ ਕਿਸੇ ਨੇ ਇੰਸਟਰਕਸ਼ਨਾਂ ਦਿੱਤੀਆਂ ਹੋਣਗੀਆਂ ਨਾ ਕਿ ਭਾਈ ਕੋਈ ਗੱਲ ਨਹੀਂ, ਢਿੱਲ ਰੱਖੋ ਆਪਣਾ ਬੰਦਾ। ਕੌਣ ਇਹਨਾਂ ਤੋਂ ਕੰਮ ਕਰਾਉਂਦਾ ਸੀ? ਕਿੰਨੇ ਬੰਦੇ ਨੇ ਜਿਹੜੇ ਮੁੱਖ ਧਾਰਾ ਦੇ ਵਿੱਚ ਆਏ ਆ, ਉਹ ਕਹਿੰਦੇ ਹੁੰਦੇ ਆ ਜੀ ਸਾਡਾ ਫਲਾਣੇ ਰਾਜਸੀ ਲੀਡਰ ਨਾਲ ਨੇੜ ਸੀ, ਉਹੀ ਸਾਨੂੰ ਇੱਧਰ ਨੂੰ ਲੈ ਕੇ ਆਇਆ ਸੀ, ਉਹ ਸਾਡੇ ਤੋਂ ਆਹ ਕੰਮ ਕਰਾਉਂਦਾ ਸੀ। ਕੋਈ ਜ਼ਮੀਨਾਂ ਦਾ ਵੀ ਕੰਮ ਕਰਦੇ ਸੀ, ਕਈ ਧਮਕਾਉਣ ਦਾ ਕੰਮ ਕਰਦੇ ਸੀ, ਕਈ ਕੁਛ ਕਰਦੇ ਸੀ। ਜਾਣੀ ਸਿਰ ਤੇ ਹੱਥ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ। ਇਹ ਕੰਮ ਉੱਪਰੋਂ ਥੱਲੇ ਤੱਕ ਚੱਲਦਾ। ਕਈ ਪਿੰਡਾਂ ਦੇ ਵਿੱਚ ਇੰਨੇ ਮਾੜੇ ਬੰਦੇ ਹੁੰਦੇ ਆ, ਉਹ ਪਤਾ ਕਹਿੰਦੇ ਹੁੰਦੇ ਕਿਸੇ ਦੀ ਕਿਸੇ ਨਾਲ ਲੜਾਈ ਹੋ ਜਾਏ, ਉਹਨਾਂ ਨੂੰ ਹੁੰਦਾ ਕਿ ਧੜੇ ਬਣਨਗੇ ਤਾਂ ਚੰਗਾ। ਅੱਛਾ, ਤੁਹਾਡੇ ਨਾਲ ਇੱਦਾਂ ਧੱਕਾ ਕੀਤਾ, ਤੁਹਾਡਾ ਬਾਪ, ਤੁਹਾਡਾ ਦਾਦਾ, ਤੁਹਾਡੇ ਫਲਾਣੇ, ਉਹ ਤਾਂ ਬੜੇ ਸ਼ਰੀਫ ਆਦਮੀ ਸੀ, ਇਹਨੇ ਮੈਨੂੰ ਪਤਾ ਧੱਕੇ ਧੁੱਕੇ ਮਾਰੇ ਆ, ਉਹ ਤੁਹਾਨੂੰ ਦੱਸਦਾ ਨਹੀਂ ਆ ਕੇ ਮੁੰਡਿਓ, ਤੋੜਦੇ ਲੱਤਾਂ ਬੈਠਾ ਮੈਂ ਆਪੇ ਦੇਖ ਲੂੰ, ਥਾਣੇ ਕਚਹਿਰੀ ਕੀ ਹੁੰਦਾ ਹੈਗਾ ਵਕੀਲ ਆਪਣਾ, ਲੱਤਾਂ ਤਰਾ ਦਿਓ, ਮੁੜ ਕੇ ਆਉਣੀ ਚਲ ਜਾਓ, ਜ਼ਮੀਨ ਮੁੜ ਕੇ ਗਹਿਣੇ ਪਾ ਲਓ। ਜਾਣੀ ਇੱਦਾਂ ਦੇ ਬਹੁਤ ਬੰਦੇ ਹੁੰਦੇ, ਹੇਠੋਂ ਉੱਪਰ ਤੱਕ ਲਗਾਤਾਰ ਕੰਮ ਚੱਲੇ ਜਾਂਦਾ। ਇਹ ਸਾਡੀ ਸੋਝੀ ਹੈ ਕਿ ਅਸੀਂ ਆਪਣੇ ਆਪ ਨੂੰ ਕਿੱਥੇ ਰੱਖਣਾ। ਤਾਂ ਚਲੋ ਗੱਲ ਉੱਥੋਂ ਸ਼ੁਰੂ ਹੋਈ ਸੀ ਵੀ ਸਰਕਾਰ ਕਹਿੰਦੀ ਵੀ ਅਸੀਂ ਹੁਣ ਸਖਤੀ ਕਰਨੀ ਆ ਤੇ ਆਪਾਂ ਇਹ ਸਾਰੇ ਕੁਛ ਨੂੰ ਠੱਲ ਪਾਉਣੀ ਆ। ਚਲੋ ਜੋ ਆਂਦੇ ਆ ਵੀ ਅਸੀਂ ਸਖਤੀ ਕਰਾਂਗੇ ਜਾਂ ਉਹਨਾਂ ਕੋਲੇ ਪਲਾਨ ਆ, DGP ਸਾਹਿਬ ਵੀ ਕਹਿੰਦੇ ਵੀ ਅਸੀਂ ਇਹਨੂੰ ਰੋਕਣਾ, ਮੁੱਖ ਮੰਤਰੀ ਸਾਹਿਬ ਕਹਿੰਦੇ ਆ, ਮੰਤਰੀ ਸਾਹਿਬ ਕਹਿੰਦੇ ਆ। ਜੇ ਕਰ ਲੈਣ ਤੇ ਚੰਗੀ ਗੱਲ, ਆਉਂਦੇ 2-3 ਮਹੀਨਿਆਂ 'ਚ ਲੋਕਾਂ ਨੂੰ ਨਤੀਜਾ ਜਦੋਂ ਸਾਹਮਣੇ ਆ ਗਿਆ, ਆਪੇ ਹੀ ਲੋਕਾਂ ਨੂੰ ਪਤਾ ਲੱਗ ਜੂ ਵੀ ਹਾਂ ਯਾਰ ਵਾਕਿਆ ਕੁਛ ਹੋ ਰਿਹਾ। ਤੇ ਜੇ ਸਾਰਾ ਕੁਝ ਉਸੇ ਤਰ੍ਹਾਂ ਚੱਲਦਾ ਰਿਹਾ ਤੇ ਫਿਰ ਤੁਹਾਨੂੰ ਪਤਾ ਹੈ ਵੀ ਲੋਕ ਕਿਹੜਾ ਵੀ ਅੱਜ ਕੱਲ੍ਹ ਚੁੱਪ ਰਹਿਣ ਵਾਲੇ ਆ। ਲੋਕ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਉਦੋਂ ਫਿਰ ਉਹ ਆਪਣਾ ਨਤੀਜਾ ਦੱਸ ਦਿੰਦੇ, ਆਰਾਮ ਨਾਲ ਦੱਸ ਦਿੰਦੇ ਜੀ। ਉਸ ਵੇਲੇ ਤਾਂ ਗਜ਼ਟ ਦੇਖਣ ਦੀ ਵੀ ਲੋੜ ਨਹੀਂ, ਜਾ ਕੇ ਵੈਬਸਾਈਟ ਤੋਂ ਚੈੱਕ ਕਰਨ ਦੀ ਲੋੜ ਨਹੀਂ, ਫੀਲ ਹੋਣ ਲੱਗ ਪੈਂਦਾ, ਮਹਿਸੂਸ ਹੋਣ ਲੱਗ ਪੈਂਦਾ। ਫਿਰ ਬੱਸ ਹੀ ਹੋ ਜਾਂਦੀ ਆ, ਚਾਹੇ ਤੁਸੀਂ ਝਾਫਾ ਕਰੋ, ਚਾਹੇ ਤੁਸੀਂ ਕਟਾਦਾਨ ਕਰੋ, ਚਾਹੇ ਕੁਛ ਕਰੋ, ਫੇਰ ਨਹੀਂ ਪਤਾ ਲੱਗਦਾ ਕਿ ਕਹਾਣੀ ਕੱਟੇ ਦਾ ਨਾਂ ਕਿਉਂ ਲਿਆ। ਫਿਰ ਆਹ ਪਹਿਲਾਂ ਤੁਸੀਂ ਨਾਂ ਲਿਆ ਪੈਚ ਵਰਕ ਦਾ, ਹੁਣ ਤੁਸੀਂ ਕੱਟੇ ਦਾ ਨਾਂ ਲਿਆ। ਨਹੀਂ, ਦੁਨੀਆ ਤੇ ਕੱਟਾ ਨਹੀਂ ਹੁੰਦਾ। ਨਹੀਂ ਹੁੰਦਾ, ਤੁਹਾਡੇ ਲਈ ਕੋਈ ਕੀਮਤ ਨਹੀਂ। ਮਾੜੇ ਬੰਦੇ ਨੂੰ ਪੁੱਛ ਕੇ ਦੇਖੋ ਕੱਟੇ ਦੀ ਕੀ ਕੀਮਤ ਹੈ। ਨਹੀਂ, ਪਰ ਉਦੋਂ ਬਾਅਦ ਜਿਹੜੀ ਚਰਚਾ ਇਹ ਵੀ ਚੱਲੀ, ਉਹ ਕਹਿੰਦੇ ਵੀ ਜਦੋਂ ਤੁਹਾਨੂੰ ਪਤਾ ਹੈ ਵੀ ਕੇਸ ਵੱਡਾ ਤੇ ਝੋਟਾ ਕਰ ਲੈਂਦੇ ਤਾਂ ਤੁਸੀਂ ਮੈਨੂੰ ਗੱਲ ਸੁਣੋ, ਤੁਸੀਂ ਸਾਨੂੰ ਸਾਡਾ ਅਧਿਕਾਰ ਖੇਤਰ ਦੱਸ ਦਿਓ ਕੀ ਆ। ਜੇ ਅਸੀਂ ਬੱਕਰੀ ਦਾ ਨਾਂ ਲਈਏ ਤੁਸੀਂ ਤਾਂ ਔਖੇ, ਜੇ ਕੱਟੇ ਦਾ ਨਾਂ ਲਈਏ ਤੁਸੀਂ ਤਾਂ ਜਾਣੀ ਸਹੀ ਕੀ ਕਹਿ ਸਕਦੇ। ਲਿਸਟ ਬਣਾ ਕੇ ਦੇ ਦਿਓ ਭਰਾ, ਆਮ ਬੰਦੇ ਦੀ ਕੋਈ ਜ਼ਿੰਦਗੀ। ਤੁਸੀਂ ਤਾਂ ਜਿਉਂਦੇ ਜਾਗਦੇ ਜਿਹੜੇ ਜੀਵ ਨੇ ਉਹਨਾਂ ਦੇ ਵੀ ਨਾਂ ਨਹੀਂ ਲੈਣ ਦਿੰਦੇ। ਨਹੀਂ, ਜੇ ਤੁਸੀਂ ਲਓ ਰਿਕਸ਼ੇ ਦਾ ਨਾਂ ਲਓ। ਨਹੀਂ, ਮੈਂ ਨਹੀਂ ਲੈਣਾ। ਹਾਥੀ ਦਾ ਵੀ ਲੈ ਦਿੰਦੇ, ਹਾਥੀ ਦਾ ਬਿਲਕੁਲ ਨਾਂ ਨਹੀਂ ਲੈਣਾ। ਚਲੋ ਸੰਧਾਲੀਆ ਸਾਹਿਬ, ਸਿਆਸੀ ਗੱਲਾਂ ਵਾਲੇ ਪਾਸੇ ਨੂੰ ਆਪਾਂ ਫੇਰ ਇੱਕ ਵਾਰੀ ਮੁੜੀਏ। ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪੱਤਰਕਾਰਾਂ ਨੇ ਪੁੱਛਿਆ, ਕੀ ਪੁੱਛਿਆ ਉਹ ਦੱਸਣ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਮਨਪ੍ਰੀਤ ਸਿੰਘ ਇਆਲੀ ਹੋਰਾਂ ਨੇ ਜਦੋਂ ਕਿਹਾ ਸੀ ਮੈਂ ਨਹੀਂ ਵੋਟ ਪਾਉਂਦਾ, ਬਾਈਕਾਟ ਕਰਦਾ, ਮੇਰੇ ਤੋਂ ਸਲਾਹ ਨਹੀਂ ਲਈ,
ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਤਬਦੀਲੀ ਦੀ ਲੋੜ ਹੈਗੀ ਹੈ, ਅਸੀਂ ਐਵੇਂ ਨਹੀਂ 3 ਸੀਟਾਂ ਤੇ ਆ ਗਏ। ਬੜਾ ਚਰਚਾ ਚੱਲੀ, ਬਹੁਤ ਕੁਝ ਹੋਇਆ, 1-2 ਹੋਰ ਬੰਦੇ ਵੀ ਉਹਨਾਂ ਦੇ ਹੱਕ 'ਚ ਬੋਲੇ, ਪਰ ਹਫ਼ਤਾ ਹੋ ਗਿਆ ਉਸ ਗੱਲ ਨੂੰ, ਕੋਈ ਵੱਡੀ ਲਹਿਰ ਨਹੀਂ ਚੱਲੀ। ਜੇ ਆਪਾਂ ਕਹੀਏ ਪਾਰਟੀ 2 ਫੜ ਹੋਊਗੀ, ਪਾਰਟੀ ਟੁੱਟ ਭੱਜ ਹੋਊਗੀ, ਜਾਂ ਹਰ ਜ਼ਿਲ੍ਹੇ ਦੇ ਵਿੱਚੋਂ ਬਗਾਵਤ ਦੇ ਸੁਰ। ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪੁੱਛਿਆ, ਪਾਰਟੀ ਦੇ ਪ੍ਰਧਾਨ ਨੇ, ਮੈਂਬਰ ਪਾਰਲੀਮੈਂਟ ਨੇ, ਅੱਜ ਕੱਲ੍ਹ ਸਰਗਰਮ ਨੇ ਕਿਉਂਕਿ ਇਲੈਕਸ਼ਨ ਵੀ ਨੇੜੇ ਆ, ਉਹਨਾਂ ਨੂੰ ਪੁੱਛਿਆ ਜੀ ਕਿਵੇਂ ਸੁਖਬੀਰ ਸਿੰਘ ਬਾਦਲ ਜੀ, ਮਨਪ੍ਰੀਤ ਸਿੰਘ ਇਆਲੀ ਸਾਹਿਬ ਨੂੰ ਤੁਸੀਂ ਵਿਧਾਨਕਾਰ ਦਲ ਦਾ ਨੇਤਾ ਬਣਾਇਆ ਤੇ ਉਹ ਤਾਂ ਇਦਾਂ ਕਹਿੰਦੇ ਆ, ਉਹਨਾਂ ਨੇ ਕਿਹਾ ਜੀ ਮੇਰੇ ਤੋਂ ਸਲਾਹ ਨਹੀਂ ਲਈ ਗਈ, ਪਾਰਟੀ ਦੇ ਵਿੱਚ ਤਬਦੀਲੀ ਦੀ ਲੋੜ ਹੈ। ਉਹ ਕਹਿੰਦੇ ਕਿਸੇ ਇੰਡੀਵਿਜੂਅਲ ਬੰਦੇ ਦੀ ਜੇ ਰਾਏ ਹੈ ਕੋਈ, ਤੇ ਅਸੀਂ ਉਹ 'ਤੇ ਜਵਾਬ ਕਾਹਤੋਂ ਦਈਏ, ਇੱਕ ਵਿਅਕਤੀਗਤ ਬੰਦੇ ਦੀ ਰਾਏ ਹੈ। ਇਹ ਗੱਲ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਠੀਕ ਹੈ ਕਿ ਉਹ ਇਆਲੀ ਸਾਹਿਬ ਦੀ ਵਿਅਕਤੀਗਤ ਰਾਏ ਹੈ, ਪਰ ਉਹ ਤੁਹਾਡੀ ਪਾਰਟੀ ਦੇ MLAs ਦੇ ਗਰੁੱਪ ਦੇ ਲੀਡਰ ਨੇ। ਜਦੋਂ ਅਕਾਲੀ ਦਲ ਦੇ ਬਹੁਤੇ ਬੰਦੇ ਹਾਰ ਗਏ, ਉਹ ਜਿੱਤੇ ਨੇ, ਉਹਦੇ ਤੋਂ ਵੱਡੀ ਗੱਲ ਹੈ ਕਿ ਉਹ ਤੁਹਾਡੇ 33% MLA ਵੀ ਆ। ਯਾਨੀ ਠੀਕ ਹੈ ਵਿਅਕਤੀਗਤ ਰਾਏ ਆ ਉਹਨਾਂ ਦੀ, ਉਹ ਤਾਂ ਹਰ ਜਗ੍ਹਾ ਮੁੜ ਕੇ ਵੀ ਕਹੀ ਜਾਂਦੇ ਆ, ਉਹ ਤਾਂ ਉਰੇ ਪਰੇ ਹੋਏ ਨਹੀਂ ਉਸ ਗੱਲ ਤੋਂ। ਪਰ ਅਕਾਲੀ ਦਲ ਵੀ ਐਕਸ਼ਨ ਨਹੀਂ ਲੈ ਰਿਹਾ, ਕਾਂਗਰਸ ਵੀ ਬਹੁਤ ਸਾਰੇ ਲੀਡਰਾਂ ਤੇ ਐਕਸ਼ਨ ਲਿਆ। ਇਹਦਾ ਮਤਲਬ ਉਹਨਾਂ ਨੂੰ ਪਤਾ ਕਿ ਐਕਸ਼ਨ ਲਿਆ ਬੰਦੇ ਬਾਹਰ ਜਾਣਗੇ, ਉਹ ਤਾਂ ਅੱਗੇ ਨਹੀਂ ਰੋਕਣ ਦੇ, ਅੱਗੇ ਬਾਹਰ ਜਾਣ। ਐਕਸ਼ਨ ਦਾ ਰਿਐਕਸ਼ਨ ਹੋ ਸਕਦਾ। ਉਹਨੇ ਚਲੋ ਇੱਕ ਗੱਲ ਤਾਂ ਹੈਗੀ ਹੈ ਕਿ ਵੀ ਅਕਾਲੀ ਦਲ ਦੇ ਵਿੱਚ ਜੋ ਕੁਝ ਵੀ ਚੱਲ ਰਿਹਾ, ਮੈਨੂੰ ਲੱਗਦਾ ਹੈ ਕਿ ਵੀ ਜੇ ਸਾਰੇ ਕੁਝ ਨੂੰ ਮੋੜਾ ਪਾ ਲਿਆ ਜਾਵੇ ਤੇ ਚੰਗੀ ਗੱਲ ਹੈ, ਕਿਉਂਕਿ ਜਿਸ ਹਿਸਾਬ ਨਾਲ ਅਜਿਹਾ ਜਿਹੋ ਜਿਹਾ ਮਾਹੌਲ ਹੈ, ਇਹ ਤੇ ਸ਼ੁਰੂਆਤ ਹੋਈ ਹੈ। ਤੇ ਜਿੱਦਾਂ ਆਮ ਆਦਮੀ ਪਾਰਟੀ ਵਾਲੇ ਆਂਦੇ 5 ਸਾਲਾਂ 'ਚ ਵੱਟ ਕੱਢਦੇ ਨੇ, ਕੱਢਦੇ ਨਹੀਂ ਕੱਢਦੇ ਟਾਈਮ ਦੱਸੂਗਾ, ਤੇ ਇਹ ਨਾ ਹੋਵੇ ਪਰ 27 ਤੱਕ ਜਾਂਦੇ ਬਹੁਤ ਦੇਰ ਹੋ ਜਾਵੇ, ਹੈ ਨਾ। ਸੋ ਵੇਲਾ ਹੈਗਾ ਵੀ ਇਹ ਸਾਰੇ ਕੁਝ ਨੂੰ ਸਾਂਭਿਆ ਜਾਵੇ। ਪਰ ਵਿੱਚ ਮੈਂ ਗੱਲਾਂ ਇਹ ਵੀ ਸੁਣਦਾ ਸੀ ਅਕਾਲੀ ਦਲ ਦੇ ਬਾਰੇ 'ਚ ਹੀ, ਅਕਾਲੀ ਦਲ ਦੇ ਲੀਡਰਾਂ ਦੇ ਵਿੱਚੋਂ ਜਾਂ ਉਹਨਾਂ ਦੇ ਜਿਹੜੇ ਵਰਕਰ ਨੇ ਆਪਸ ਜੋ ਗੱਲ ਕਰਦੇ, ਕੈਲਕੂਲੇਸ਼ਨ ਦੀ ਗੱਲ ਕਰਦੇ। ਤੁਸੀਂ ਜ਼ਿਕਰ ਕੀਤਾ ਨਾ ਵੀ ਹੋਰ ਬਗਾਵਤ ਕਿਉਂ ਨਹੀਂ ਉੱਠਦੀ, ਉਹ ਹੋਰ ਬਗਾਵਤ ਕਿੱਦਾਂ ਉੱਠੂਗੀ? ਮੰਨ ਲਓ ਕੋਈ ਪਿੰਡ ਪੱਧਰ ਆ, ਕੋਈ ਮਹੱਲਾ ਲੈਵਲ ਆ, ਜਾਂ ਕੋਈ ਸ਼ਹਿਰ ਆ। ਅਕਾਲੀ ਦਲ ਦੇ 2 ਤੋਂ 3 ਧੜੇ ਆ। ਮੰਨ ਲਓ ਤੁਸੀਂ ਵੀ ਅਕਾਲੀ ਦਲ ਦੇ ਬੰਦੇ, ਮੈਂ ਵੀ ਅਕਾਲੀ ਦਲ ਦਾ ਬੰਦਾ, ਤੁਸੀਂ ਆਨੇ ਵੀ ਇੱਦਾਂ ਕਿੱਦਾਂ ਕਰਤਾ ਪ੍ਰਧਾਨ ਜੀ ਨੇ, ਤੁਹਾਡੇ ਕੋਲ ਵੀ ਇੱਕ ਉਹ ਜਿੱਦਾਂ 10 ਵਾਲੀ ਕਾਪੀ ਦੇ ਉੱਪਰ ਕੋਈ ABC ਪ੍ਰਧਾਨ ਹੈ, ਮੈਂ ਵੀ ABC ਪ੍ਰਧਾਨ ਹਾਂ। ਤੁਸੀਂ ਜਾ ਕੇ ਉੱਥੇ ਕਿਹਾ ਕਿ ਹਾਂਜੀ ਇੱਦਾਂ, ਤੇ ਉਹਨਾਂ ਨੇ ਆਖਿਆ ਵੀ ਆਹ ਕੋਈ ਗੱਲ ਨਹੀਂ, ਇਹਦੀ 62 ਦੀ ਇੰਡੀਵਿਜੂਅਲ ਰਾਏ ਆ, ਗੱਲ ਕਰਾਂਗੇ ਤੇ, ਹੈ ਨਾ। ਉਹਨੇ ਜਦੋਂ ਮੈਂ ਚੱਲ ਗਿਆ ਉੱਥੇ, ਮੈਂ ਪ੍ਰਧਾਨ ਜੀ, ਮੈਂ ਉਹਨੂੰ ਅੱਗੇ ਆਖਿਆ ਬੰਦਾ ਠੀਕ ਨਹੀਂ ਹੈਗਾ, ਉਪਰਾਂ ਕੱਢ ਕੇ ਬਾਹਰ ਮਾਰੋ ਤੁਸੀਂ, ਇਹ ਕੋਈ ਬੰਦਾ। ਰਹੀ ਗੱਲ ਉੱਥੇ ਪ੍ਰਧਾਨ ਕੇ ਮੁੰਡਾ ਆਪਣਾ ਘੋਰ ਹੈਗਾ, ਆਪਾਂ ਬਣਾਉਣੇ ਸਰਕਲ, ਇਹ ਕਿਹੜੀ ਗੱਲ, ਮਜ਼ਬੂਤ ਕਰੋ ਤੁਸੀਂ ਪਾਰਟੀ। ਇਹੀ ਗੱਲ ਜਦੋਂ ਘੁੰਮਦੀ ਘੁਮਾਉਂਦੀ ਫਿਰ ਤੁਹਾਡੇ ਕੋਲ ਗਈ, ਤੂੰ ਕਿਹੜੇ ਕੰਮ 'ਚ ਪਿਆ ਯਾਰ, ਉਹ ਬੰਦਾ ਉਹ ਫਲਾਨਾ ਨੇੜੇ ਹੋਣ ਡਿਆ ਉਹਦੇ। ਅੱਛਾ ਚਲੋ ਕੋਈ ਗੱਲ ਨਹੀਂ, ਫਿਰ ਆਪਾਂ ਨੇ ਮਤਲਬ ਉਹ ਜਿਹੜੇ 1 ਤੋਂ ਵੱਧ ਗਰੁੱਪ ਨੇ, ਮਤਲਬ ਕਹਿਣ ਤੋਂ ਭਾਵ ਹੈ ਵੀ ਕੁਰਸੀਆਂ 10 ਨੇ, ਬੰਦੇ 50 ਨੇ, ਤੇ ਜਦੋਂ ਉੱਥੋਂ ਅਗਲਾ ਕਹਿੰਦਾ ਇੱਕ ਉੱਠਣ ਲੱਗਾ ਹੀ, ਤੇ ਉਹ 50 ਦੀ ਨਿਗਾਹ ਹੁੰਦੀ ਵੀ ਹੁਣ ਬਹਿਣਾ ਕਿੰਨੇ ਉੱਥੇ। ਇਹ ਵੀ ਇੱਕ ਕਾਰਨ ਹੈਗਾ ਵੀ ਬਗਾਵਤ ਵਾਲੇ ਪਾਸੇ ਜਾਂਦਾ ਕੋਈ ਨਹੀਂ। ਤੁਸੀਂ ਇੱਕ ਹੋਰ ਦੇਖੋ, ਮੈਂ ਸੋਚਦਾ ਸੀਗਾ ਕਿ ਹਿੱਲ ਹੀ ਨਹੀਂ ਸਕਦਾ ਕੋਈ ਬੰਦਾ, ਇੰਨਾ ਔਖਾ ਕੰਮ ਹੈ। ਬਸਪਾ ਵਾਲੇ ਆਪਣੇ ਇੱਕੋ ਇੱਕ MLA ਜਿਹੜੇ ਆ ਉਹਨਾਂ ਦੇ ਨਵੇਂ ਸ਼ਹਿਰ ਵਾਲੇ, ਉਹਨਾਂ ਦੀ ਰਾਏ ਦੇ ਮੁਤਾਬਕ ਹੀ ਚੱਲਣਗੇ, ਕਿਉਂਕਿ ਉਹ ਇੱਕ ਹਿੱਲ ਗਏ, ਉਹਨਾਂ ਨੂੰ ਤਾਂ ਕੋਈ ਰੋਕ ਵੀ ਨਹੀਂ ਸਕਦਾ ਨਾ ਕਿੱਧਰਲੇ ਪਾਸੇ ਜਾਣ। ਕੋਈ ਗੱਲ ਨਹੀਂ ਹੈਗੀ ਬਸਪਾ ਵਾਲਿਆਂ ਦੀ, ਮੈਂ ਵੈਸੇ ਗੱਲ ਕਰਦਾ, ਉਹਨਾਂ ਦੇ ਮੁਤਾਬਕ ਚੱਲਣਗੇ। ਅਕਾਲੀ ਦਲ ਦੇ ਕੋਲ 3 ਨੇ, ਪਾਰਟੀ ਕੋਈ ਕਾਰਵਾਈ ਕਰਦਾ ਜੇ ਤੁਸੀਂ ਕਿੱਦਾਂ ਗੱਲ ਕੀਤੀ, ਉਹ ਪਰੇ ਹੋ ਜਾਣ, 3 'ਚੋਂ 2 ਰਹਿ ਜਾਣ, ਉਹ BJP ਦੇ ਲਾਗੇ ਹੋ ਜਾਣ, BJP ਵਾਲੇ 2 ਤੋਂ 3 ਹੋ ਜਾਣ। ਯਾਨੀ ਤੁਸੀਂ ਦੇਖੋ ਨਾ ਕਹਾਣੀ ਇੱਥੇ ਆ। ਆਹੋ ਇਹ ਵੀ ਇੱਕ ਪੇਜ ਹੈਗਾ। ਇੱਕ ਮੈਂ ਹੋਰ ਦੱਸਦਾ, ਇਹ ਵੀ ਹੋ ਸਕਦਾ, ਮੰਨ ਲਓ ਹੋਰ ਨਹੀਂ ਕੁਛ ਵੀ ਰਿਹਾ, ਯਾਨੀ ਇੰਨਾ ਮੁਕਾਬਲਾ ਆ ਨਾ ਪਿੱਛੇ, ਉਹ 3-4 2-3 ਸੀਟਾਂ ਵਾਲੇ ਅਕਾਲੀ ਦਲ ਦੇ 3 ਨੇ, ਜੇ ਉਹ ਇੱਕ ਵਿੱਚੋਂ ਖਿਸਕ ਜਾਂਦਾ ਬੰਦਾ, 2 ਰਹਿ ਜਾਂਦੇ, BJP ਵਾਲੇ ਨੂੰ ਤੋਂ ਵੱਡੀ ਪਾਰਟੀ ਹੋ ਜਾਂਦੇ ਆ। ਜੇ ਅਕਾਲੀ ਦਲ ਵਾਲੇ ਉਹ 3 ਤੋਂ 2 ਰਹਿ ਜਾਂਦੇ, ਉਹ ਬਸਪਾ ਨੂੰ ਹੁੰਦੇ, ਉਹ ਅਕਾਲੀ ਦਲ ਦੇ ਬਰਾਬਰ ਹੋ ਜਾਂਦੇ, ਯਾਨੀ ਤਿੰਨੋਂ ਧਿਰਾਂ ਬਰਾਬਰ ਹੋ ਜਾਂਦੀਆਂ। ਫਿਰ ਬਸਪਾ, ਅਕਾਲੀ ਦਲ ਤੇ BJP, ਫਿਰ ਤੀਜੇ ਨੰਬਰ ਤੇ ਕੌਣ ਆ ਸਮਝ ਨਹੀਂ ਆਉਂਦੀ। ਹਾਂਜੀ ਚਲੋ ਕਹਾਣੀ ਇਹ ਆ ਵੀ ਇਸ ਵਕਤ ਜਿੱਥੇ ਵੀ ਜਾ ਕੇ ਪੇਜ ਫਸਿਆ, ਵੀ ਸਾਰੇ ਕੁਝ ਨੂੰ ਦਰੁਸਤ ਕਰਨ ਦੀ ਲੋੜ ਹੈ। ਆਪਾਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ, ਹੁਣ ਫੇਰ ਕਰ ਦਿੰਦੇ ਆ ਵੀ ਅਕਾਲੀ ਦਲ ਕਿਉਂਕਿ ਖੇਤਰੀ ਪਾਰਟੀ ਹੈ, ਬੜਾ ਲੰਮਾ ਚੌੜਾ ਸ਼ਾਨਾ ਮਤਾ ਇਤਿਹਾਸ ਹੈ ਜੀ, ਉਹਦਾ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਤੇ ਕਾਂਗਰਸ ਪਾਰਟੀ ਕਿਉਂਕਿ ਵਿਰੋਧੀ ਧਿਰ 'ਚ ਹੈ ਪੰਜਾਬ 'ਚ, ਉਹ ਵੀ ਤਾਕਤਵਰ ਰਹੇ, ਸ਼ਕਤੀਸ਼ਾਲੀ ਰਹੇ ਤਾਂ ਬਹੁਤ ਵਧੀਆ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਜਿੰਦਰਾ ਤਾਂ ਫੇਰ ਹੀ ਲੱਗੂਗਾ ਨਾ। ਕੋਸ਼ਿਸ਼ ਕੀਤੀ ਆ, ਮੈਨੂੰ ਲੱਗਦਾ ਕਿ ਹਾਈ ਕਮਾਂਡ ਨੂੰ ਹੁਣ ਸੁਰਤ ਆਈ ਆ ਥੋੜ੍ਹੀ ਜਿਹੀ। ਮੈਨੂੰ ਲੱਗਦਾ ਜਦੋਂ ਦਾ ਪਤਾ ਨਹੀਂ ED ਵਾਲੇ ਸੱਦਦੇ ਸੀਗੇ ਉਸ ਕੇਸ ਦੇ ਵਿੱਚ, ਜਿਹੜਾ ਸਮਾਚਾਰ ਪੱਤਰ ਵਾਲਾ ਕੇਸ ਸੀਗਾ ਨਾ, ਨੈਸ਼ਨਲ ਹੈਰਾਲਡ, ਹੁਣ ਉਹਦੇ ਤੇ ਹੋਇਆ ਕੀ ਕਿ ਸਿੱਧੂ ਸਾਹਿਬ ਨੂੰ ਜਦੋਂ ਪ੍ਰਧਾਨਗੀ ਤੋਂ ਲਾਂਭੇ ਕੀਤਾ, ਉਹਦੇ ਤੋਂ ਬਾਅਦ ਚਰਚਾ ਇਹ ਚੱਲਦੀ ਸੀ, ਉਹ ਕਹਿੰਦੇ ਮੈਨੂੰ ਤਾਂ ਬੰਦੇ ਹੀ ਨਹੀਂ ਲਾਉਣ ਦਿੱਤੇ, ਮੈਂ 3 ਵਾਰੀ ਲਿਸਟਾਂ ਭੇਜੀਆਂ, ਕੋਈ ਬੰਦਾ ਨਹੀਂ ਮੈਨੂੰ ਲਾਉਣ ਦਿੱਤਾ। ਜਾਣੀ ਕਿ ਜੇ ਮੈਨੂੰ ਜਥੇਬੰਦੀ ਨਹੀਂ ਬਣਾਉਣ ਦਿੱਤੀ, ਮੈਂ ਕੰਮ ਕੀ ਕਰਾਂ। ਹਰਿਆਣਾ ਸਾਡੇ ਗੌੜ ਦੇ ਵਿੱਚ ਆ, ਉੱਥੇ ਕਾਂਗਰਸ ਪਾਰਟੀ ਨੇ ਇੱਕ ਬੀਬੀ ਸੂਬਾ ਪ੍ਰਧਾਨ ਬਣਾ ਕੇ ਰੱਖੀ, ਉਹ ਬੀਬੀ ਨੂੰ ਲਾ ਕੇ ਹੁਣ ਹੋਰ ਬੰਦੇ ਨੂੰ ਬਣਾਇਆ। ਬੀਬੀ ਕਹਿੰਦੀ ਮੈਂ ਲਿਸਟਾਂ ਬਥੇਰੀ ਵਾਰੀ ਭੇਜੀਆਂ, ਕੋਈ ਨਹੀਂ ਬਣਾਉਣ ਦਿੰਦਾ। ਜਦੋਂ ਜਾਖੜ ਸਾਹਿਬ, ਅੱਜ ਕੱਲ੍ਹ ਤਾਂ ਚਲੋ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਉਹਨਾਂ ਨੇ ਬਹੁਤ ਸਹਿਜ ਨਾਲ ਹੱਥ ਦੇ ਵਿੱਚ ਫੜਿਆ ਹੋਇਆ, ਬੜਾ ਲੰਬਾ ਸਮਾਂ ਪ੍ਰਧਾਨ ਰਿਹਾ ਸੀ, ਉਦੋਂ ਵੀ ਚਰਚਾ ਚੱਲਦੀ ਸੀ ਯਾਰ ਜਥੇਬੰਦਕ ਢਾਂਚਾ ਤਾਂ ਬਣਾ ਲਓ। ਯਾਨੀ ਜਥੇਬੰਦਕ ਢਾਂਚਾ ਹੀ ਨਹੀਂ ਸੀ ਬਣਦਾ, ਕਹਿੰਦੇ ਜੀ ਲਿਸਟਾਂ ਭੇਜੀਆਂ ਉੱਪਰੋਂ ਅਪਰੂਵ ਨਹੀਂ ਹੁੰਦੀਆਂ।
ਰਾਜਾ ਵੜਿੰਗ ਸਾਹਿਬ ਪ੍ਰਧਾਨ ਬਣੇ ਆ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਉਹਨਾਂ ਨੇ ਬਿਆਨ ਦਿੱਤਾ ਸੀ, ਕਹਿੰਦੇ ਮੈਂ ਪੰਜਾਬ ਦੇ ਮੁਤਾਬਕ ਚੱਲਣਾ ਹੀ, ਹਾਈ ਕਮਾਂਡ ਐ ਨਾ ਕਰੇ ਆਉ ਨਾ ਕਰੇ। ਉਦੋਂ ਬੰਦੇ ਕਹਿੰਦੇ ਯਾਰ ਬਗਾਵਤ ਕਰਿਆ ਗਿਆ ਬੰਦਾ, ਪਰ ਲੱਗਦਾ ਕਿ ਉਹ ਕੰਮ ਆ ਗਏ ਰਾਜਾ ਵੜਿੰਗ ਦੇ। ਉਹਨਾਂ ਨੇ 118 ਬਲਾਕ ਪ੍ਰਧਾਨਾਂ ਦੀ ਲਿਸਟ ਮਨਜ਼ੂਰ ਕਰਾ ਕੇ ਜਾਰੀ ਕਰਤੀ। ਬੰਦੇ ਮਾੜੇ ਆ, ਬੰਦੇ ਚੰਗੇ ਆ, ਬੰਦੇ ਪੁਰਾਣੇ ਆ, ਬੰਦੇ ਨਵੇਂ ਆ, ਕਾਂਗਰਸੀ ਆ। ਬਲਾਕਾਂ ਦੇ ਪ੍ਰਧਾਨ ਹੁਣ ਹੋ ਗਿਆ, ਜਾਣੀ ਕੱਲ੍ਹ ਨੂੰ ਰਾਜਾ ਵੜਿੰਗ ਸਾਹਿਬ ਨੇ ਕੋਈ ਐਕਸ਼ਨ ਕਰਨਾ ਹੋਊਗਾ ਕਿ ਆਪਾਂ ਭਾਈ ਉੱਥੇ ਜਾਣਾ ਹੈ, ਉਹ ਹਰ ਇੱਕ ਬਲਾਕ ਦੇ ਪ੍ਰਧਾਨ ਨੂੰ ਕਹਿਣਗੇ ਕਿ ਭਾਈ 100-100 ਪਿੰਡ ਤਾਂ ਤੁਹਾਡੇ ਅੰਦਰ ਆਉਂਦਾ, ਇੱਕ ਪਿੰਡ 'ਚੋਂ ਇੱਕ ਬੰਦਾ ਲੈ ਕੇ ਆ ਜਾਓ। ਇਹਦਾ ਮਤਲਬ ਹੈ ਕਿ ਹਰ ਬਲਾਕ ਪ੍ਰਧਾਨ ਜੇ 100 ਬੰਦਾ ਲੈ ਕੇ ਜਾਊਗਾ ਤਾਂ 118 ਬਲਾਕ ਪ੍ਰਧਾਨ ਨੇ ਚੰਗੀ ਚੋਖੀ ਗਿਣਤੀ ਹੋ ਜੂ। ਫਿਰ ਮੁੜ ਕੇ ਜ਼ਿਲ੍ਹਿਆਂ ਦੇ ਪ੍ਰਧਾਨ ਬਣਾ ਲੈਣਗੇ। ਚੰਗੀ ਗੱਲ ਹੈ ਕਿ ਪਾਰਟੀ ਦੇ ਵਿੱਚ ਜੇ ਕੋਈ ਵੀ ਅਕਾਲੀ ਦਲ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਉੱਪਰੋਂ ਛੱਡ ਦਿਓ ਯਾਰ। ਹੁਣ ਤੁਸੀਂ ਜਿਹੜਾ ਮੂਸਲ ਉੱਪਰੋਂ ਖੋਲ੍ਹਣ ਲੱਗ ਪਏ ਨੇ ਉਹ ਗਲਤ ਹੈ। ਉਹਦੇ ਨਾਲ ਫਿਰ ਪਾਣੀ ਪੈਂਦਾ ਵਿੱਚ, ਮੂਸਲ ਦੇ ਵਿੱਚੋਂ ਤੂੜੀ ਥੱਲੇੋਂ ਕੱਢੀ ਦੀ ਆ। ਇਹ ਜਿਹੜੀ ਵੀ ਪਾਰਟੀ ਨੂੰ ਸਮਝ ਨਹੀਂ ਆਇਆ ਨਾ, ਮੁੜ ਕੇ ਪਾਰਟੀ ਦਾ ਉਹਦਾ ਮੂਸਲ ਥੱਲੇ ਨੂੰ ਗਿਆ ਹੀ। ਚਲੋ ਇਹ ਸਲਾਹ ਤੁਹਾਡੀ ਠੀਕ ਹੈ, ਅੱਛਾ, ਪਰ ਉਹ ਜਿਹੜਾ ਰੋਗ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਉਸ ਪਾਰਟੀ 'ਚ, ਉਹ ਕਿਉਂਕਿ 100 ਸਾਲ ਪੁਰਾਣੀ ਪਾਰਟੀ ਹੈ, ਇਹ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ। ਉਹਨਾਂ 'ਚ ਜਿਹੜਾ ਨੁਕਸ ਹੈ ਇਹਨਾਂ 'ਚ ਉਹ ਤੋਂ ਥੋੜ੍ਹਾ ਜਿਹਾ ਜ਼ਿਆਦਾ ਨੁਕਸ ਹੈ, ਭੁਰਕ ਜ਼ਿਆਦਾ। ਹਾਂ, ਮਤਲਬ ਹੁਣ ਜਦੋਂ ਤੁਸੀਂ ਬਲਾਕ ਪ੍ਰਧਾਨ ਦੀ ਲਿਸਟ ਗਈ, ਲਓ ਲਿਸਟ ਚ ਆ ਲੈਣ ਦਿਓ ਜੀ। 118 ਘੰਟੇ ਨਹੀਂ ਲੱਗਣੇ ਵੀਰ ਜੀ। ਕਿਸੇ ਨਾ ਕਿਸੇ ਥਾਂ ਦਾ ਇਦਾਂ ਕਿਦਾਂ ਮੈਂ ਫਿਰ ਪਾਰਟੀ ਛੱਡ ਇਹਨੂੰ ਬਣਾ ਲਓ, ਫਿਰ ਪ੍ਰਧਾਨ ਇਹ ਹੋ ਗਿਆ ਤੁਹਾਡਾ ਇਹ ਤੋਂ ਹੀ ਪ੍ਰਧਾਨ, ਕਰਾ ਲਓ ਕੰਮ। ਅਸੀਂ ਫਿਰ ਮਤਲਬ ਵਰਕਰ ਹੀ ਛੱਡਦੀ ਹੁਣ, ਮਤਲਬ ਨਹੀਂ ਰੈਲੀਆਂ 'ਚ ਨਹੀਂ ਜਾਂਦੇ, ਹੈ ਨਾ। ਹੁਣ ਇਹ ਜਿਹੜੀ ਚੀਜ਼ ਸ਼ੁਰੂ ਹੋਣੀ ਆ, ਉਹਦੇ ਤੋਂ ਬਾਅਦ ਫਿਰ ਰਾਜਾ ਵੜਿੰਗ ਸਾਹਿਬ ਨੇ ਆਖਣਾ ਵੀ ਉਹ ਯਾਰ ਹੁਣ ਇਹਨਾਂ ਦਾ ਕੀ ਕਰੀਏ। ਦੇਖੋ ਕਾਰਨ ਹੈ ਵੀ ਇਹਦੇ 'ਚ ਕੋਈ ਮਾੜੀ ਗੱਲ ਨਹੀਂ, ਕਿਉਂਕਿ ਜਿਹੜਾ ਵੀ ਬੰਦਾ ਉਸ ਪਾਸੇ ਜਾਂਦਾ ਉਹਦੀ ਕੋਸ਼ਿਸ਼ ਹੁੰਦੀ ਵੀ ਯਾਰ ਮੈਨੂੰ ਕਿਉਂ ਨਹੀਂ ਮੌਕਾ ਮਿਲਿਆ। ਹਾਂ, ਇਹ ਹੋ ਸਕਦਾ ਵੀ ਮੌਕੇ ਦੇ ਉੱਪਰ ਜਿਸ ਬੰਦੇ ਦਾ ਜੋ ਸਹੀ ਬਣਦਾ ਮਾਣ ਸਨਮਾਨ ਸੀ ਉਦੋਂ ਨਾ ਕੀਤਾ ਹੋਵੇ, ਹੌਲੀ ਹੌਲੀ ਅਗਲੇ ਬੰਦੇ ਦਾ ਵੀ ਉੱਥੇ ਕੋਈ ਨਾ ਕੋਈ ਉਧਾਰ ਖੜ ਗਿਆ ਹੋਵੇ, ਮੁੜ ਕੇ ਉਹ ਥੋੜਾ ਜਿਹਾ ਪਿੱਛੇ ਹੋ ਗਿਆ ਤੇ ਕੋਈ ਨਵਾਂ ਅੱਗੇ ਲੰਘ ਗਿਆ ਹੋਵੇ ਜੀ। ਪਾਰਟੀ ਨੂੰ ਹੁਣ ਸਮਝ ਨਾ ਲੱਗਦੀ ਹੋਵੇ ਵੀ ਪਹਿਲੇ ਨੂੰ ਫੜ ਕੇ ਰੱਖੀਏ ਜਾਂ ਫਿਰ ਜਿਹੜਾ ਨਵਾਂ ਆਇਆ ਉਹਦੇ ਨਾਲ ਕੰਮ ਚਲਾ ਲਈਏ। ਇਹ ਜਿਹੜਾ ਰੌਲਾ ਇਸ ਵਕਤ ਪੈ ਗਿਆ ਨਾ, ਇਹ ਤੰਗ ਕਰ ਰਿਹਾ ਪੁਰਾਣੀਆਂ ਪੋਲੀਟੀਕਲ ਪਾਰਟੀਆਂ ਨੂੰ ਅਜੇ, ਕਿਉਂਕਿ ਆਮ ਆਦਮੀ ਪਾਰਟੀ ਵਾਲੇ ਨਵੇਂ ਆ, ਉਹਨਾਂ ਨੂੰ ਅਜੇ ਇਹ ਮੁਸ਼ਕਿਲ ਹੈ ਨਹੀਂ। ਪਰ ਜੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਵੀ ਇਸੇ ਵਾਲਾ ਕੰਮ ਸ਼ੁਰੂ ਕਰ ਲਿਆ ਤੇ ਹੋ ਸਕਦਾ ਵੀ 2027 ਤੱਕ ਜਾਂਦਿਆਂ ਇਦਾਂ ਦੀ ਕੋਈ ਬਲਾਕ ਪ੍ਰਧਾਨਾਂ ਦੀ ਲਿਸਟ ਆਵੇ ਤੇ ਰੌਲਾ ਸਭ ਤੋਂ ਇਹਨਾਂ ਦਾ ਪੈ ਜਾਵੇ। ਇਦਾਂ ਕਿਦਾਂ ਹਾਂ ਵੀ ਸਾਡੇ ਬੰਦੇ ਟਿਕਟਾਂ ਤੇ ਪੈਂਦਾ ਹੀ ਰਿਹਾ, ਥੋੜਾ ਜਿਹਾ ਬਚ ਕੇ ਚੱਲਣ। ਬਾਕੀ ਫੈਸਲਾ ਲੈਣ ਲੱਗੇ ਥੋੜਾ ਜਿਹਾ ਧਿਆਨ ਦੇਣ ਮੱਤੇਵਾੜੇ ਵਾਲੇ ਮੁੱਦੇ ਤੇ। ਚੰਗੀ ਗੱਲ ਹੈ ਕਿ ਸਰਕਾਰ ਮੁੜ ਗਈ ਸੀ ਕਿ ਭਾਈ ਅਸੀਂ ਲੋਕਾਂ ਦੀ ਰਾਏ ਦੀ ਹਮਾਇਤ ਕਰਦੇ ਹਾਂ। ਬੜੇ ਮਸਲੇ ਨੇ ਜਿਨ੍ਹਾਂ ਮਸਲਿਆਂ ਦੇ ਉੱਤੇ ਕਈ ਵਾਰੀ ਬਹੁਤ ਕਾਹਲੀ 'ਚ ਫੈਸਲੇ ਹੋ ਜਾਂਦੇ। ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦੀ ਮਨਸ਼ਾ ਗਲਤ ਹੋਏਗੀ। ਹੁਣ ਇੱਕ ਹੋਰ ਮੋਟੀ ਜਿਹੀ ਉਦਾਹਰਣ ਹੈ, ਆਹ ਨਕਲੀ ਖਾਦਾਂ, ਬੀਜਾਂ, ਦਵਾਈਆਂ ਦੀ ਗੱਲ ਚੱਲੀ ਸੀ ਪਿਛਲੇ ਦਿਨੀ, ਜਦੋਂ ਆਇਆ ਜੀ ਮੂੰਗੀ ਨੂੰ ਆਹ ਹੋ ਗਿਆ ਜੀ, ਨਰਮੇ ਨੂੰ ਆਹ ਹੋ ਗਿਆ। ਉਸੇ ਵੇਲੇ ਇਹ ਚੰਗੀ ਗੱਲ ਹੋਈ ਕਿ ਮੰਤਰੀ ਸਾਹਿਬ ਇੱਕੋ ਦਿਨ 700 ਥਾਵਾਂ ਦੇ ਉੱਤੇ ਟੀਮਾਂ ਭੇਜ ਕੇ ਤੇ ਆਪ ਉਹਨਾਂ ਨੂੰ ਨਿਗਰਾਨੀ ਕਰਦੇ ਰਹੇ। ਫਿਰ ਉਹਨਾਂ ਨੇ ਕਿਹਾ ਸੀ ਅਸੀਂ ਕਾਰਵਾਈ ਕਰਾਂਗੇ ਜਿਹੜੇ 2 ਨੰਬਰ ਦਾ ਕੰਮ ਕਰਦੇ ਆ, ਨਕਲੀ ਬੀਜ, ਖਾਦ, ਦਵਾਈਆਂ ਵਿਕ ਕਿੱਦਾਂ ਜਾਣ। ਆਪਾਂ ਆਹੀ ਟੇਬਲ ਮੋਹਰੇ ਹੁੰਦਾ ਸੀ, ਆਹੀ ਤੁਹਾਡੀ ਕੁਰਸੀ ਤੇ ਆਹੀ ਮੇਰੀ ਨਿੱਕੀ ਜਿਹੀ ਕੁਰਸੀ, ਤੁਹਾਡੇ ਸਾਹਮਣੇ ਛੋਟੀ ਕੁਰਸੀ। ਆਪਾਂ ਕਈ ਵਾਰ ਕਿਹਾ ਸੀ ਨਾ ਕਿ ਉਹ ਚੀਜ਼ ਕੋਈ ਜੇਬ 'ਚ ਪਾ ਕੇ ਨਹੀਂ ਵਿਕਦੀ, ਕੋਈ ਪੁੜੀ 'ਚ ਨਹੀਂ ਵਿਕਦੀ, ਕੋਈ ਸਰਹੱਦ ਦੇ ਉੱਪਰੋਂ ਲਿਫਾਫਾ ਨਹੀਂ ਸੁੱਟਦਾ। ਖਾਦ, ਬੀਜ, ਦਵਾਈਆਂ ਬਣਦੇ ਆ, ਕਾਊਂਟਰ ਤੇ ਰੱਖ ਕੇ ਵਿਕਦੇ ਆ ਤੇ ਸਾਰੇ ਬਾਜ਼ਾਰ 'ਚ ਨਹੀਂ ਵਿਕਦੇ। ਥੋੜ੍ਹੀਆਂ ਦੁਕਾਨਾਂ ਨੇ ਜਿਹਨਾਂ ਨੂੰ ਲਾਇਸੈਂਸ ਦਿੱਤੇ ਉੱਥੋਂ ਵਿਕਦੇ ਆ, ਤੁਹਾਡੇ ਕੋਲ ਉੱਥੋਂ ਵੀ ਨਹੀਂ ਪਤਾ ਲੱਗਦਾ। ਚਲੋ ਸਰਕਾਰ ਨੇ ਕਮੇਟੀ ਬਣਾਤੀ ਕਿ ਭਾਈ ਜਾਂਚ ਕਰਨੀ ਆ, ਉਡਾਣ ਦਸਤੇ, ਉੱਡਣ ਦਸਤੇ ਜਿਹੜੇ ਨਾ ਫਲਾਈਂਗ ਸਕੁਐਡ ਬਣਾਉਣੇ ਆ। ਉਹ ਫਲਾਈਂਗ ਸਕੁਐਡ ਬਣਾਤੇ ਤੇ ਉਹਦੇ ਵਿੱਚ ਰੌਲਾ ਪੈ ਗਿਆ ਨਾਲ ਹੀ ਕਿ ਆ ਇੱਕ ਅਧਿਕਾਰੀ ਜਿਹੜਾ ਤੁਸੀਂ ਵਿੱਚ ਲਾਤਾ, ਯਾਨੀ 3 ਮੈਂਬਰ ਉੱਡਣ ਦਸਤੇ ਦੇ, ਕਿ ਤੁਸੀਂ ਛਾਪੇ ਮਾਰਨੇ ਆ ਦਬਕੇ, ਕਿ ਉਹਦੇ ਉੱਤੇ ਤਾਂ ਪਹਿਲਾਂ ਹੀ ਦੋਸ਼ ਲੱਗਾ, ਜਾਂਚ ਚੱਲਦੀ ਹੈ ਕਿ ਭਾਈ ਉਹਨੇ ਪਹਿਲਾਂ ਵੀ ਜਿਹੜੇ 2 ਨੰਬਰ ਦੇ ਵਿੱਚ ਖਾਦਾਂ, ਬੀਜ, ਦਵਾਈਆਂ ਵੇਚਦੇ ਸੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਰੰਤ ਵੱਡੇ ਅਧਿਕਾਰੀ ਦਾ ਬਿਆਨ ਆ ਗਿਆ, ਉਹ ਜੀ ਉਹ ਗਲਤੀ ਨਾਲ ਲਿਖ ਹੋ ਗਿਆ, ਥੋੜੀ ਜਿਹੀ ਮਿਸਟੇਕ ਹੋ ਗਈ ਹੈ, ਅਸੀਂ ਉਹਨਾਂ ਦਾ ਨਾਮ ਵਾਪਸ ਲੈ ਕੇ ਇਸ ਬੰਦੇ ਦਾ ਨਾਮ ਪਾਤਾ। ਠੀਕ ਹੈ, ਪਰ ਜੇ ਤਾਂ ਲੋਕਾਂ 'ਚ ਭਰੋਸਾ ਬਣਾਉਣਾ, ਜੇ ਤਾਂ ਲੋਕਾਂ 'ਚ ਯਕੀਨ ਬਣਾਉਣਾ, ਜੇ ਨਾ ਰੌਲਾ ਪਾਉਂਦਾ ਮੀਡੀਆ, ਕਈ ਵਾਰੀ ਮੀਡੀਆ ਦੇ ਰੌਲੇ ਦੇ ਉੱਤੇ ਵੀ ਬਹੁਤ ਰੌਲਾ ਪੈਂਦਾ ਕਿ ਮੀਡੀਆ ਰੌਲਾ ਪਾਉਂਦਾ, ਪਰ ਜੇ ਇਸ ਮੁੱਦੇ ਤੇ ਮੀਡੀਆ ਰੌਲਾ ਨਾ ਪਾਉਂਦਾ ਤਾਂ ਰੌਲਾ ਪੈਣਾ ਹੀ ਨਹੀਂ ਸੀ ਤੇ ਅਧਿਕਾਰੀ ਵਿੱਚ ਹੋਣਾ ਸੀ। ਫਿਰ 33% ਬੰਦੇ ਉਹ ਹੋਣੇ ਸੀ ਜਿਨ੍ਹਾਂ ਦੇ ਉੱਤੇ ਪਹਿਲਾਂ ਹੀ ਦੋਸ਼ ਲੱਗਾ ਤੇ ਮਾਮਲਾ ਜੇ ਹੱਲ ਨਹੀਂ ਹੋਇਆ ਕਿ ਭਾਈ ਇਹ ਉਹ ਲੋਕ ਕਿਸਾਨਾਂ ਨੂੰ ਨਹੀਂ ਬਚਾਉਂਦਾ ਇਹ ਬੰਦਾ, ਇਹ ਅਧਿਕਾਰੀਆਂ ਦੇ ਪੱਖ ਦੇ ਵਿੱਚ ਭੁਗਤਦਾ ਇਹ ਦੋਸ਼ ਲੱਗਾ, ਜੇ ਸਾਬਿਤ ਨਹੀਂ ਹੋਇਆ। ਇਸ ਕਰਕੇ ਸੰਧਾਲੀਆ ਸਾਹਿਬ ਗੋਗਲੂਆਂ ਤੋਂ ਮਿੱਟੀ ਝਾੜੀ ਨਾ ਜਾਵੇ। ਚੰਗੇ ਬੰਦੇ, ਕਿਉਂਕਿ ਬੰਦੇ ਮਾੜੇ ਵੀ ਹੁੰਦੇ ਆ ਤੇ ਚੰਗੇ ਵੀ ਹੁੰਦੇ ਆ ਹਰ ਵਿਭਾਗ ਦੇ ਵਿੱਚ, ਜਿਹੜਾ ਚੰਗਾ ਬੰਦਾ ਲੱਗਦਾ ਕਿ ਭਾਈ ਕਿਸਾਨ ਦੇ ਲੋਕ ਦੇ ਹੱਕ ਦੇ ਵਿੱਚ ਭੁਗਤੂਗਾ ਉਹਨੂੰ ਬਣਾ ਲਓ। ਹੁਣ ਤੁਸੀਂ ਕਮੇਟੀ ਵੀ ਬਣਾਈ, ਦਸਤਾ ਵੀ ਬਣਾਇਆ, ਉਹ ਕੰਮ ਵੀ ਕਰ ਦੂ, ਸ਼ੱਕ ਕਰੂ ਲੋਕਾਂ ਨੂੰ। ਨਹੀਂ ਗੱਲ ਹੈਗੀ। ਬਾਕੀ ਇਹ ਕੰਮ ਨਾ ਮੇਰੇ ਖਿਆਲ ਨਾਲ ਜਿੰਨਾ ਛੇਤੀ ਹੋ ਜੇ ਉਨਾ ਚੰਗਾ, ਕਿਉਂਕਿ ਆ 2-3 ਸਾਲ ਹੀ ਹੁੰਦੇ ਆ ਜਦੋਂ ਇਹ ਹਰੇਕ ਨੂੰ ਹੁੰਦਾ ਕਿ ਵੀ ਹਾਂਜੀ ਅਸੀਂ ਆਹ ਕੰਮ ਕਰਨਾ, ਆਹ ਕੰਮ ਕਰਨਾ। ਕਿਉਂਕਿ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਣ ਲੱਗ ਪਏ ਨਾ, ਮੰਨ ਲਓ ਜਿਵੇਂ 2027 ਨਜ਼ਰ ਆਉਣ ਲੱਗ ਪਈ ਜੀ,
ਤਿਵੇਂ ਥੱਲਿਓਂ ਵੀ ਕਈ ਬੰਦੇ ਨੇ ਆਖਣਾ ਵੀ ਉਹ ਜਨਾਬ ਵੋਟਾਂ ਸਿਰ ਤੇ ਆ, ਤੁਸੀਂ ਅਜੇ ਵੀ ਉਹ ਗੱਲਾਂ ਕਰੀ ਜਾਂਦੇ, ਤੁਹਾਡਾ ਕੋਈ ਨਾਂ ਨਹੀਂ ਆਉਣਾ, ਕੋਈ ਲੈਣਾ ਨਹੀਂ ਦੇਣਾ, ਕੰਮ ਆਪਾਂ ਸਾਰਾ ਆਪੇ ਕਰਨਾ, ਤੁਸੀਂ ਬਸ ਉਹਤੇ ਘੁੱਗੀ ਮਾਰਨੀ ਹੈਗਾ, ਮੈਨੂੰ ਨਹੀਂ ਪਤਾ, ਜੇ ਕੋਈ ਗੱਲ ਹੋ ਵੀ ਜਾਵੇ ਸਾਰਾ ਆਪਾਂ ਫਲਾਣੇ ਬੰਦੇ 'ਤੇ ਪਾ ਲੈਣ। ਇੱਦਾਂ ਦੀਆਂ ਗੱਲਾਂ ਹੋ ਸਕਦਾ ਵੀ ਅਜੇ ਤਾਂ ਹੁਣ ਇੱਦਾਂ ਕਿੱਦਾਂ ਯਾਰ, ਕਿਉਂਕਿ ਹੁਣ ਉਹਨਾਂ ਨੂੰ ਅਜੇ ਚੇਤਾ ਵੀ ਅਸੀਂ ਕਿਹੜਾ ਕੁਛ ਲਾਇਆ ਸੀ ਯਾਰ, ਲੋਕਾਂ ਨੇ ਸਾਨੂੰ ਜਿਤਾਇਆ ਹੀ ਆ। ਪਰ ਅਗਲੀ ਵਾਰ ਜਾਂਦਿਆਂ ਤੱਕ ਲੋਕਾਂ ਨੂੰ ਇਹ ਜਾਪਣਾ ਜਿਹਨੂੰ ਹੁਣ ਕੁਰਸੀ ਦੀ ਆਦਤ ਪੈ ਗਈ ਵੀ ਯਾਰ ਇਹ ਕੁਰਸੀ ਕਿਤੇ ਜਾਵੇ ਨਾ। ਹੁਣ ਮੰਨ ਲਓ ਤੁਸੀਂ ਮੈਨੂੰ ਆ ਕੇ ਸਲਾਹ ਦੇ ਵੀ ਯਾਰ ਗੱਲ ਇਹ ਹੈ ਵੀ ਚੌਂਕ ਦੇ ਵਿੱਚ ਬੌਕਰ ਖਿਲਾਰਨੀ ਆ, ਥੋੜ੍ਹਾ ਜਿਹਾ ਸੰਦੂਰ ਅਤੇ ਥੋੜ੍ਹੀ ਜਿਹੀ ਮਾਂਹ ਦੀ ਦਾਲ, ਬਸ ਕੁਰਸੀ ਪੱਕੀ। ਹੁਣ ਜਿਹਨੂੰ ਕੁਰਸੀ ਦਾ ਲਾਲਚ ਪਿਆ ਉਹਨੇ ਹੈ ਨਾ ਇੱਕ ਛੱਡ ਕੇ ਦੋ ਖਿਲਾਰਾਂਗੇ ਵੀਰ ਮੇਰਾ, ਕੰਮ ਆਪਾਂ ਕਰਨਾ ਜ਼ਰੂਰ ਹੈ। ਸੋ ਇਹੀ ਗੱਲ ਹੈ ਵੀ ਜੇ ਹੁਣ ਤੋਂ ਹੀ ਇਹੋ ਜਿਹੇ ਕੰਮ ਮੰਨ ਲਓ ਵੀ ਉਹ ਬੰਦ ਕਰ ਲਏ ਜਾਣ, ਕਿਉਂਕਿ ਕਾਰਨ ਇਹ ਆ ਵੀ ਸਰਕਾਰ ਆਪ ਕਹਿੰਦੇ ਆ ਵੀ ਪਿਛਲੇ ਸਮੇਂ ਦੇ ਵਿੱਚ ਜੋ ਕੁਛ ਚੱਲਦਾ ਆ ਜੀ ਉਹਦਾ ਕਰਕੇ ਕਈ ਵਾਰ ਸਾਡੇ ਨਾਲ ਅਧਿਕਾਰੀ ਅਫਸਰ ਸਾਹਿਬਾਨ ਜਾਂ ਹੋਰ ਪ੍ਰਸ਼ਾਸਨਿਕ ਅਮਲਾ ਫੈਲਾ ਉਹ ਵੀ ਕੋਆਪਰੇਟ ਨਹੀਂ ਕਰਦਾ, ਕਿਉਂਕਿ ਅਗਲੇ ਨੂੰ ਪਤਾ ਨਾ ਵੀ ਯਾਰ ਇਹਦੇ ਹੋਣਾ ਇਹ ਕੰਮ ਤਾਂ ਯਾਰ ਇੰਨੇ ਦਹਾਕਿਆਂ ਤੋਂ ਚੱਲ ਰਿਹਾ, ਬਹੁਤ ਵਧੀਆ ਚੱਲ ਰਿਹਾ ਸੀਗਾ, ਆਖੀ ਇਹਨੇ ਰੋਕ ਲੈਣਾ, ਇੱਦਾਂ ਕਿੱਦਾਂ ਰੋਕ ਲੈਣਾ ਵੀ ਕੋਈ ਨਾ ਕੋਈ ਇੱਧਰ ਉੱਧਰ ਬੰਦਾ ਲੱਭੋ, ਬੰਦਿਆਂ 'ਚੋਂ ਬੰਦੇ ਹੁੰਦੇ ਆ, ਚੱਲ 100 ਨਹੀਂ ਤੇ 125 ਕਰ ਲੈਂਦੇ, ਇਹਦੇ 'ਚ ਕਿਹੜੀ ਗੱਲ ਹੈ। ਉਹਨਾਂ ਨੂੰ ਮਨਾਉਣਾ, ਉਹਨਾਂ ਦੇ ਦਿਮਾਗ ਨੂੰ ਦੁਬਾਰਾ ਦਰੁਸਤ ਕਰਨਾ ਵੀ ਨਹੀਂ ਵੀਰ ਹੁਣ 100-125 ਵਾਲਾ ਕੰਮ ਛੱਡ ਦਈਏ ਆਪਾਂ, ਜੋ ਸਰਕਾਰ ਦਿੰਦੀ ਸੇਵਾ ਤਿਲ ਫੁੱਲ ਉਹਦੇ ਤੇ ਆਪਾਂ ਕੰਮ ਕਰਨਾ, ਗੁਜ਼ਾਰਾ ਕਰ ਲਈਏ, ਹੈ ਨਾ। ਉਹਦੇ ਤੇ ਅਜੇ ਉਹ ਮੀਟਰ ਦੁਬਾਰਾ ਬੈਕ ਹੁੰਦਿਆਂ ਟਾਈਮ ਲੱਗਣਾ, ਤੇ ਉਹ ਛੇਤੀ ਕਰ ਲਿਆ ਤੇ ਜ਼ਿਆਦਾ ਵਧੀਆ। ਮੈਂ ਕਹਿੰਦਾ ਕਿ ਸਰਕਾਰ ਅੰਦਰ ਖਾਤੇ ਇੱਕ ਕਮੇਟੀ ਬਣਾ ਲਵੇ, ਸਲਾਹਕਾਰਾਂ ਨੂੰ ਕੰਮ ਦੇ ਦੇਵੇ, ਕਿਹੜੇ ਬੰਦੇ ਖੁੱਡੇ ਲਾਈਨ ਲੱਗੇ ਹੋਏ ਨੇ ਪਿਛਲੇ 20-25-30 ਸਾਲਾਂ 'ਚ, ਜਿਨ੍ਹਾਂ ਨੂੰ ਉਹਨਾਂ ਥਾਵਾਂ 'ਤੇ ਲਾਇਆ ਹੀ ਨਹੀਂ ਗਿਆ ਜਿਨ੍ਹਾਂ ਨੂੰ ਮਲਾਈਦਾਰ ਥਾਵਾਂ ਕਿਹਾ ਜਾਂਦਾ। ਖੁੱਡੇ ਲਾਈਨ ਕਿਉਂ ਲੱਗੇ ਆ? ਕਿਉਂਕਿ ਹੋ ਸਕਦਾ ਕਿ ਉਹਨਾਂ ਦਾ ਕੋਈ ਗੋਡ ਫਾਦਰ ਨਾ ਹੋਵੇ, ਹੋ ਸਕਦਾ ਕਿ ਉੱਪਰਲੇ ਪਾਸੇ ਨੂੰ ਚੜਾਵਾ ਨਾ ਚੜਾਉਂਦੇ ਹੋਣ। ਮੈਨੂੰ ਲੱਗਦਾ ਕਿ ਉਹਨਾਂ ਦੇ ਵਿੱਚੋਂ ਛਾਂਟ ਕੇ ਬੰਦੇ ਲਿਆਉਣੇ ਬੜੇ ਸੌਖੇ ਹੋਣਗੇ। ਬੜੇ ਬੰਦੇ ਹੁੰਦੇ ਆ, ਕਈ ਆਪਾਂ ਦੇਖਦੇ ਆ ਆਪਣੇ, ਉਹ ਜੀ ਤੁਸੀਂ ਪਤਾ ਹੀ ਨਹੀਂ ਹੁੰਦਾ ਜਦੋਂ ਕਹਿੰਦੇ ਕੀ ਕਰਦੇ ਆ ਅੰਕਲ ਜੀ ਹੁਣੀ ਜਾਣੀ, ਉਹ ਕਹਿੰਦੇ ਜੀ ਮੈਂ ਪੁਲਿਸ 'ਚ ਵੀ ਮੈਂ ਇਸ ਅਹੁਦੇ 'ਤੇ ਹਾਂ। ਫਿਰ ਬੰਦਾ ਕਹਿੰਦਾ ਯਾਰ ਅੱਛਾ ਮੈਂ ਨਾ ਉਹਦੇ ਥਾਣੇ 'ਚ ਮੈਂ ਘੱਟ ਰਿਹਾ, ਮੈਂ ਉੱਥੇ ਰਿਹਾ। ਆਪਾਂ ਦੇਖੋ ਜੀ ਆਪਾਂ ਤਨਖਾਹ 'ਤੇ ਗੁਜ਼ਾਰਾ ਕੀਤਾ, ਆਪਾਂ ਇੱਕ ਕੋਈ ਬੰਦਾ ਨਹੀਂ ਕਹਿ ਸਕਦੇ, ਕਿੰਨੇ ਬੰਦੇ ਹੁੰਦੇ ਆ ਇੱਦਾਂ ਹੀ ਹੋਰ ਵੀ ਕਈ ਡਿਪਾਰਟਮੈਂਟਾਂ ਦੇ ਵਿੱਚ ਹੁੰਦੇ। ਉਹ ਕਹਿੰਦੇ ਜੀ ਆਪਾਂ ਤਾਂ ਬਸ ਜੀ ਜੋ ਨਿਆਣੇ ਵਧੀਆ ਆ, ਹੁਣ ਦੇਖੋ ਨਿਆਣੇ ਪੜ੍ਹ ਗਏ ਆ, ਗੁੱਡੀ ਕੰਮ 'ਤੇ ਲੱਗੀ ਆ, ਪ੍ਰਾਹੁਣਾ ਚੰਗਾ ਮਿਲ ਗਿਆ, ਆ ਮੁੰਡਾ ਵੀ ਹੁਣ ਬਾਹਰ ਚਲੇ ਗਿਆ ਜਾਂ ਮੁੰਡੇ ਨੂੰ ਇੱਥੇ ਨੌਕਰੀ ਮਿਲ ਗਈ ਆ, ਆਪਾਂ ਤਾਂ ਜੀ 10-9 ਦੀ ਕਿਰਤ ਕੀਤੀ ਸੀਗੀ, ਆਪਾਂ ਤਾਂ ਧਰਮੀ ਬੰਦੇ ਆ। ਬੜੇ ਵਧੀਆ ਹੁੰਦੇ ਨਿਆਣੇ, ਉਹ ਬੰਦੇ ਵੀ ਤਾਂ ਹੈਗੇ। ਹਾਂ, ਉਹ ਸੁਰਖੀਆਂ 'ਚ ਨਹੀਂ ਹੁੰਦੇ, ਉਹ ਚਰਚਾ 'ਚ ਨਹੀਂ ਹੁੰਦੇ, ਉਹਨਾਂ ਦੀਆਂ ਵੱਡੀਆਂ ਕੋਠੀਆਂ ਨਹੀਂ ਹੁੰਦੀਆਂ, ਉਹ ਕਿਸੇ ਨੂੰ ਸਲੂਟ ਮਾਰ ਕੇ ਤੇ ਮੂਹਰੇ 15 ਬੰਦਿਆਂ ਤੋਂ ਸਲੂਟ ਮਰਾਉਂਦੇ ਨਹੀਂ ਹੁੰਦੇ। ਉਹਨਾਂ ਬੰਦਿਆਂ ਨੂੰ ਜੇ ਆਮ ਬੰਦੇ ਲੱਭ ਸਕਦੇ ਆ ਸੰਧਾਲੀਆ ਸਾਹਿਬ, ਤੇ ਖਾਸ ਕਿਉਂ ਨਹੀਂ ਲੱਭ ਸਕਦੇ ਉਹਨਾਂ ਨੂੰ? ਨਹੀਂ ਬਿਲਕੁਲ ਹੋ ਸਕਦਾ। ਬਾਕੀ ਚਲੋ ਇਹ ਸਾਰੇ ਕੁਛ ਪਹਿਲਾਂ ਤੋਂ ਵੀ ਕੰਮ ਚੱਲਿਆ ਸੀ, ਤੇ ਹੁਣ ਵੀ ਇੱਕ ਵਾਰ ਜਿਹੜੀ ਗੱਲ ਸਾਹਮਣੇ ਜਲੰਧਰ ਤੋਂ ਆਈ, ਸ਼ੀਤਲ ਉਂਗਰਾਲ ਕਰਕੇ ਐਮਐਲਏ ਸਾਹਿਬ, ਉਹਨਾਂ ਨੇ ਜਿੱਦਾਂ ਜੋ ਵੀ ਉੱਥੇ ਅਫਸਰਾਂ ਦੇ ਨਾਲ ਜਾ ਕੇ ਜਾਂ ਕਹਿ ਲਓ ਕਿ ਵੀ ਉਹਨਾਂ ਦੇ ਅਮਲੇ ਫੈਲੇ ਦੇ ਨਾਲ ਜਿੱਦਾਂ ਜਾ ਕੇ ਗੱਲਬਾਤ ਕੀਤੀ, ਜਾਂ ਜਿਵੇਂ ਕਹਿੰਦੇ ਵੀ ਉਹਨਾਂ ਦੇ ਉੱਪਰ ਰੋਹਬ ਝਾੜਿਆ ਜੋ ਇਲਜ਼ਾਮ ਲੱਗਦੇ ਆ, ਉਹ ਠੀਕ ਨਹੀਂ ਉਹਨਾਂ ਨੇ ਮੰਨਿਆ। ਤੇ ਉਹ ਕਹਿੰਦੇ ਵੀ ਆ ਚੱਕੋ ਜੀ ਕਲਮ ਅਸੀਂ ਛੱਡੀ ਤੇ ਆਪਾਂ ਹੁਣ ਸ਼ੁਰੂ ਹੋ ਗਏ ਧਰਨੇ ਪ੍ਰਦਰਸ਼ਨ ਦੇ, ਇੱਦਾਂ ਕਿੱਦਾਂ। ਉਹਨਾਂ ਨੇ ਚਲੋ ਉਸੇ ਵੇਲੇ ਆ ਕੇ ਤੇ ਪਬਲਿਕਲੀ ਮਾਫੀ ਮੰਗ ਲਈ ਵੀ ਚਲੋ ਜੀ ਜੋ ਹੋ ਗਿਆ ਆਪਾਂ ਨੂੰ ਛੱਡੀਏ। ਉਹਨਾਂ ਨੇ ਵੀ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਸੀ ਵਾਪਸ ਲੈ ਲਿਆ। ਹੁਣ ਹੋ ਸਕਦਾ ਵੀ ਆਪਣੇ ਤੌਰ 'ਤੇ ਉਂਗਰਾਲ ਸਾਹਿਬ ਚਾਹੁੰਦੇ ਹੁਣ ਵੀ ਯਾਰ ਆਹ ਚੀਜ਼ ਠੀਕ ਨਹੀਂ, ਇਹਨੂੰ ਦਰੁਸਤ ਕਰ ਲਓ। ਅਗਲਿਆਂ ਨੂੰ ਥੋੜ੍ਹਾ ਜਾਪਦਾ ਵੀ ਯਾਰ ਇੱਦਾਂ ਕਿੱਦਾਂ ਹੋ ਗਿਆ ਮਾਰਾ, ਅਸੀਂ ਮੁਲਾਜ਼ਮ ਆ, ਅਸੀਂ ਕੋਈ ਮਤਲਬ ਇਹ ਥੋੜ੍ਹਾ ਗੱਲ ਵੀ ਜਿਹੜਾ ਕਿਹੜਾ ਮਰਜ਼ੀ ਆ ਕੇ ਸਾਨੂੰ ਉਹ ਇਹ ਕਰਕੇ ਬੋਲੇ। ਮੈਨੂੰ ਲੱਗਦਾ ਵੀ ਇਹ ਮੁਸ਼ਕਿਲ ਹੁਣ ਇੰਨੇ ਮਹੀਨੇ ਗੁਜ਼ਰ ਜਾਣ ਤੋਂ ਬਾਅਦ ਨਹੀਂ ਆਉਣੀ ਚਾਹੀਦੀ ਸੀ। ਹੁਣ ਤੱਕ ਤਾਂ ਲਗਭਗ ਹਰੇਕ ਨੂੰ ਪਤਾ ਲੱਗ ਜਾਣਾ ਚਾਹੀਦਾ ਨਾ ਵੀ ਮੇਰਾ ਦਾਇਰਾ ਕਿੰਨਾ ਗਿਆ, ਤੇ ਜੇ ਕਿਸੇ ਤੱਕ ਮੈਂ ਕੋਈ ਗੱਲ ਕਰਨੀ ਤਾਂ ਉਹਦਾ ਢੰਗ ਤਰੀਕਾ ਕੀ ਹੈ। ਜਲੰਧਰ ਪੱਛਮੀ ਹਲਕਾ ਜੀ ਵੈਸਟ ਤੇ ਬਹੁਤ ਜ਼ਿਆਦਾ ਚਰਚਾ ਦੇ ਰਿਹਾ। ਉਂਗਰਾਲ ਸਾਹਿਬ ਨੂੰ ਬੜਾ ਸੋਚ ਸਮਝ ਕੇ ਚੱਲਣ ਦੀ ਲੋੜ ਹੈ। ਇਹ ਉਹੀ ਹਲਕਾ ਹੈ ਜਿੱਥੋਂ ਕਦੇ ਮਹਿੰਦਰ ਸਿੰਘ KP ਕਾਂਗਰਸ ਦੇ ਪ੍ਰਧਾਨ ਵੀ ਰਹੇ, MP ਵੀ ਰਹੇ, ਉਹ ਵਿਧਾਇਕ ਹੁੰਦੇ ਸੀ। KP ਸਾਹਿਬ ਉਹੀ ਬੰਦੇ ਨੇ ਜਿਨ੍ਹਾਂ ਨੂੰ ਐਤਕੀ ਆਦਮਪੁਰ ਤੋਂ ਕਾਂਗਰਸ ਪਾਰਟੀ ਨੇ ਕਿਹਾ ਸੀ ਜਾ ਕੇ ਕਾਗਜ਼ ਭਰ ਦਿਓ, ਤੇ ਐਨ ਆਖਰੀ ਮੌਕੇ ਦੇ ਉੱਤੇ ਟਿਕਟ ਸੁਖਵਿੰਦਰ ਕੋਟਲੀ ਨੂੰ ਦੇ ਦਿੱਤੀ ਸੀ। ਇੱਕੋ ਇੱਕ ਹਲਕਾ ਜਿਹਦਾ ਆਖਰੀ ਸਕਿੰਟ ਤੱਕ ਪੇਚਾ ਪਿਆ ਤੇ ਕੋਟਲੀ ਸਾਹਿਬ ਜਿੱਤ ਵੀ ਗਏ। ਇਹ ਉਹੀ ਹਲਕਾ ਹੈ ਜਿੱਥੋਂ ਪਿਛਲੀ ਵਾਰ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਸੀ ਕਾਂਗਰਸ ਨੇ KP ਸਾਹਿਬ ਦੀ ਟਿਕਟ ਕੱਟ ਕੇ। ਇਹ ਉਹੀ ਸੁਸ਼ੀਲ ਰਿੰਕੂ ਜਿਹੜੇ ਕਾਂਗਰਸ ਪਾਰਟੀ ਦੇ MLA ਸੀ ਤੇ ਕਾਂਗਰਸ ਪਾਰਟੀ ਦੇ ਹੀ ਕੈਬਨਿਟ ਮੰਤਰੀ ਸੀ ਨਵਜੋਤ ਸਿੰਘ ਸਿੱਧੂ। ਤੇ ਜਦੋਂ ਡਿਚ ਮਸ਼ੀਨ ਲੈ ਕੇ ਆਏ ਸੀ ਕਿ ਭਾਈ ਜਿਹੜੀਆਂ ਨਜਾਇਜ਼ ਉਹ ਸਾਰੀਆਂ ਨੇ ਮੈਂ ਤੋੜਨੀਆਂ, ਤੇ ਸੁਸ਼ੀਲ ਰਿੰਕੂ ਖੁਦ ਜਲੰਧਰ ਵੈਸਟ ਹਲਕੇ ਦੇ ਵਿੱਚੋਂ, ਪੱਛਮੀ ਹਲਕੇ ਦੇ ਵਿੱਚੋਂ ਡਿਚ ਮਸ਼ੀਨ ਤੇ ਚੜ ਗਿਆ ਸੀ ਕਿ ਹੁਣ ਤੋੜ ਕੇ ਦਿਖਾਓ, ਮੈਂ ਨਹੀਂ ਆਪਣੇ ਹਲਕੇ 'ਚ ਕੰਮ ਹੋਣ ਦਿੰਦਾ। ਉੱਥੇ ਹੀ ਰੁਕ ਗਿਆ ਸੀ ਕੰਮ। ਤੇ ਉਸੇ ਹੀ ਜਲੰਧਰ ਪੱਛਮੀ ਹਲਕੇ ਤੋਂ ਸ਼ੀਤਲ ਉਂਗਰਾਲ ਸਾਹਿਬ ਜਿੱਤਿਆ ਤੇ ਆਮ ਆਦਮੀ ਪਾਰਟੀ 'ਚ ਚੰਦ ਦਿਨ ਪਹਿਲਾਂ ਹੀ ਸ਼ਾਮਲ ਹੋਏ ਸੀ। MLA ਨੇ, ਲੋਕਾਂ ਨੇ ਵੋਟਾਂ ਪਾ ਕੇ ਜਿਤਾਏ ਆ, ਲੋਕਾਂ ਦਾ ਭਰੋਸਾ ਉਹਨਾਂ 'ਚ ਹੈ। ਹੁਣ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਪੱਕੀ ਹੈ, ਜੇ MLA ਸਾਹਿਬ ਇਹ ਕਹਿੰਦੇ ਆ ਨਾ ਕਿ ਭਾਈ ਲੋਕ ਤੰਗ ਬੜੇ ਹੁੰਦੇ ਸੀ, ਬਾਹਰਲੇ ਪਾਸੇ ਜਿਹੜੇ ਪ੍ਰਾਈਵੇਟ ਕਰਿੰਦੇ ਤੁਰੇ ਫਿਰਦੇ ਆ, ਰੁਪਈਏ ਮੰਗਦੇ ਆ, ਮੈਂ ਤਾਂ ਉਹਨਾਂ ਦੇ ਖਿਲਾਫ। ਕਿਉਂਕਿ ਚਰਚਾ ਸੀ ਕਿ DC ਦਫ਼ਤਰ ਦੇ ਵਿੱਚ DC ਸਾਹਿਬ ਦੇ ਸਾਹਮਣੇ ਸ਼ਾਇਦ ਝਗੜਾ ਹੋਇਆ
ਜਿਹੜੇ ਬਾਹਰ ਹਰ ਦਫ਼ਤਰ ਦੇ ਬਾਹਰ ਇਦਾਂ ਦੇ ਲੋਕ ਤੁਰੇ ਫਿਰਦੇ ਆ ਜਿਹੜੇ ਕਹਿੰਦੇ ਅੱਛਾ ਲਿਆਓ ਇੰਨੇ ਰੁਪਏ ਕੰਮ ਕਰਾ ਦਿੰਦੇ ਆ। ਜੇ ਉਹ ਕੰਮ ਹੋ ਸਕਦਾ ਉਹਨਾਂ ਦੇ ਰਾਹੀਂ ਕਿਉਂ ਹੁੰਦਾ, ਇਹ ਬਹੁਤ ਵੱਡਾ ਸਵਾਲ ਹੈ। ਜੇ ਐਮਐਲਏ ਸਾਹਿਬ ਨੇ ਸਵਾਲ ਚੁੱਕਿਆ ਤਾਂ ਧੰਨਵਾਦ ਉਹਨਾਂ ਦਾ। ਪਰ ਦੂਸਰੀ ਗੱਲ, ਐਮਐਲਏ ਸਾਹਿਬ ਤੁਸੀਂ ਉਸ ਸਿਆਸੀ ਪਾਰਟੀ ਦੇ ਐਮਐਲਏ ਹੋ, ਲੀਡਰ ਹੋ, ਜਿਹੜੀ ਪਾਰਟੀ 10 ਸਾਲ ਪਹਿਲਾਂ ਦੀ ਦਿੱਲੀ ਦੇ ਵਿੱਚ ਛੋਟੇ-ਛੋਟੇ ਕੈਮਰੇ ਲਾ ਕੇ ਸਟਿੰਗ ਆਪਰੇਸ਼ਨ ਕਰਨ ਦੀ ਮਾਹਿਰ ਹੈ, ਤੇ ਤੁਹਾਨੂੰ ਜਾ ਕੇ ਕਿਸੇ ਦੇ ਨਾਲ ਝਗੜਨ ਦੀ ਲੋੜ ਨਹੀਂ। ਤੁਹਾਡੇ ਕੋਲੇ ਬੜੇ ਵਰਕਰ ਹੋਣਗੇ, ਇਸੇ ਕਰਕੇ ਤੁਸੀਂ ਐਮਐਲਏ ਬਣੇ ਹੋ। ਜੇ ਕੋਈ ਬਾਹਰ ਬੰਦਾ ਮੰਨ ਲਓ ਕਿ ਇਦਾਂ ਲੋਕਾਂ ਨੂੰ ਤੰਗ ਕਰਦਾ, 2-4 ਬੰਦੇ ਆਪਦੇ ਭੇਜ ਦਿਓ, ਕੈਮਰੇ ਲਾ ਕੇ ਭੇਜੋ। ਤੁਹਾਡੀ ਪਾਰਟੀ ਦੀ ਸਰਕਾਰ ਹੈ, ਤੁਹਾਡੀ ਪਾਰਟੀ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਸਾਹਿਬ, ਉਹਨਾਂ ਨੇ ਤਾਂ ਸੁੱਖ ਨਾਲ ਇੱਕ ਐਂਟੀ ਕਰਪਸ਼ਨ ਐਕਸ਼ਨ ਲਾਈਨ ਨੰਬਰ ਦਿੱਤਾ। ਕੁਛ ਨਹੀਂ ਕਰਨ ਦੀ ਲੋੜ, ਤੁਸੀਂ ਆਪਦੇ ਘਰੇ ਬੈਠੋ ਜਾਂ ਭੇਸ ਬਦਲ ਕੇ, ਜਿੱਦਾਂ ਬੀਬੀ ਨਵਜੋਤ ਕੌਰ ਸਿੱਧੂ ਇੱਕ ਵਾਰੀ ਖੁਦ, ਉਹ ਮੁੱਖ ਸੰਸਦੀ ਸਕੱਤਰ ਸੀ ਹੈਲਥ ਡਿਪਾਰਟਮੈਂਟ ਦੇ, ਆਪ ਚਲੇ ਗਿਆ ਸੀ ਇੱਕ ਨਰਸਿੰਗ ਹੋਮ ਦੇ ਵਿੱਚ ਕਿ ਮੈਂ ਚੈੱਕਅਪ ਕਰਾਉਣਾ ਤੇ ਆਹ ਕੁਛ ਕਰਨਾ, ਤੇ ਪਤਾ ਬਾਅਦ ਚ ਲੱਗਾ ਡਾਕਟਰ ਸਾਹਿਬ ਨੂੰ ਕਿ ਇਹ ਤਾਂ ਭਾਈ ਉਹ ਨੇ ਤਾਂ ਉਦੋਂ ਫਿਰ ਕਿੱਡੀ ਵੱਡੀ ਕਾਰਵਾਈ ਹੋਈ ਸੀ। ਬੜਾ ਕੁਛ ਕੀਤਾ ਜਾ ਸਕਦਾ, ਲੜਨ ਝਗੜਨ ਦੀ, ਕਿਸੇ ਨੂੰ ਅਵੈੜਾ ਬੋਲਣ ਦੀ ਲੋੜ ਨਹੀਂ। ਉੱਥੇ ਮਾੜੇ ਵੀ ਬੰਦੇ ਹੋਣੇ ਆ, ਚੰਗੇ ਵੀ ਹੋਣੇ ਆ। ਜੇ ਅਸੀਂ ਸਾਰਿਆਂ ਨੂੰ ਇੱਕੋ ਰੱਸੇ ਬੰਨਾਂਗੇ ਤਾਂ ਔਖਾ। ਚੰਗਾ ਹੋਇਆ ਉਹਨਾਂ ਨੇ ਖਿਮਾ ਮੰਗੀ ਹੈ, ਅਫਸੋਸ ਪ੍ਰਗਟ ਕੀਤਾ, ਉਹਨਾਂ ਨੇ ਹੜਤਾਲ ਵਾਪਸ ਲੈ ਲਈ ਹੈ। ਲੋਕ ਹੁਣ ਬੜੇ ਵਧੀਆ ਤਰੀਕੇ ਦੇ ਨਾਲ ਕੰਮਕਾਰ ਕਰਾਉਣਗੇ, ਨਹੀਂ ਤਾਂ ਲੋਕਾਂ ਦੀ ਤੰਗੀ ਹੋਣੀ ਸੀ। ਬੰਦੇ ਆਪਣੇ ਭੇਜ ਕੇ ਰੱਖੋ, ਉਡਾ ਦਿਓ ਉਹਨਾਂ ਦੀਆਂ ਫੱਕੀਆਂ ਜੇ ਕੋਈ ਬੰਦਾ 2 ਨੰਬਰ 'ਚ ਕੰਮ ਕਰਦਾ। ਨਹੀਂ, ਵੈਸੇ ਇੱਕ ਗੱਲ ਤਾਂ ਹੈਗੀ ਵੀ ਮੈਨੂੰ ਲੱਗਦਾ ਵੀ ਜਿਹੜਾ ਕੰਮ ਅੰਗਰਾਲ ਸਾਹਿਬ ਚਾਹੁੰਦੇ ਸੀ ਜੀ ਹੁਣ ਵੀ ਉਹੀ ਹੋ ਗਿਆ। ਹੁਣ ਹੋਇਆ ਥੋੜਾ ਜਿਹਾ ਘੁੰਮ ਘੁਮਾ ਕੇ, ਜਿੱਦਾਂ ਕਿ ਨਹੀਂ ਹੋਣਾ ਚਾਹੀਦਾ ਸੀ। ਹੁਣ ਦੇਖੋ ਗੱਲ ਇਹ ਆ ਕਿ ਵੀ ਇਹ ਘਟਨਾ ਮਤਲਬ ਇੱਕ ਹਲਕੇ ਦੀ ਆ ਪੰਜਾਬ ਦੇ ਵਿੱਚ। ਹੋ ਸਕਦਾ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਵੀ ਇਹੋ ਜਿਹੀ ਕੋਈ ਮੁਸ਼ਕਲ ਹੋਵੇ। ਜੇ ਹੈਗੀ ਆ ਤੇ ਮੇਰੇ ਖਿਆਲ ਨਾਲ ਉੱਥੋਂ ਦੇ ਨੁਮਾਇੰਦਿਆਂ ਨੂੰ ਇਹ ਕੰਮ ਕਰਨਾ ਚਾਹੀਦਾ। ਜੇ ਮੰਨ ਲਓ ਅੰਗਰਾਲ ਸਾਹਿਬ ਕੋਲੋਂ ਨਹੀਂ ਹੋਇਆ ਤੇ ਉਹ ਦੂਸਰੇ ਕਰ ਲੈਣ ਜੀ, ਵੀ ਜੇ ਉਹਨਾਂ ਨੂੰ ਜਾਪਦਾ ਕਿਤੇ ਵੀ ਮਹਾਰਾਜ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਵੀ ਫਲਾਨੀ ਕੁਰਸੀ ਤੇ ਹੈ ਜੀ ਬੰਦਾ, ਬਾਕੀ ਗੱਲ ਕੋਈ ਨਹੀਂ, ਮੈਂ 3 ਦਿਨ ਗੇੜੇ ਮਾਰੇ ਉਦੋਂ ਤੇ ਕੰਮ ਕਹਿੰਦੇ ਨਾ ਇਹ ਹੋ ਨਹੀਂ ਸਕਦਾ ਤੇ ਅਸੀਂ ਆਹ ਕੰਮ ਕੀਤਾ ਜੀ, ਬਸ ਉਹ ਸ਼ਾਮ ਨੂੰ ਹੋ ਗਿਆ ਜੀ ਕੰਮ। ਉਹ ਜਿਹੜਾ ਕੰਮ ਬੰਦਾ ਸ਼ਾਮ ਨੂੰ ਕਰ ਦਿੰਦਾ, ਉਹਨੂੰ ਕਿਸੇ ਸ਼ਾਮ ਨੂੰ ਤੁਸੀਂ ਮਿਲ ਲਓ ਵੱਖਰੇ ਤਰੀਕੇ ਨਾਲ। ਆਹੋ ਤੇ ਤੁਹਾਡੀਆਂ ਵੀ ਉਹੀ ਸ਼ਾਮਾਂ ਨੇ। ਆਹੋ ਤੇ ਉਹ ਘੁੰਮ ਘੁਮਾ ਕੇ ਜਦੋਂ ਗੱਲ ਉੱਪਰ ਤੱਕ ਪਹੁੰਚੂਗੀ, ਫਿਰ ਤੁਸੀਂ ਉਸ ਚੀਜ਼ ਨੂੰ ਚੰਗਾ ਪ੍ਰਚਾਰੋ ਵੀ, ਲੋਕਾਂ ਨੂੰ ਦੱਸੋ, 4-4 ਦਿਨ ਦੱਸੋ ਵੀ ਆਹ ਦੇਖੋ ਜੀ ਆਹ ਗੱਲ ਇਦਾਂ ਸੀ, ਇੱਥੇ ਇਦਾਂ ਹੋਈ, ਐਸੀ ਪਹਿਲਾਂ ਰੋਕਿਆ ਵਰਜਿਆ ਨਹੀਂ, ਬੰਦਾ ਟਲਿਆ ਤੇ ਅਖੀਰਾ ਹੱਲ ਹੋਇਆ। ਹੋ ਸਕਦਾ ਵੀ ਕੋਈ 2-4-5 ਹੋਰਨਾਂ ਨੂੰ ਕੰਨ ਹੋ ਜਾਣ ਤੇ ਅਗਲੇ ਕਹਿਣ ਨਹੀਂ ਵੀਰ ਨਹੀਂ, ਹੁਣ 100 ਦਾ 125 ਨਹੀਂ, ਉਹ ਉਨੇ ਜਿੰਨੇ ਗਾਉਂਦੇ ਤਨਖਾਹ ਦੇ, ਬਸ ਠੀਕ ਆ। ਨਹੀਂ ਸੰਧਾਲੀਆ ਸਾਹਿਬ, ਤੁਹਾਡੀ ਗੱਲ ਠੀਕ ਹੈ। ਬਾਕੀ ਅਸੀਂ ਇੱਕ ਜ਼ਰੂਰ ਬੇਨਤੀ ਕਰਾਂਗੇ ਕਿ ਭਾਈ ਕੋਈ ਵੀ ਬੰਦਾ ਕਾਨੂੰਨ ਸਾਹਮਣੇ ਆ ਨਾ, ਐਮਐਲਏ ਮੰਤਰੀ ਕੋਈ ਵੀ ਆ, ਵਿਰੋਧੀ ਧਿਰ ਦਾ ਲੀਡਰ ਹੈ, ਕਿਸੇ ਬੰਦੇ ਨੂੰ ਮਾੜਾ ਨਾ ਬੋਲੋ। ਉਹਦੇ ਸਤਿਕਾਰ ਨੂੰ ਬਹਾਲ ਰੱਖਣਾ ਬਹੁਤ ਜ਼ਰੂਰੀ ਆ। ਕਿ ਆਪਾਂ ਜੱਜ ਤਾਂ ਜੱਜ ਹੈ ਨਾ, ਆਪਾਂ ਜੱਜ ਨਹੀਂ ਹੈਗੇ, ਆਪਾਂ ਸ਼ਿਕਾਇਤਕਰਤਾ ਹੋ ਸਕਦੇ ਹਾਂ, ਆਪਾਂ ਕੰਪਲੇਂਟ ਕਰ ਸਕਦੇ ਹਾਂ, ਉਹਦੀ ਸਬੂਤ ਇਕੱਠੇ ਕਰੋ, ਬੰਦਾ ਠੋਕ ਦਿਓ, ਗੱਲ ਕਿਹੜੀ ਹੈ। ਹੁਣ ਸੰਧਾਲੀਆ ਸਾਹਿਬ, ਇੱਕ ਬਾਈਬਲ ਕਲਾਂ ਵਾਲਾ ਮਸਲਾ ਜਿਹੜਾ, ਉਹਦੀ ਚਰਚਾ ਕਰਨੀ ਬਹੁਤ ਜ਼ਰੂਰੀ ਹੈ। 2012 ਤੋਂ 17 ਵਾਲੀ ਵੱਡੇ ਬਾਦਲ ਸਾਹਿਬ ਦੀ ਸਰਕਾਰ ਸੀ, ਉਦੋਂ ਕੰਮ ਹੋਇਆ। 17 ਤੋਂ 22 ਤੱਕ ਕਾਂਗਰਸ ਦੀ ਸਰਕਾਰ ਰਹੀ, ਮੁੱਖ ਮੰਤਰੀ 2 ਬਦਲੇ, ਕੈਪਟਨ ਸਾਹਿਬ ਤੇ ਚੰਨੀ ਸਾਹਿਬ। ਹੁਣ ਭਗਵੰਤ ਮਾਨ ਸਾਹਿਬ ਨੇ, ਮਾਮਲਾ ਉੱਥੇ ਹੀ ਹੈ ਕਿਉਂਕਿ ਆਪਾਂ ਨੂੰ ਪਤਾ ਬੇਅਦਬੀ ਹੋਈ, ਬੇਅਦਬੀ ਤੋਂ ਬਾਅਦ ਸੰਗਤ 'ਚ ਰੋਸ ਸੀ, ਫਿਰ ਗੋਲੀ ਚੱਲੀ, ਲਾਠੀ ਚਾਰਜ ਹੋਇਆ, ਉਹਦੇ ਨਾਲ ਸੰਬੰਧਿਤ ਇਹ ਕੇਸ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਇਹਨਾਂ ਨੇ ਕਿਹਾ ਸੀ ਕਿ ਭਾਈ ਅਸੀਂ ਇਨਸਾਫ ਦੇਵਾਂਗੇ। ਧਰਨਾ ਲਾਤਾ ਸੁਖਰਾਜ ਸਿੰਘ ਹੋਰਾਂ ਨੇ, ਜਿਨ੍ਹਾਂ ਦੇ ਪਰਿਵਾਰ ਦੇ ਜੀ ਚਲੇ ਗਏ ਸੀ ਉਸ ਘਟਨਾ 'ਚ। ਫਿਰ ਆਮ ਆਦਮੀ ਪਾਰਟੀ ਵੱਲੋਂ, ਸਰਕਾਰ ਵੱਲੋਂ ਉੱਥੇ ਨੁਮਾਇੰਦੇ ਗਏ, ਕਹਿੰਦੇ ਜੀ ਮਹੀਨੇ 3 ਦਿਓ, ਕਿਉਂਕਿ ਉਹਨਾਂ ਨੇ ਰੋਡ ਜਾਮ ਕਰ ਦਿੱਤਾ ਸੀ। ਕਹਿੰਦੇ 3 ਮਹੀਨੇ ਦੇ ਦਿਓ, 90 ਦਿਨ। ਅਸੀਂ ਹਰ ਮਹੀਨੇ ਦੀ 10 ਤਰੀਕ ਨੂੰ ਤੁਹਾਡੇ ਕੋਲ ਆਵਾਂਗੇ, ਕਾਨੂੰਨੀ ਟੀਮ ਆਊਗੀ ਸਾਡੀ, ਤੇ ਅਸੀਂ ਤੁਹਾਨੂੰ 3 ਮਹੀਨੇ 'ਚ ਇਨਸਾਫ ਦਵਾ ਦਿਆਂਗੇ। ਹਰ ਮਹੀਨੇ ਦੀ 10 ਤਰੀਕ ਨੂੰ ਟੀਮ ਨੇ ਆਉਣਾ, ਵਕੀਲਾਂ ਨੇ, ਐਡਵੋਕੇਟ ਜਨਰਲ ਦੇ ਆਫਿਸ 'ਚੋਂ ਆ ਕੇ ਦੱਸ ਕੇ ਜਾਣਾ ਜੀ ਹੁਣ ਆਹ ਹੋ ਗਿਆ, ਹੁਣ ਆਹ ਹੋ ਗਿਆ, ਕੁਛ ਹੋਇਆ ਵੀ। ਫਿਰ ਜਦੋਂ 3 ਮਹੀਨੇ ਮੁਕੰਮਲ ਹੋ ਗਏ, ਟੀਮ ਫਿਰ ਆਈ, ਉਹ ਕਹਿੰਦੇ ਜੀ 15 ਕੁ ਦਿਨ ਹੋਰ ਦੇਖੋ, ਅਸੀਂ ਇੰਨਾ ਕੁਛ ਕਰ ਦਿੱਤਾ। ਕਈਆਂ ਨੌਜਵਾਨਾਂ ਨੇ ਤਾਂ ਕਿਹਾ ਨਹੀਂ ਜੀ ਨਹੀਂ, 15-15 ਦਿਨ ਕਰਦੇ, 90 ਦਿਨ ਦਿੱਤੇ ਸੀ। ਫਿਰ ਸਿਆਣੇ ਬੰਦੇ ਨੇ ਵਿੱਚ ਕਿਹਾ ਨਹੀਂ ਇੱਦਾਂ ਨਾ ਕਰੋ, 15 ਦਿਨ ਹੋਰ ਦਿਓ। ਕੱਲ 15 ਦਿਨ ਵੀ ਮੁਕੰਮਲ ਹੋ ਗਏ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਉੱਥੇ ਗਏ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉੱਥੇ ਗਏ, ਫਰੀਦਕੋਟ ਤੋਂ ਐਮਐਲਏ ਗੁਰਦਿੱਤ ਸਿੰਘ ਸੇਖੋਂ ਗਏ, ਹੋਰ ਵੀ ਕੁਝ ਸਥਾਨਕ ਐਮਐਲਏ, ਆਮ ਆਦਮੀ ਪਾਰਟੀ ਦੇ ਨੁਮਾਇੰਦੇ, ਸਰਕਾਰ ਦੇ ਨੁਮਾਇੰਦੇ ਗਏ। ਉਹਨਾਂ ਨੇ ਉੱਥੇ ਜਾ ਕੇ ਕਿਹਾ ਜੀ ਦੇਖੋ ਅਸੀਂ ਤੁਹਾਡੇ ਤੋਂ 3 ਮਹੀਨੇ ਮੰਗੇ, ਕਿਉਂਕਿ ਸੰਗਤ ਨੇ ਧਰਨਾ ਜਾਰੀ ਰੱਖਿਆ ਲਗਾਤਾਰ, ਰੋਡ ਨਹੀਂ ਬਲੌਕ ਕੀਤੇ ਕਿ ਇਨਸਾਫ ਚਾਹੀਦਾ। ਤੁਸੀਂ 3 ਮਹੀਨੇ ਸਾਨੂੰ ਦਿੱਤੇ, ਤੁਹਾਡਾ ਧੰਨਵਾਦ। ਅਸੀਂ 15 ਦਿਨ ਹੋਰ ਮੰਗੇ, ਤੁਸੀਂ 15 ਦਿਨ ਸਾਨੂੰ ਦਿੱਤੇ, ਤੁਹਾਡਾ ਧੰਨਵਾਦ। ਇੰਨਾ ਕੰਮ ਹੋ ਗਿਆ, ਪਰ ਕਿਉਂਕਿ ਕਾਨੂੰਨੀ ਪ੍ਰਕਿਰਿਆ ਉਹਦੇ ਵਿੱਚ ਬਹੁਤ ਸਾਰੀਆਂ ਅੜਿੱਕੇ ਨੇ, ਮਹੀਨੇ 6 ਹੋਰ ਚਾਹੀਦੇ, ਅਜੇ ਕੰਮ ਨਿਬੜਿਆ ਨਹੀਂ। ਰੌਲਾ ਪੈ ਗਿਆ ਉੱਥੇ, ਉਹਨਾਂ ਨੇ ਮਨਾ ਕਰ ਦਿੱਤਾ। ਬੜੀ ਕੁਲਤਾਰ ਸਿੰਘ ਸੰਧਵਾ ਸਾਹਿਬ ਨੇ ਕੋਸ਼ਿਸ਼ ਕੀਤੀ, ਹਰਜੋਤ ਸਿੰਘ ਬੈਂਸ ਹੋਰਾਂ ਨੇ ਕੀਤੀ, ਸੇਖੋਂ ਸਾਹਿਬ ਨੇ ਕੀਤੀ ਕਿ ਦੇਖੋ ਜੇ ਇੰਨੇ ਚਿਰਾਂ ਦਾ ਮਾਮਲਾ ਲਟਕਿਆ, ਬਹੁਤ ਸਾਰੀਆਂ ਪੇਚੀਦਗੀਆਂ ਨੇ, 6 ਮਹੀਨੇ ਹੋਰ ਦੇ ਦਿਓ, ਅਸੀਂ ਭੱਜਦੇ ਨਹੀਂ। ਪਰ ਉਹਦੇ ਤੋਂ ਬਾਅਦ ਉਹ ਨਹੀਂ ਮੰਨੇ, ਉਹਨਾਂ ਨੂੰ ਵਾਪਸ ਮੁੜਨਾ ਪਿਆ, ਸਹਿਮਤੀ ਨਹੀਂ ਬਣੀ। 31 ਜੁਲਾਈ ਨੂੰ ਪੰਥਕ ਜਥੇਬੰਦੀਆਂ ਦਾ ਇਕੱਠ ਉੱਥੇ ਸੱਦ ਲਿਆ ਜਿੱਥੇ ਮੋਰਚਾ ਲੱਗਿਆ,
ਤੇ ਇਹ ਵੀ ਉਹਨਾਂ ਨੇ ਕਿਹਾ, ਕਹਿੰਦੇ ਜਦੋਂ ਤੱਕ ਕਹਿੰਦੇ ਸੀ 24 ਘੰਟਿਆਂ 'ਚ ਬੇਅਦਬੀ ਦੇ ਦੋਸ਼ੀਆਂ ਨੂੰ ਚੱਕ ਕੇ ਅੰਦਰ ਦੇ ਦਿਆਂਗੇ। ਹੁਣ ਤਾਂ ਮਹੀਨੇ ਵੀ 4 ਤੋਂ ਉੱਪਰ ਹੋ ਗਏ ਆ। ਜੇ ਅਜੇ ਵੀ ਸਾਡੇ ਤੋਂ 6 ਮਹੀਨੇ ਮੰਗਦੇ ਹੋ ਤਾਂ ਇਹ ਨਾ ਹੋਵੇ ਕਿ ਸਾਡਾ ਯਕੀਨ ਤੁਹਾਡੇ ਤੋਂ ਵੀ ਉੱਠ ਜਾਏ। ਹੁਣ 31 ਜੁਲਾਈ ਤੋਂ ਪਹਿਲਾਂ ਪੰਜਾਬ ਸਰਕਾਰ ਕੀ ਕਾਰਵਾਈ ਕਰਦੀ ਹੈ, 31 ਜੁਲਾਈ ਨੂੰ ਉੱਥੇ ਪੰਥਕ ਜਥੇਬੰਦੀਆਂ ਕੀ ਫੈਸਲਾ ਕਰਦੀਆਂ। ਇਨਸਾਫ ਮਿਲਣਾ ਚਾਹੀਦਾ, ਇਹ ਗੱਲ ਪੱਕੀ ਹੈ। ਮੇਰੇ ਖਿਆਲ ਨਾਲ ਜਦੋਂ 3 ਮਹੀਨੇ ਦਾ ਟਾਈਮ ਮਿਲਿਆ ਸੀ, ਆਪਾਂ ਉਦੋਂ ਵੀ ਚਰਚਾ ਇਹ ਕੀਤੀ ਸੀ ਵੀ ਥੋੜਾ ਜੀ, ਤੇ ਜਿੱਦਣਾ ਮੇਰੇ ਖਿਆਲ ਨਾਲ 15 ਦਿਨ ਆਪਾਂ ਜੋ ਉਦੋਂ 2 ਹਫ਼ਤੇ ਦੀ ਗੱਲ ਕਰਦੇ ਵੀ ਇਹ 3 ਮਹੀਨਿਆਂ 'ਚ ਕੁਝ ਨਹੀਂ ਨਿਬੜਿਆ ਤੇ 2 ਹਫ਼ਤਿਆਂ 'ਚ ਕੀ ਹੋਣਾ, ਉਦੋਂ ਤਾਂ ਬਿਲਕੁਲ ਹੀ ਲਗਭਗ ਕਲੀਅਰ ਹੋ ਗਈ ਸੀ ਗੱਲ ਵੀ ਯਾਰ ਥੋੜਾ ਜਿਹਾ ਸਿਰਫ ਅੱਗੇ ਪਾਉਣ ਦੀ ਗੱਲ ਹੈ ਜੀ। ਪਰ ਹੁਣ ਜਿਹੜੀ ਗੱਲ ਮੇਰੇ ਖਿਆਲ ਨਾਲ ਟਾਈਮ ਮੁੱਕਣ ਤੋਂ ਬਾਅਦ ਜਾ ਕੇ 6 ਮਹੀਨੇ ਵਾਲੀ ਕੀਤੀ, ਚੰਗਾ ਹੁੰਦਾ ਹੈ। ਜਿਹੜੇ 15 ਦਿਨ ਮੰਗੇ ਗਏ ਸੀ ਨਾ ਤੇ ਵਿੱਚ ਹੀ ਕਿਤੇ ਨਾ ਕਿਤੇ ਕੋਈ ਗੱਲ ਚਲਾ ਲਈ ਜਾਂਦੀ ਹੌਲੀ ਹੌਲੀ ਵੀ ਦੇਖੋ ਗੱਲ ਹੈ ਜੀ ਆਪਣੇ ਤੌਰ ਤੇ ਲੱਗੇ ਆ ਕੇਸ ਇਦਾਂ ਚੱਲਦਾ। ਇੱਕ ਇਹਦੇ 'ਚ ਇਹ ਵੀ ਕਾਰਨ ਹੋ ਸਕਦਾ ਅਜੇ ਕਿਉਂਕਿ ਗੱਲ ਸਾਹਮਣੇ ਆ ਨਹੀਂ ਰਹੀ, ਪਰ ਮੈਨੂੰ ਲੱਗਦਾ ਵੀ ਹੋ ਸਕਦਾ ਆ ਜਾਵੇ। ਕੁਝ ਕਾਰਨ ਹੁੰਦੇ ਆ ਵੀ ਜਿਨ੍ਹਾਂ ਕਾਰਨਾਂ ਕਰਕੇ ਗੱਲ ਕਲੀਅਰ ਕੀਤੀ ਜਾ ਸਕਦੀ ਹੈ, ਦੱਸੀ ਜਾ ਸਕਦੀ ਪਬਲਿਕਲੀ ਵੀ ਆਹ ਕੇਸ ਇੱਥੇ ਪਹੁੰਚਿਆ, ਇਹਦੇ 'ਚ ਆਹ ਕਾਨੂੰਨੀ ਕੁੰਡੀ ਹੈ ਤੇ ਇਹਦਾ ਕਰਕੇ ਆਹ ਕੰਮ ਇੰਨਾ ਕੁ ਟਾਈਮ ਮੰਗਦਾ। ਹੋ ਸਕਦਾ ਵੀ ਕੁਝ ਚੀਜ਼ਾਂ ਨਸ਼ਰ ਨਾ ਕੀਤੀਆਂ ਜਾ ਸਕਦੀਆਂ ਹੁਣ ਉੱਥੇ ਆ ਕੇ ਪੇਸ਼ ਹੋਵੇ ਵੀ ਯਾਰ ਆਹ ਗੱਲ ਇੱਕ ਹੈਗੀ ਆ, ਤੈਨੂੰ ਮੈਂ ਦੱਸ ਨਹੀਂ ਸਕਦਾ ਪਰ ਤੂੰ ਮੈਨੂੰ ਇੰਨਾ ਕੁ ਟਾਈਮ ਦੇ ਦੇ ਵੀਰ। ਹੋ ਸਕਦਾ ਵੀ ਉਹ ਪੇਜ ਕੋਈ ਖਾਸ 1 2 3 ਬੰਦਿਆਂ ਨੂੰ ਐਂਡ ਤੱਕ ਸਰਕਾਰ ਨੂੰ ਜਾਂ ਸਰਕਾਰ ਦੇ ਨੁਮਾਇੰਦਿਆਂ ਨੂੰ ਸਮਝਾਉਣਾ ਪਵੇ, ਜਿੱਥੇ ਫਿਰ ਉਹ ਬਾਕੀਆਂ ਨੂੰ ਕਹਿਣ ਵੀ ਹਾਂ ਯਾਰ ਉਹਨਾਂ ਨੇ ਸਾਨੂੰ ਆਹ ਗੱਲ ਦੱਸੀ ਹੈ, ਜੇ ਤੇ ਇੰਨਾ ਟਾਈਮ ਲੱਗਣਾ ਤੇ ਆਪਾਂ ਚਲੋ ਮੰਨ ਲੈਂਦੇ ਹਾਂ। ਹੁਣ ਉੱਥੇ ਜਾ ਕੇ ਕਦੋਂ ਗੱਲ ਨਿਬੜਦੀ ਕਦੋਂ ਨਹੀਂ ਨਿਬੜਦੀ ਇਹ 'ਤੇ ਟਾਈਮ ਲੱਗਣਾ। ਸੰਧਾਲੀਆ ਸਾਹਿਬ, ਮੋਰਚੇ ਜਿਨ੍ਹਾਂ ਨੇ ਮੋਰਚਾ ਲਾਇਆ ਸੰਗਤ ਨੇ, ਉਹਨਾਂ ਦੇ ਕੋਲੇ ਵੀ ਤਜਰਬੇਕਾਰ ਵਕੀਲ ਨੇ, ਉਧਰਲੇ ਪਾਸੇ ਉਹ ਗੱਲ ਕਰਦੇ ਹੁੰਦੇ, ਉਹ ਸਮਝਦੇ ਹੋਣਗੇ। ਪਰ ਇੱਕ ਗੱਲ ਇੱਥੇ ਪੱਕੀ ਹੈ, ਸਰਕਾਰ ਕੋਈ ਵੀ ਉੱਦਾਂ ਦਾ ਭਰੋਸਾ ਨਾ ਦੇਵੇ ਜਿਹੜਾ ਕਿ ਟੁੱਟੇ ਮੁੜ ਕੇ, ਪਹਿਲੀ ਗੱਲ, ਕਿਉਂਕਿ ਸੰਗਤ ਦਾ ਮਸਲਾ। ਤੇ ਦੂਸਰਾ, 31 ਜੁਲਾਈ ਨੂੰ ਪੰਥਕ ਜਥੇਬੰਦੀਆਂ ਕੀ ਫੈਸਲਾ ਲੈਂਦੀਆਂ ਇੰਤਜ਼ਾਰ ਕਰਨਾ ਪਊਗਾ। ਪਰ ਕੋਈ ਵੀ ਤੇਰੇ ਇਸ ਮਸਲੇ ਤੇ ਸਿਆਸਤ ਕਰਨ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਪਹਿਲਾਂ ਸਿਆਸਤ ਕਰ ਕਰਕੇ ਪੰਜਾਬ ਨੂੰ ਇੰਨਾ ਸਾੜ ਦਿੱਤਾ, ਲੋਕ ਤੰਗ ਹੋਏ ਪਏ ਆ, ਔਖੇ ਹੋਏ ਪਏ ਆ, ਕਿਉਂਕਿ ਇੱਥੇ ਕਿਸੇ ਪੋਲੀਟੀਕਲ ਪਾਰਟੀ ਨੇ ਠੋਕ ਕੇ ਸਟੈਂਡ ਨਹੀਂ ਲਿਆ। ਇਲੈਕਸ਼ਨ ਆ ਗਈ, ਇਲੈਕਸ਼ਨ ਲੜ ਲਓ, ਕਿਸੇ ਦੋਸ਼ ਲਾਉਣ ਦਾ ਵੇਲਾ ਉਹ ਕਰ ਲਓ, ਕੋਈ ਹੋਰ ਮੁੱਦਾ ਆ ਗਿਆ ਉਹ ਆ ਗਿਆ। ਜਦੋਂ ਵੀ ਇਹ ਮੁੱਦਾ ਕਰਮਾਇਆ ਸੰਗਤ ਦੇ ਦਬਾਅ ਕਰਕੇ ਕਰਮਾਇਆ। ਕੋਈ ਪੋਲੀਟੀਕਲ ਪਾਰਟੀ ਕੋਈ ਜਥੇਬੰਦੀ ਠੋਕ ਵਜਾ ਕੇ 24 ਘੰਟੇ ਨਾਲ ਨਹੀਂ ਖੜੀ, ਨਹੀਂ ਤਾਂ ਕਿਸੇ ਦੇ ਮੂੰਹ ਦੇ ਵਿੱਚੋਂ ਬੁਰਕੀ ਕਿੱਦਾਂ ਲੰਘ ਜਾਂਦੀ। ਇਸ ਕਰਕੇ ਭਾਈ ਸਿਆਸਤ ਨਾ ਕਰਿਓ, ਸਿਆਸਤ ਨੇ ਪਹਿਲਾਂ ਬੇੜਾ ਗਰਕ ਕੀਤਾ। ਇਨਸਾਫ ਚਾਹੀਦਾ, 100% ਚਾਹੀਦਾ, ਸਰਕਾਰ ਨੂੰ ਦੇਣਾ ਪਊਗਾ। ਨਹੀਂ ਹੁਣ ਵੀ ਤਾਂ ਦੇਖੋ 6 ਮਹੀਨੇ ਕੋਈ ਬਹੁਤਾ ਸਮਾਂ ਨਹੀਂ ਜਿੰਨਾ ਕੋ ਮੰਗਦੇ ਆ, ਪਰ ਉਹਨਾਂ ਨੂੰ 6 ਮਹੀਨੇ ਇਸ ਕਰਕੇ ਜ਼ਿਆਦਾ ਲੱਗਦਾ ਕਿਉਂਕਿ ਪਹਿਲਾਂ ਜੋ ਕੁਝ ਹੋ ਚੁੱਕਾ ਜਾਂ ਜਿੰਨੇ ਸਾਲ ਇਹ ਸਾਰੇ ਕੁਝ ਨੂੰ ਲੰਘ ਚੁੱਕੇ, ਅਗਲਾ ਨੂੰ ਯਾਦ ਆ ਵੀ ਯਾਰ 3 ਫਿਰ 15 ਫਿਰ 6 ਮਹੀਨੇ ਕਰਕੇ ਫਿਰ ਉਸੇ ਰਾਹ 'ਤੇ ਤੁਰ ਪਏ। ਸੰਧਾਲੀਆ ਸਾਹਿਬ, ਇਹ ਵੀ ਗੱਲ ਹੈ ਨਾ ਕਿ ਤੁਸੀਂ ਦੇਖੋ ਕਿ ਪਿਛਲੇ 90 ਦਿਨ ਇੱਕ ਤੇ 15 ਦਿਨ 105 ਦਿਨ ਰੋਜ਼ ਉੱਥੇ ਬੈਠੇ ਆ ਉਹ। ਗਰਮੀ ਕਿੰਨੀ ਸੀ, ਉਹ ਉੱਥੇ ਬੈਠੇ ਆ। 6 ਮਹੀਨੇ ਹੋਰ ਲਗਾਤਾਰ ਕਿਵੇਂ ਬਹਿਣਗੇ ਉੱਥੇ? ਉਹਨਾਂ ਦੀ ਵੀ ਮਜਬੂਰੀ ਹੈ ਤੇ ਸਰਕਾਰ ਦੀ ਕੀ ਮਜਬੂਰੀ, ਉਹਨਾਂ ਨੂੰ ਸਮਝਾ ਦਿਓ ਭਾਈ। ਬਿਲਕੁਲ ਸਹੀ। ਉਹ ਫਿਰ ਆਪਣੇ ਜਾਣ ਦਾ ਟਾਈਮ ਹੋ ਗਿਆ ਬਸ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜ ਰਹੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।